आरएसएस ਵੱਲੋਂ ਸਮੇਂ-ਸਮੇਂ ਤੇ ਸਿੱਖਾਂ ਉੱਪਰ ਸਿਧਾਂਤਕ ਹਮਲੇ ਹੁੰਦੇ ਆਏ ਹਨ। ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਅੰਗਰੇਜ਼ਾਂ ਕੋ ਆਜ਼ਾਦੀ ਵੇਲੇ ਵੀ ਇਹੀ ਜ਼ੋਰ ਦਿੰਦੇ ਰਹੇ ਵੀ ਅਸੀਂ ਤਿਰੰਗੇ ਨੂੰ ਮਾਨਤਾ ਨਹੀਂ ਦਿੰਦੇ। ਹਿੰਦੂਤਵਵਾਦੀ ਉਹ ਹਕੂਮਤ ਨੂੰ ਇੰਨੀ ਗੱਲ ਸਮਝ ਆ ਗਈ ਸੀ ਕਿ ਜਿਹੜੀ ਇਹ ਸਿੱਖਾਂ ਦੀ ਚਾਹੇ ਨਸਲਕੁਸ਼ੀ ਹੋ ਜੇ, ਚਾਹੇ ਆਪਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਦੱਬ ਨਹੀਂ ਸਕਦੇ। ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਾਬਤ ਕਰਨ ਦੇ ਲਈ ਰਾਸ਼ਟਰੀ ਸਿੱਖ ਸੰਗਤ ਨਾਮ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ। RSS ਇਹ ਸ਼ੁਰੂ ਹੀ ਇਸ ਕਰਕੇ ਹੋਏ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਉਹ ਲੋਕ ਜੋ ਸਾਡੇ ਵਰਗੇ ਦਿਖਦੇ ਤਾਂ ਸੀ, ਜਿਨ੍ਹਾਂ ਨੇ ਪੱਗਾਂ ਵੀ ਬੰਨੀਆਂ ਸੀ, ਜਿਹੜੇ ਅੰਮ੍ਰਿਤਧਾਰੀ ਵੀ ਸੀ ਔਰ ਬਾਣੀ ਵੀ ਬਹੁਤ ਸੋਹਣੀ ਪੜ੍ਹਦੇ ਸੀ, ਉਹਨਾਂ ਨੂੰ ਸਾਡੇ ਵਿੱਚ ਉਹਨਾਂ ਨੇ ਰਲਾਉਣਾ ਸ਼ੁਰੂ ਕੀਤਾ। ਸੇ ਜਿਹੜਾ ਮਟੀਰੀਅਲਿਜ਼ਮ ਇੰਨਾ ਹਾਵੀ ਹੋ ਗਿਆ ਸੰਸਾਰ ਪੱਧਰ ਤੇ, ਬੰਦੇ ਦਾ ਈਮਾਨ ਕੋਈ ਰਹਿ ਹੀ ਨਹੀਂ ਗਿਆ ਪੈਸੇ ਤੋਂ ਬਿਨਾਂ। ਹਿੰਦੀ ਦੇ ਅਖਬਾਰਾਂ ਨੇ ਹੌਲੀ-ਹੌਲੀ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਵੱਡੀ ਮਾਰਕੀਟ ਨੂੰ ਕਵਰ ਕੀਤਾ। ਪੁਰਾਤਨ ਪੰਜਾਬੀ ਦੇ ਅਖਬਾਰ ਜਾਂ ਮੈਗਜ਼ੀਨ ਸੀ ਵਗੈਰਾ ਖਤਮ ਕਰ ਦਿੱਤੀ ਗਈ। ਸਿੱਖਾਂ 'ਚ ਗੁੱਡਵਿਲ ਬਣਾਈ ਜਾ ਸਕਦੀ ਆ ਮਸਲਾ ਚੁੱਕ ਕੇ, ਇਹਨਾਂ ਦਾ ਇੱਕ ਬੰਦਾ ਛਡਾ ਦਿਓ ਫਾਂਸੀ ਤੋਂ। ਵਿਜੇ ਰਾਜਾ ਸਿੰਧੀਆ ਨੇ ਚਾਹ ਦਾ ਕੱਪ ਹੱਥ ਦੇ ਵਿੱਚ ਪਕੜ ਕੇ ਘੁੱਟ ਭਰਿਆ ਅਤੇ ਨਾਲ ਹੀ ਭਾਗ ਸਿੰਘ ਅਣਖੀ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ, ਆਰਐਸਐਸ ਵੱਲੋਂ ਸਮੇਂ-ਸਮੇਂ ਤੇ ਸਿੱਖਾਂ ਉੱਪਰ ਸਿਧਾਂਤਕ ਹਮਲੇ ਹੁੰਦੇ ਆਏ ਹਨ, ਜਿਨ੍ਹਾਂ ਵਿੱਚ ਸਿੱਖ ਗੁਰੂਆਂ ਨੂੰ ਗਊ ਪੂਜਕ ਤੱਕ ਦੱਸਿਆ ਜਾਂਦਾ ਹੈ। ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਸੰਘ ਦੇ ਕਿਤਾਬਚੇ ਸੰਗਤ ਸੰਦੇਸ਼ ਵਿੱਚ ਗੁਰੂ ਸਾਹਿਬਾਨ ਦੁਆਰਾ ਬਿਨਾਂ ਅੰਮ੍ਰਿਤ ਛਕਾਉਣ ਤੋਂ ਬੰਦਾ ਸਿੰਘ ਬਹਾਦਰ ਨੂੰ ਸ਼ਸਤਰ ਧਾਰਨ ਕਰਾਉਣ ਦਾ ਚਿੱਤਰਣ ਆਮ ਹੀ ਮਿਲ ਜਾਂਦਾ ਹੈ। ਇਹਨਾਂ ਦੇ ਕਿਤਾਬਚਿਆਂ ਵਿੱਚ ਹਿੰਦੂ ਧਰਮ ਦੇ ਚਿੰਨ੍ਹ ਓਮ ਨੂੰ ਸਿੱਖ ਗੁਰੂਆਂ ਦੇ ਨਾਲ ਜੋੜ ਕੇ ਵੀ ਦਿਖਾਇਆ ਗਿਆ। ਸਿੱਖ ਹਰ ਧਰਮ ਦਾ ਆਦਰ ਸਤਿਕਾਰ ਕਰਦਾ ਹੈ, ਪਰ ਇਹਨਾਂ ਵੱਲੋਂ ਹਿੰਦੂ ਅਵਤਾਰ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਅਸ਼ੀਰਵਾਦ ਦਿੰਦੇ ਹੋਏ ਵੀ ਦਿਖਾਇਆ ਗਿਆ। ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਾਬਤ ਕਰਨ ਦੇ ਲਈ ਆਰਐਸਐਸ ਵੱਲੋਂ 1986 ਵਿੱਚ ਰਾਸ਼ਟਰੀ ਸਿੱਖ ਸੰਗਤ ਨਾਮ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ। ਇਹ 25 ਸਤੰਬਰ 1925 ਨੂੰ ਨਾਗਪੁਰ ਵਿਖੇ ਹੋਂਦ ਵਿੱਚ ਆਈ। ਭਗਵੀ ਰਾਸ਼ਟਰਵਾਦੀ ਸੰਸਥਾ RSS ਦੇ ਪਹਿਲੇ ਬਾਨੀ ਮੁਖੀ ਕੇਸ਼ਵ ਬਲੀਰਾਮ ਹੇਡਵਰ ਨੇ ਇਸ ਸੰਸਥਾ ਨੂੰ ਬਣਾਉਣ ਵੇਲੇ ਭਾਰਤ ਨੂੰ ਹਿੰਦੂ ਰਾਸ਼ਟਰ ਉਸਾਰਨ ਦਾ ਸੁਪਨਾ ਦੇਖਿਆ ਸ਼ੁਰੂ ਤੋਂ। ਇਹ ਜਦੋਂ ਬਣੀ ਹੈ, ਉਹਨਾਂ ਨੇ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਦੇਖਿਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਸੰਸਥਾ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਬੜੀ ਸਰਗਰਮ ਨਾਲ ਜੁਟੀ ਹੋਈ ਹੈ। ਇਹ ਤਾਂ ਦੇਖ ਲਿਆ ਕਿ 1925 'ਚ ਇਹ ਸ਼ੁਰੂ ਹੀ ਇਸ ਕਰਕੇ ਹੋਏ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਇਹਨਾਂ ਦਾ ਜਗਜੀਤ ਸਿੰਘ ਜੀ ਸਾਰਾ ਇਤਿਹਾਸ ਪੜ੍ਹ ਕੇ ਦੇਖ ਲਓ। ਇਹਨਾਂ ਨੇ ਹਿੰਦੁਸਤਾਨ ਦੀ ਅੰਗਰੇਜ਼ਾਂ ਕੋ ਆਜ਼ਾਦੀ ਵੇਲੇ ਵੀ ਇਹੀ ਜ਼ੋਰ ਦਿੰਦੇ ਰਹੇ ਵੀ ਅਸੀਂ ਤਿਰੰਗੇ ਨੂੰ ਮਾਨਤਾ ਨਹੀਂ ਦਿੰਦੇ, ਅਸੀਂ ਤਿਰੰਗੇ ਨੂੰ ਮਾਨਤਾ ਨਹੀਂ ਦਿੰਦੇ, ਅਸੀਂ ਹਿੰਦੂ ਰਾਸ਼ਟਰ ਬਣਾਉਣਾ ਔਰ ਸਾਰੇ ਦੇਸ਼ 'ਤੇ ਭਗਵਾਂ ਝੰਡਾ ਚੜਾਉਣਾ। ਇਸੇ ਕਰਕੇ ਹੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ। ਇਹਨਾਂ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ। ਹੁਣ ਜਿਸ ਬੰਦੇ ਨੇ ਨੱਥੂ ਰਾਮ ਗੋਡਸੇ ਨੇ ਕਤਲ ਕੀਤਾ, ਉਹਨੂੰ RSS ਸ਼ਹੀਦ ਮੰਨਦੀ ਹੈ ਨਾ ਜੀ। ਇਸ ਕਰਕੇ RSS ਦਾ ਸ਼ੁਰੂ ਤੋਂ ਜਿਹੜਾ ਏਜੰਡਾ ਇਹ ਸੀਗਾ ਕਿ ਅਸੀਂ ਇਹ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ। ਹੁਣ ਉਹਦੇ 'ਚ ਹੋਰ ਜੋ ਵੀ ਇਹ ਕਰ ਰਹੇ ਆ, ਬਹੁਤ ਲੰਮਾ ਚੌੜਾ ਕੰਮ ਹੈ। ਇਹਨਾਂ ਦੇ ਥਿੰਕ ਟੈਂਕ ਏਡੇ ਤਕੜੇ ਹੈ ਵੀ ਇਹਨਾਂ ਨੇ ਕਿਸੇ ਨੂੰ ਆਪਣੇ ਵੱਲ ਕਿੱਦਾਂ ਭੁਗਤਾਉਣਾ। ਹੁਣ ਜਿੱਦਾਂ ਸਿੱਖ ਕੌਮ ਦੇ ਇਤਿਹਾਸ ਨੂੰ, ਸਿੱਖ ਕੌਮ ਦੇ ਸਿਧਾਂਤ ਨੂੰ ਆਪਣੇ ਹੱਕ 'ਚ ਭੁਗਤਾ ਰਹੇ ਹੈ, ਇਸੇ ਤਰ੍ਹਾਂ ਇਹਨਾਂ ਨੇ ਜਦੋਂ ਮਹਾਤਮਾ ਗਾਂਧੀ ਦਾ ਕਤਲ ਕੀਤਾ, ਇਹਨਾਂ ਨੂੰ ਜਿਹੜੀ ਇਹ ਕੀ ਕਹਿੰਦੇ ਆਪਾਂ ਅੱਤਵਾਦੀ ਜਿਹੜੀ ਸੰਸਥਾ ਗਰਦਾਨ ਦਿੱਤਾ ਗਿਆ। ਉਸ ਵੇਲੇ ਪਟੇਲ ਸੀਗਾ ਔਰ ਪਟੇਲ ਨੇ ਇਹਨਾਂ ਨੂੰ ਲਿਖਿਆ ਵੀ ਇਹ ਤੁਸੀਂ ਜਿਹੜਾ ਕੰਮ ਕਰਦੇ ਬਿਲਕੁਲ ਗਲਤ ਆ। ਪਰ ਇਹਨਾਂ ਨੇ ਮਾਫੀ ਮੰਗ ਕੇ ਇਹ ਜਿਹੜਾ ਬੈਨ ਸੀ ਇਹਨਾਂ ਤੇ ਲੱਗਾ, ਇਹਨਾਂ ਨੇ ਝੁਕਵਾ ਲਿਆ। ਉਨੇ ਚਿਰ ਨੂੰ ਪਟੇਲ ਦੀ ਮੌਤ ਹੋ ਗਈ। ਇਹਨਾਂ ਨੇ ਪਟੇਲ ਦੀ ਮੌਤ ਤੋਂ ਬਾਅਦ ਉਹਨੂੰ ਆਪਣੇ ਹੱਕ 'ਚ ਭੁਗਤਾਉਣਾ ਸ਼ੁਰੂ ਕੀਤਾ। ਕਿੱਦਾਂ
ਵੀ ਜਿਹੜੀ ਪਟੇਲ ਦੀ ਵਿਚਾਰਧਾਰਾ ਸੀ ਉਹ ਜਵਾਹਰ ਲਾਲ ਨਹਿਰੂ ਤੇ ਗਾਂਧੀ ਨਾਲੋਂ ਵੱਖਰੀ ਸੀ। ਗੱਲ ਤੁਹਾਡੀ ਸਮਝ ਆਈ? ਉਹਨੂੰ ਆਪਣੇ ਹੱਕ 'ਚ ਭੁਗਤਾਇਆ। ਅੱਜ ਪਟੇਲ ਦਾ ਗੁਜਰਾਤ 'ਚ ਇਹਨਾਂ ਨੇ ਬੁੱਤ ਲਾਤਾ ਵੀ ਉਹ ਪਟੇਲ ਨੇ ਸਾਰੇ ਜਿਹੜਾ ਮੁਲਕ ਨੂੰ ਸਾਂਝਾ ਰੱਖਿਆ। ਜਿਹੜਾ ਕਿ ਪਟੇਲ ਨੇ ਮੁਸਲਮਾਨਾਂ ਦੀ ਕਤਲੋਗਾਰ ਕਰਾਈ, ਪਟੇਲ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਿਹਾ, ਔਰ ਉਸ ਬੰਦੇ ਨੂੰ ਇਹਨਾਂ ਆਪਣੇ ਉਸ ਵੇਲੇ ਤੱਕ ਨਹੀਂ ਸੀ, ਕਿਉਂਕਿ ਇਹ ਅੰਗਰੇਜ਼ਾਂ ਕੋਲੋਂ ਕਹਿੰਦੇ ਸੀ ਜਿਹੜੀ ਜੇ ਆਜ਼ਾਦ ਹੋਣਾ ਤੇ ਇੱਥੇ ਰਾਸ਼ਟਰ ਝੰਡਾ ਝੁੱਲਣਾ ਚਾਹੀਦਾ, ਭਗਵਾਂ ਨਾ ਕਿ ਤਿਰੰਗਾ। ਹੁਣ ਜਗਜੀਤ ਸਿੰਘ ਜੀ ਬਹੁਤ ਖਤਰਨਾਕ ਮੋੜ ਤੇ ਮਾਲਕ ਜਿਹੜਾ ਮੁਲਕ ਖੜਾ, ਕਿਉਂਕਿ RSS ਨੇ ਤਿਰੰਗੇ ਨੂੰ ਵੀ ਮਾਨਤਾ ਨਹੀਂ ਦਿੱਤੀ। ਗੱਲ ਤੁਹਾਡੀ ਪਕੜ 'ਚ ਆਉਂਦੀ ਹੈ ਨਾ। ਹੁਣ ਉਹ ਹਰ ਢੰਗ ਦੇ ਨਾਲ ਕਹਿੰਦੇ ਅਸੀਂ ਇੱਥੇ ਭਗਵਾਂ ਝੰਡਾ ਚੜਾਉਣਾ ਤੇ ਹਿੰਦੂ ਰਾਸ਼ਟਰ ਹੋਊਗਾ। RSS ਦਾ ਮੇਨ ਰੋਲ ਜਿਹੜਾ ਇਸ ਵੇਲੇ, ਹੁਣ ਸਾਰਾ ਇਤਿਹਾਸ ਤਾਂ ਆਪਾਂ ਸੁਣਾ ਨਹੀਂ ਸਕਦੇ, ਮੋਟਾ ਮੋਟਾ ਹਿੰਟ ਦੱਸਦਾ ਵੀ ਇਹ ਸਾਰੀਆਂ ਪਛਾਣਾਂ ਨੂੰ ਖਤਮ ਕਰਕੇ, ਸਾਰੇ ਧਰਮਾਂ ਦੀ ਹੋਂਦ ਨੂੰ ਖਤਮ ਕਰਕੇ ਇਹ ਇੱਥੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ, ਜਿਹਦਾ ਕਿ ਹੁਣ ਤੁਹਾਡੇ ਸਾਹਮਣੇ ਦੇਖ ਲਓ, ਨਾਗਰਿਕਤਾ ਸੋਧ ਦਾ ਬਿੱਲ ਕਰਤਾ ਧਰਮ ਦੇ ਆਧਾਰ ਤੇ, ਔਰ ਜਿਹਦੇ ਨਾਲ ਜਿਹੜਾ ਪਹਿਲਾ ਵਿਧਾਨ ਹੈ ਉਹ ਬਿਲਕੁਲ ਹੀ ਰੱਦ ਹੋ ਜਾਂਦਾ, ਕਿਉਂਕਿ ਸਾਡਾ ਜਿਹੜਾ 1950 'ਚ ਭਾਰਤ ਦਾ ਸੰਵਿਧਾਨ ਬਣਦਾ ਉਹ ਧਰਮ ਨਿਰਪੱਖਤਾ ਵਾਲਾ, ਉਹ ਵੀ ਇਹਨਾਂ ਨੇ ਉਹ ਇੱਕ ਕਿਸਮ ਦਾ ਵਿਧਾਨ ਹੀ ਰੱਦ ਕਰ ਦਿੱਤਾ ਨਾ ਜੀ, ਵੀ ਅਸੀਂ ਧਰਮ ਦੇ ਆਧਾਰ ਤੇ ਜੋ ਵੀ ਕਰਨਾ ਇਸ ਆਧਾਰ ਤੇ ਕਰਨਾ। ਗੱਲ ਤੁਹਾਡੀ ਪਕੜ ਜਾ ਰਹੀ ਹੈ। ਦੂਜੇ ਬੰਨੇ ਲਓ ਵੀ ਸਿੱਖ ਧਰਮ ਨੂੰ ਇਹਨਾਂ ਨੇ ਹਿੰਦੂ ਧਰਮ ਦਾ ਹਿੱਸਾ ਦੱਸਣ ਲਈ ਸੁਪਰੀਮ ਕੋਰਟ 'ਚੋਂ ਘੁਆ ਲਿਆ ਵੀ ਇਹ ਸਿੱਖ ਧਰਮ ਜਿਹੜਾ ਗਲਤ ਹੈ, ਔਰ ਇਹਦੇ ਨਾਲ ਸਹੀ ਮਾਇਨੇ 'ਚ ਇਹ ਸੁਪਰੀਮ ਕੋਰਟ ਦੀ ਬੌਧਿਕਤਾ ਵੀ ਦੁਆਲਾ ਨਿਕਲਦਾ ਜੇ ਧਿਆਨ ਨਾਲ ਸੋਚੋਗੇ, ਕਿਉਂਕਿ ਕਲਟ ਲਫ਼ਜ਼ ਭਾਰਤ ਦੀ ਕਿਸੇ ਭਾਸ਼ਾ ਦਾ ਵੀ ਨਹੀਂ ਹੈ। ਇਹ ਤਾਂ ਈਸਾਈਆਂ ਵੱਲੋਂ ਆਇਆ ਕਿ ਉਹਨਾਂ ਦੇ ਆਪਣੇ ਕਲਟ ਬਣੇ, ਉਹਨਾਂ ਦੀ ਲਫ਼ਜ਼ ਇਹ ਜਿਹੜਾ ਪੱਛਮ 'ਚ ਕਲਟ ਲਫ਼ਜ਼ ਜਿਹੜਾ ਯੂਜ਼ ਹੋਇਆ, ਭਾਰਤ ਦੀ ਕਿਸੇ ਵੀ ਭਾਸ਼ਾ 'ਚ ਕਲਟ ਲਫ਼ਜ਼ ਹੀ ਹੈ ਨਹੀਂ। ਇਹ ਪੂਰੀ ਪਲੈਨਿੰਗ ਦੇ ਨਾਲ ਸਿੱਖ ਧਰਮ ਨੂੰ ਖਤਮ ਕਰ ਲਿਆ ਵੀ ਉਹਦੀ ਪਛਾਣ ਖਤਮ ਕਰ ਦਿਓ। ਹੁਣ ਮੁਸਲਮਾਨਾਂ ਨੂੰ ਪਾਸੇ ਕਰ ਲਿਆ ਵੀ ਅਸੀਂ ਧਰਮ ਦੇ ਆਧਾਰ ਤੇ ਨਾਗਰਿਕਤਾ ਜਿਹੜੀ ਬਿੱਲ ਬਣਾਉਣੀ। ਇਸ ਕਰਕੇ ਜਿਹੜੀ RSS ਆ ਇਹਦਾ ਏਜੰਡਾ ਐਡਾ ਖਤਰਨਾਕ। ਹੁਣ ਜਿਹੜੀ ਖਾਸ ਦੂਜੀ ਗੱਲ ਹੈ, ਇਹ ਹੁਣ ਕਹਿੰਦੇ ਸਾਡੀਆਂ ਜਿੰਨੀਆਂ ਮਿਥਿਹਾਸਕ ਮਾਨਤਾਵਾਂ ਉਹਨਾਂ ਨੂੰ ਤੁਸੀਂ ਪੂਰਨ ਤੌਰ ਤੇ ਵਿਗਿਆਨ ਜਿਹੜਾ ਉਹ ਬੜੀਆਂ ਬੜੀਆਂ ਕਿਤਾਬਾਂ ਲਿਖਾਈ ਜਾਂਦੇ ਵੀ ਸਾਡੀਆਂ ਜਿੰਨੀਆਂ ਮਾਨਤਾਵਾਂ ਆ ਉਹਨਾਂ ਨੂੰ ਵਿਗਿਆਨ ਵੀ ਮੰਨਦਾ, ਹਾਲੇ ਕਿ ਵਿਗਿਆਨ ਨਹੀਂ ਮੰਨਦਾ। ਵੀ ਜਿਹੜੀ ਮਨੋ ਸਿਮਰਤੀ ਦੀ ਸਾਡੀ ਜਿਹੜੀ ਧਰਮ ਗ੍ਰੰਥ ਜੋ ਕਹਿ ਰਹੇ ਆ ਉਹ ਵਿਗਿਆਨਕ ਪੱਖੋਂ ਵੀ ਸਹੀ ਕਹਿ ਰਹੇ ਆ, ਔਰ ਉਹ ਹਿੱਕ ਠੋਰ ਕੇ ਕਹਿ ਰਹੇ ਆ ਕਿ ਅਸੀਂ ਮੁਲਕ ਜਿਹੜਾ ਮਨੋ ਸਿਮਰਤੀ ਦੇ ਵਿਧਾਨ ਨਾਲ ਚਲਾਉਣਾ। ਤੇ ਇਹ ਜਗਜੀਤ ਸਿੰਘ ਜੀ ਇਸ ਸਦੀ 'ਚ ਮਨੋ ਸਿਮਰਤੀ ਦੇ ਵਿਧਾਨ ਨੂੰ ਵਿਗਿਆਨ ਕਦੇ ਵੀ ਮਾਨਤਾ ਨਹੀਂ ਦਊਗਾ। ਇਹ ਅੱਜ ਨਹੀਂ ਤਾਂ ਕੱਲ੍ਹ। ਹੁਣ ਇਹ ਸਿੱਖ ਧਰਮ ਦੇ ਨਾਲ ਇਹਨਾਂ ਨੂੰ ਤਕਲੀਫ ਕੀ ਹੈ, ਸਿੱਖ ਧਰਮ ਦੇ ਸਿਧਾਂਤ ਨਾਲ ਕੀ ਤਕਲੀਫ ਹੈ? ਇੱਕ ਕਿ 10 ਗੁਰੂਆਂ ਦਾ ਇੱਕ ਜੋਤ ਹੋਣਾ, ਦੂਸਰਾ ਕਿ ਖੰਡੇ ਬਾਟੇ ਦੀ ਪਹੁਲ ਤੋਂ ਬਾਅਦ ਸਾਰੀ ਜਾਤ ਪਾਤ ਤੁਹਾਡੀ ਖਤਮ, ਹਰ ਜਾਤ ਨੂੰ 4 ਵਰਨਾਂ ਨੂੰ ਖੰਡੇ ਬਾਟੇ ਦੀ ਪਹੁਲ ਨਾਲ ਇੱਕ ਥਾਂ ਕਰਨਾ। ਇਹ ਸਿਧਾਂਤ ਇਹਨਾਂ ਦੇ ਸੰਘੋਨੇ ਥੱਲੇ ਉਤਰਿਆ, ਔਰ ਉਹਨੂੰ ਹਟਾਉਣ ਲਈ ਇਹਨਾਂ ਨੂੰ ਕੀਤਾ ਕਿ ਵੀ ਜਿੰਨੀਆਂ ਸਾਡੀਆਂ ਉੱਚ ਸੰਸਥਾਵਾਂ ਸੀ ਉਹਨਾਂ ਦੇ ਇਹਨਾਂ ਨੇ ਕਾਬੂ ਪਾ ਲਿਆ। ਹੁਣ ਸਿੱਖ ਧਰਮ ਨੂੰ ਤਾਂ ਕੋਈ ਚੈਲੰਜ ਹੀ ਹੈ ਨਹੀਂ। ਪਰ ਹੁਣ ਜਗਜੀਤ ਸਿੰਘ ਜੀ ਦੁੱਖ ਨਾਲ ਕਹਿਣਾ ਪੈਂਦਾ, ਆਪਾਂ ਪ੍ਰੋਗਰਾਮ ਵੀ ਕੀਤਾ ਵੀ ਐਡਾ ਵੱਡਾ ਸਾਡੇ ਤੇ ਸਿਧਾਂਤਕ ਸੁਪਰੀਮ ਕੋਰਟ 'ਚ ਸਿੱਖ ਧਰਮ ਨੂੰ ਕਲਟ ਕਿਹਾ ਜਾਵੇ, ਜਿਹਦੇ ਨਾਲ ਸਾਡਾ ਸਾਰਾ ਗੁਰ ਇਤਿਹਾਸ 18ਵੀਂ ਸਦੀ ਦਾ ਇਤਿਹਾਸ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਗਾਰ ਸਾਰੇ ਦੀ ਲਕੀਰ ਫੇਰ ਦਿੱਤੀ ਇੱਕ ਲਫ਼ਜ਼ ਨੇ। ਕੋਈ ਬੋਲਿਆ, ਕੋਈ ਸੰਸਥਾ ਬੋਲੀ? ਸਾਡੇ ਬੁੱਧੀਜੀਵੀ ਜੇ ਉਹ ਗੱਲ ਕਰਦੇ ਆ ਤਾਂ ਉਹਨਾਂ ਦੇ ਰਾਜ ਵੀ ਰੋੜੇ ਰਹੀ ਜਾਂਦੇ। ਸੋ ਇਸ ਕਰਕੇ ਤੁਸੀਂ RSS ਬਾਰੇ ਪੁੱਛਿਆ, ਇਹਨਾਂ ਦੀ ਸ਼ੁਰੂਆਤ ਹੀ ਇੱਥੋਂ ਹੋਈ ਸੀ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਉਹ ਹਿੰਦੂ ਰਾਸ਼ਟਰ ਬਣਾਉਣ ਲਈ ਇਹਨਾਂ ਨੇ ਤਿਰੰਗੇ ਨੂੰ ਵੀ ਕਦੇ ਸਵੀਕਾਰ ਨਹੀਂ ਕੀਤਾ, ਤੇ ਹੁਣ ਇਹਨਾਂ ਦਾ ਜੇ ਰਾਜ ਹੈ ਤੇ ਇਹ ਕਹਿੰਦੇ ਅਸੀਂ ਸਾਰੇ ਮੁਲਕ ਦੇ ਜਿਹੜਾ ਭਗਵਾਂ ਝੰਡਾ ਚਲਾਉਣਾ। ਇੱਕ ਖਾਸ ਜਗਜੀਤ ਸਿੰਘ ਜਿਹੜੀ ਹੋਰ ਗੱਲ ਆ ਵੀ ਇਹ ਏਡੀ ਵੱਡੀ ਇੱਕ ਮਿਥਿਹਾਸਕ ਗੱਲ ਦੇ ਨਾਂ ਤੇ ਮੁਲਕ ਨੂੰ ਬਣਾਉਣਾ, ਮੁਲਕ ਦਾ ਨਾਂ ਰੱਖਣਾ ਚਾਹੁੰਦੇ ਹਿੰਦੂ ਰਾਸ਼ਟਰ। ਹਿੰਦੂ ਸ਼ਬਦ ਜਿਹੜਾ ਇਹਨਾਂ ਦੇ ਕਿਸੇ ਧਰਮ ਗ੍ਰੰਥ 'ਚ ਹੀ ਹੈ ਨਹੀਂ। ਹਿੰਦੂ ਸ਼ਬਦ ਹਿੰਦੂਆਂ ਦੇ ਕਿਸੇ ਧਰਮ ਗ੍ਰੰਥ 'ਚ ਨਹੀਂ ਹੈ।
ਇਹ ਨਾਂ ਇਹਨਾਂ ਨੂੰ ਵਿਦੇਸ਼ੀਆਂ ਨੇ ਦਿੱਤਾ ਸੀ। ਸਾਡੇ ਸਿੱਖ ਧਰਮ 'ਚ ਸਿੱਖ ਗੁਰੂ ਗ੍ਰੰਥ ਸਾਹਿਬ 'ਚ ਕਈ ਵਾਰੀ ਹਰ ਗੱਲ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਪਈ ਹੈ ਔਰ ਤੱਥਾਂ ਦੇ ਆਧਾਰ ਤੇ ਪਈ ਹੈ। ਦੂਜਾ, ਗੁਰੂ ਗ੍ਰੰਥ ਸਾਹਿਬ ਨੂੰ ਹੁਣ ਇਹ ਜਿਹੜੇ ਤੁਸੀਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਗੱਲ ਕੀਤੀ ਹੈ, ਇਹ ਜਗਜੀਤ ਸਿੰਘ ਜੀ ਇੱਕ ਅੱਧਾ ਸ਼ਬਦ ਲੈਂਦੇ ਆ ਵੀ ਇਹ ਜੀ ਗੁਰੂ ਨਾਨਕ ਨੇ ਇੱਦਾਂ ਕਿਹਾ। ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਇਤਿਹਾਸ ਆ, ਬਾਬਰ ਦੀ ਲੜਾਈ, ਪਾਣੀਪਤ ਦੀ ਲੜਾਈ, ਲੋਧੀਆਂ ਦੀ ਲੜਾਈ, ਇਹ ਸਾਰਾ ਇਤਿਹਾਸ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਹੈ ਗੁਰੂ ਨਾਨਕ ਸਾਹਿਬ ਨੇ। ਪਰ ਉਹ ਸਾਰੀ ਗੱਲ ਨੂੰ ਇੱਕ ਜੀ ਗੁਰੂ ਨਾਨਕ ਦੀਆਂ ਸਿੱਖਿਆਵਾਂ ਇੱਦਾਂ, ਗੁਰੂ ਨਾਨਕ ਦੀਆਂ ਸਿੱਖਿਆਵਾਂ ਇੱਦਾਂ, ਗੁਰੂ ਨਾਨਕ ਇੱਕ ਨਹੀਂ 10 ਹੈ, 10 ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸਿੱਖਿਆਵਾਂ ਉਹ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਆ। ਬਾਅਦ 'ਚ ਸਾਡੇ ਕੋਲ ਸਿਧਾਂਤ ਮੌਜੂਦ ਆ। ਇਹ ਸਾਰੇ ਨੂੰ ਇਹ ਸਾਡੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਰਾਹੀਂ, ਵਿਕਾਊ ਲੇਖਕਾਂ ਦੇ ਰਾਹੀਂ ਇੰਨਾ ਕੁਛ ਲਿਖਵਾਈ ਜਾਂਦੇ ਆ ਵੀ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਜੇ ਅਸੀਂ ਨਾ ਸੰਭਲੇ ਤੇ ਜਿਹੜਾ ਇਹ ਸਿੱਖ ਇਤਿਹਾਸ ਲਿਖਵਾ ਰਹੇ ਆ, ਸਾਡੇ ਨਿਆਣਿਆਂ ਨੂੰ ਵੀ ਪੜ੍ਹ ਕੇ ਸ਼ਰਮ ਆਊਗੀ ਵੀ ਆਹ ਸਾਡਾ ਇਤਿਹਾਸ ਸੀ। ਉਹ ਸਾਰਾ ਉਲਟਾਈ ਜਾਂਦੇ ਆ। ਕੁਝ ਘਟਨਾਵਾਂ ਨੂੰ ਸਮਝਣ ਦੇ ਲਈ ਆਓ ਇੱਕ ਝਾਤ 80 ਦੇ ਦਹਾਕੇ ਦੇ ਇਤਿਹਾਸ ਤੇ ਪਾਈਏ, ਜਿਸ ਦੇ ਵਿੱਚ ਭਾਗ ਸਿੰਘ ਅਣਖੀ ਜੋ ਚੀਫ ਖਾਲਸਾ ਦੀਵਾਨ ਦੇ ਸਕੱਤਰ ਸਨ ਅਤੇ ਵਿਜੇ ਰਾਜਾ ਸਿੰਧੀਆ ਜੋ ਜਨ ਸੰਘ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੀ ਟਰਸਟੀ ਸੀ, ਉਹਨਾਂ ਦੇ ਵਿਚਾਲੇ ਇੱਕ ਸਮੇਂ ਦੇ ਉੱਤੇ ਹੋਈ ਗੱਲਬਾਤ ਦਾ ਜ਼ਿਕਰ ਫਿਲਮਾ ਕੇ ਅਸੀਂ ਇੱਥੇ ਜ਼ਰੂਰ ਕਰੀਏ, ਜਿਸ ਦੇ ਵਿੱਚ ਕਿਤਾਬ ਤੀਸਰ ਪੰਥ ਦੇ ਹਵਾਲੇ ਤੋਂ ਅਸੀਂ ਇਸ ਘਟਨਾ ਦਾ ਜ਼ਿਕਰ ਤੁਹਾਡੇ ਸਾਹਮਣੇ ਨਾਟਕੀ ਰੂਪਾਂਤਰਣ ਰਾਹੀਂ ਕਰ ਰਹੇ ਹਾਂ, ਜੋ ਪੇਜ ਨੰਬਰ 40 ਤੇ ਤੁਹਾਨੂੰ ਪੜ੍ਹਨ ਨੂੰ ਮਿਲ ਸਕਦੀ ਹੈ। ਇੱਥੇ ਜ਼ਿਕਰ ਕਿਸੇ ਬੈਠਕ ਦਾ ਹੁੰਦਾ ਹੈ ਜਿੱਥੇ ਵਿਜੇ ਰਾਜਾ ਨੇ ਸਾਰਿਆਂ ਨੂੰ ਇੱਕ ਪਾਸੇ ਕਰ ਦਿੱਤਾ ਅਤੇ ਉਹਨਾਂ ਨੂੰ ਕਹਿ ਦਿੱਤਾ ਕਿ ਮੈਨੂੰ ਕੁਝ ਜ਼ਰੂਰੀ ਗੱਲਾਂ ਅਣਖੀ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ। ਅਣਖੀ ਜੀ ਨੇ ਦੱਸਿਆ ਕਿ ਮੈਂ ਵੀ ਹੈਰਾਨ ਸਾਂ ਕਿ ਇਸਨੇ ਮੇਰੇ ਨਾਲ ਕਿਹੜੀ ਤੇ ਕਿਹੋ ਜਿਹੀ ਵੱਖਰੀ ਗੱਲ ਕਰਨੀ ਹੈ ਜੋ ਸਾਰਿਆਂ ਨੂੰ ਵੱਖ ਕਰ ਦਿੱਤਾ। ਸੋ ਖੈਰ, ਵਿਜੇ ਰਾਜਾ ਸਿੰਧੀਆ ਨੇ ਚਾਹ ਦਾ ਕੱਪ ਹੱਥ ਦੇ ਵਿੱਚ ਪਕੜ ਕੇ ਘੁੱਟ ਭਰਿਆ ਅਤੇ ਨਾਲ ਹੀ ਭਾਗ ਸਿੰਘ ਅਣਖੀ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ, अणखी जी, आप जी चीफ खालसा दीवान के ऑनरेरी सकत्तर हैं। चीफ खालसा दीवान सिखों की बहुत पुरानी नुमाइंदा जमात है। आप मुझे एक बात बताएं, हिंदू लोग बार बार ये कहते हैं कि सिख हमारे भाई हैं, वो हमारे से हमारी रखवाली के लिए जुदा हुए थे, परंतु आप लोग उनको उनके प्यार को ठुकरा कर कहते हो कि सिख हिंदू नहीं है, सिख हिंदुओं से अलग हैं। सिखों को हिंदू के भाई बनने में क्या एतराज है? विश्व में भाई भाई का रिश्ता तो बहुत नजदीक और बहुत गहरा होता है। सिख इस नजदीकी रिश्ते को क्यों नहीं मानते? आप मुझे बतलाइए। सिख तां किसी नाल भी नफरत नहीं करते। सिखां दे लई तां हिंदू, मुसलमान, ईसाई, बौद्धी, जैनी इक्को जही ने। सिख ते सारे संसार नूं एक पिता एकस के हमबारक दरसा के सब नाल प्यार करते सरबत दा भला मनते ने। सिखां दे लई तां हर मनुख भावें वो किसी भी नस्ल किसी भी कौम दे नाल संबंध रखदा है, वो साडा भरा है। भाग सिंह, तुम हमारी बात नहीं समझे। हिंदू कहते हैं सिख हमारे केशाधारी हिंदू भाई हैं, पर आप बार बार इनकार करते हो और अखबार में भी बयान देते हो कि हम हिंदू नहीं, सिख एक अलग कौम है। ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ ਅਤੇ ਸਾਰਿਆਂ ਨੂੰ ਆਪਣਾ ਭਰਾ ਸਮਝਦੇ ਹਾਂ, ਪਰ ਜੋ ਗੱਲ ਤੁਸੀਂ ਹੁਣ ਕਹੀ ਹੈ ਉਸ ਦਾ ਪੂਰਾ ਪਤਾ ਹੁਣ ਮੈਨੂੰ ਲੱਗਿਆ ਹੈ। ਸਿੰਧਿਆ ਸਾਹਿਬਾ, ਤੁਲਸੀਦਾਸ ਜੀ ਨੇ ਲਿਖਿਆ ਹੈ ਕਿ ਜਿਸ ਦੇ 6 ਅਮਲ ਅਸੂਲ ਆਪਸ ਦੇ ਵਿੱਚ ਮਿਲਦੇ ਹੋਣ, ਉਹਨਾਂ ਦਾ ਆਪਸੀ ਮੇਲ ਸਹਿਜੇ ਹੀ ਬਣ ਜਾਂਦਾ ਹੈ। कोई यतन नहीं करना पैंदा। तुलसी जी का फरमान है कि आशा, इष्ट, उपासना, खान पान, पहरान, तुलसी जिनके खट मिले सोए मिलिया जान। पर साडा तां हिंदू भरावां नाल ना आशा, ना इष्ट, ना उपासना, ना खान, ना पहरान मिलता है। असीं किवें हिंदुआं दे केसाधारी भरा होए? अणखी जी, अब आपकी बात अच्छी तरह मेरी पकड़ में आ गई है। जब मैं वापस जाऊंगी तो मैं अपने हिंदू वीरों से निवेदन करूंगी, अगर सिख आपके केशाधारी हिंदू भाई
नहीं बनना चाहते तो आप लोग केशाधारी होकर सिखों के भाई बन जाओ। ਅਣਖੀ ਜੀ ਨੇ ਕਿਹਾ ਕਿ ਉਸ ਵੇਲੇ ਤਾਂ ਮੈਂ ਉਸ ਦਾ ਕੋਈ ਜਵਾਬ ਨਹੀਂ ਦਿੱਤਾ, ਪਰ ਮੈਂ ਸਮਝ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਲਈ ਕੋਈ ਨਵੀਂ ਮੁਸੀਬਤ ਜ਼ਰੂਰ ਖੜੀ ਹੋਵੇਗੀ। ਇੰਨੀਆਂ ਹੀ ਗੱਲਾਂ ਬਾਤਾਂ ਕਰ ਥੋੜਾ ਸਮਾਂ ਹੋਰ ਬਾਤਚੀਤ ਦੇ ਵਿੱਚ ਬੀਤਿਆ ਤੇ ਵਿਜੇ ਰਾਜਾ ਸਿੰਧੀਆ ਨੇ ਸਾਥੀਆਂ ਸਮੇਤ ਵਿਦਾਇਗੀ ਲਈ। ਮੈਂ ਇਹ ਗੱਲ ਇੱਕ ਦੋ ਹੋਰ ਹਤੈਸ਼ੀ ਸੱਜਣਾ ਨਾਲ ਸਾਂਝੀ ਕੀਤੀ। ਉਹ ਬੜੇ ਦੂਰ ਅੰਦੇਸ਼ੀ ਸਨ। ਮੇਰੀ ਗੱਲਾਂ ਸੁਣ ਕੇ ਉਹ ਕਹਿਣ ਲੱਗੇ, ਅਣਖੀ ਰਾਜਸਥਾਨ ਦੀ ਰਾਜਮਾਤਾ ਆਪਣੀ ਬੋਲੀ ਦੇ ਵਿੱਚ ਤਾਂ ਤੈਨੂੰ ਸਭ ਕੁਝ ਕਹਿ ਗਈ ਹੈ, ਤੈਨੂੰ ਹੀ ਸਮਝ ਨਹੀਂ ਪਈ, ਹੁਣ ਸਮਾਂ ਦੱਸੇਗਾ। ਥੋੜੇ ਹੀ ਮਹੀਨਿਆਂ ਦੇ ਵਿੱਚ ਜਨ ਸੰਘੀਆਂ ਨੇ ਰਾਸ਼ਟਰੀ ਸਿੱਖ ਸੰਗਤ RSS ਹੋਂਦ ਦੇ ਵਿੱਚ ਲੈ ਆਂਦੀ, ਜਿਨ੍ਹਾਂ ਦਾ ਸਰੂਪ ਸਿੱਖਾਂ ਵਰਗਾ, ਖੁੱਲੀਆਂ ਦਾੜੀਆਂ, ਕਿਰਪਾਨਾਂ, ਉੱਪਰੋਂ ਦੀ ਸਿਰਾਂ ਤੇ ਕੇਸ ਅਤੇ ਦਸਤਾਰਾਂ, ਪਰ ਅੰਦਰੋਂ ਕੱਟੜ ਹਿੰਦੂ। ਅਣਖੀ ਜੀ ਕਹਿਣ ਲੱਗੇ, ਉਸ ਦਿਨ ਦੀਆਂ ਗੱਲਾਂ ਜਦੋਂ ਸਕਾਰਤਾ ਦੇ ਰੂਪ ਦੇ ਵਿੱਚ ਸਾਹਮਣੇ ਆਈ, ਮਨ ਨੂੰ ਬੜੀ ਚਿੰਤਾ ਲੱਗੀ ਕਿ ਹਿੰਦੂਇਜ਼ਮ ਸਿੱਖੀ ਸਰੂਪ ਦੇ ਵਿੱਚ ਸਿੱਖਾਂ ਅੰਦਰ ਘੁਸਪੈਠ ਕਰ ਰਿਹਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਜੇ ਵਿਵੇਕ ਬੁੱਧੀ ਨਾਲ ਸਿੱਖ ਨਾ ਵਿਚਰਿਆ ਤਾਂ RSS ਦਾ ਅਸਗਰ ਸਿੱਖ ਕੌਮ ਨੂੰ ਸਹਿਜੇ ਸਹਿਜੇ ਨਿਗਲ ਜਾਵੇਗਾ, ਜੋ ਅੱਜ ਆਪਾਂ ਵੇਖ ਵੀ ਰਹੇ ਹਾਂ, ਜੋ ਵਰਤ ਰਿਹਾ ਹੈ ਸਾਡੇ ਸਾਹਮਣੇ। ਦੇਖੋ, ਜਦੋਂ ਆਪਾਂ ਰਾਸ਼ਟਰੀ ਸਿੱਖ ਸੰਗਤ ਬਾਰੇ ਗੱਲ ਕਰਦੇ ਹਾਂ ਤਾਂ ਰਾਸ਼ਟਰੀ ਸਿੱਖ ਸੰਗਤ ਦਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸ਼ੁਰੂਆਤ ਕਿਉਂ ਹੋਈ। ਅੱਜ ਕੱਲ੍ਹ ਤਾਂ ਵੈਸੇ ਹੋਰ ਵੀ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਨਾਲ ਹੋਰ ਭਾਈਚਾਰਿਆਂ ਦੀ ਵੀ RSS ਬਣਦੀ ਜਾ ਰਹੀ ਆ। ਮਸੀਹੀ ਸੰਗਤ ਦੀ ਵੀ ਆਪਣੀ ਬਣ ਗਈ, ਇਸਲਾਮਿਕ ਵਾਲਿਆਂ ਦੀ ਵੀ ਆਪਣੀ ਬਣ ਗਈ। ਤਾਂ ਉਹਦਾ ਬੇਸਿਕਲੀ ਮੂਲ ਕੀ ਆ ਕਿ ਜਿਹੜੀ ਧੁਰਾ ਜਿਹੜੀ ਹੈ ਮਦਰ, ਜਿਹਨੂੰ ਆਰਗੇਨਾਈਜੇਸ਼ਨ ਕਹਿ ਸਕਦੇ ਹਾਂ, ਰਾਸ਼ਟਰੀ ਸਵੈਮ ਸੇਵਕ ਸੰਘ RSS, ਉਹ ਇਹਨਾਂ ਸਾਰਿਆਂ ਨੂੰ ਹੀ ਆਪਣੇ ਅਕੋਰਡਿੰਗ ਚਲਾਉਣ ਦੇ ਲਈ ਇੱਕ ਖਰੜਾ ਤਿਆਰ ਕਰਕੇ ਦਿੰਦੇ ਆ ਔਰ ਬਕਾਇਦਾ ਉਹਨਾਂ ਦੇ ਉੱਤੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਆ, ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੇ ਕਿਸ ਤਰੀਕੇ ਨਾਲ ਕੰਮ ਕਰਨਾ। ਹੁਣ ਆਪਾਂ ਰਾਸ਼ਟਰੀ ਸਿੱਖ ਸੰਗਤ ਦੇ ਉੱਪਰ ਜਦੋਂ ਦੇਖਦੇ ਹਾਂ ਤਾਂ ਇੰਨਾ ਕੁ ਗੱਲ ਤਾਂ ਚਾਹੇ ਉਹ ਕ੍ਰਿਡ ਹੋਵੇ, ਚਾਹੇ ਉਹ ਕਿਸੇ ਵੀ ਹੋਰ ਆਰਗੇਨਾਈਜੇਸ਼ਨ ਦੇ ਥਰੂ, ਇੰਨੀ ਕੁ ਗੱਲ ਭਾਰਤੀ ਹਕੂਮਤ ਨੂੰ ਸਮਝ ਲੱਗ ਗਈ ਸੀਗੀ ਕਿ ਮੈਂ ਭਾਰਤੀ ਕਹਿਣ ਨਾਲੋਂ ਬਜਾਏ ਮੈਂ ਹਿੰਦੂਤਵ ਜਿਹੜੀ ਇੱਕ ਹਕੂਮਤ ਆ, ਹਿੰਦੂਤਵਵਾਦੀ, ਉਹ ਹਕੂਮਤ ਨੂੰ ਇੰਨੀ ਗੱਲ ਸਮਝ ਆ ਗਈ ਸੀਗੀ ਕਿ ਜਿਹੜੀ ਇਹ ਸਿੱਖਾਂ ਦੀ ਚਾਹੇ ਨਸਲਕੁਸ਼ੀ ਹੋ ਜੇ, ਚਾਹੇ ਆਪਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਦੱਬ ਨਹੀਂ ਸਕਦੇ। ਸੋ ਉਹਨਾਂ ਦੀ ਜਿਹੜੀ ਮਾਈਂਡ ਮੈਨੇਜਮੈਂਟ ਕਰਨੀ ਪਊਗੀ, ਉਹਨਾਂ ਨੂੰ ਬੌਧਿਕ ਲੈਵਲ ਦੇ ਉੱਤੇ ਉਹਨਾਂ ਨੂੰ ਤੇ ਅਟੈਕ ਕਰਨਾ ਪਊਗਾ। ਤਾਂ PK ਨਿਝਾਵਨ ਵੀ ਇਹ ਦੱਸਦੇ ਨੇ ਕਿ ਉਸ ਸਮੇਂ ਦੇ ਉੱਤੇ ਜਿਹੜਾ ਇਹ ਗੱਲ ਹੈਗੀ ਆ, ਮੈਨੂੰ ਇਹ ਲੱਗ ਰਿਹਾ ਸੀ, ਮੈਂ ਦੇਖ ਰਿਹਾ ਸੀ ਕਿ ਇਹ ਇੱਕ ਬੌਧਿਕ ਵਾਰਫੇਅਰ ਬਣੀ ਹੋਈ ਸੀਗੀ। ਇੱਕ ਐਸੀ ਜ਼ਮੀਨ ਤਿਆਰ ਹੋਈ ਸੀਗੀ ਜਿਹਦੇ ਵਿੱਚ ਸਿੱਖ ਖਾੜਕੂਵਾਦ ਜਿਹੜੇ ਜਾਂ ਉਹਨਾਂ ਨੂੰ ਕੱਟੜਵਾਦ ਬੋਲਦੇ ਆ ਕਿ ਉਹਨਾਂ ਦੀ, ਔਰ ਇੱਧਰੋਂ ਜਿਹੜੇ ਰਾਸ਼ਟਰਵਾਦੀ ਲੋਕ ਸੀ ਉਹਨਾਂ ਦੀ ਬੌਧਿਕ ਲੜਾਈ ਚੱਲ ਰਹੀ ਸੀ। ਬੌਧਿਕ ਲੜਾਈ ਨੂੰ ਸਰ ਕਰਨ ਲਈ, ਜਿੱਤਣ ਦੇ ਲਈ ਰਾਸ਼ਟਰੀ ਸਿੱਖ ਸੰਗਤ ਦਾ ਨਿਰਮਾਣ ਹੁੰਦਾ ਹੈ। ਰਾਸ਼ਟਰੀ ਸਿੱਖ ਸੰਗਤ ਦਾ ਨਿਰਮਾਣ ਕਰਨ ਦਾ ਪਿੱਛੇ ਜਿਹੜਾ ਮੇਨ ਉਦੇਸ਼ ਸੀ ਉਹ ਇਹ ਸੀ ਕਿ ਸਿੱਖਾਂ ਵਰਗੇ ਹੀ ਦਿਖਦੇ ਹੋਏ ਲੋਕ ਸਿੱਖਾਂ ਦੇ ਵਿੱਚ ਵਾੜੇ ਜਾਣ ਔਰ ਬਕਾਇਦਾ, ਤਾਂ ਕਿ ਉਹਨਾਂ ਨੂੰ ਇੱਕ ਹੋ ਜਾਏ ਕਿ ਸਾਡੇ ਵਰਗੇ ਹੀ ਹੈ। ਤਾਂ ਉਹਨਾਂ ਨੂੰ ਅਸੀਂ ਹੌਲੀ ਹੌਲੀ ਬਾਅਦ ਵਿੱਚ ਉਹਨਾਂ ਦੇ ਵਿੱਚ ਕਨਫਿਊਜ਼ਨਸ ਕ੍ਰੀਏਟ ਕਰਕੇ, ਕੌਨਫਲਿਕਟ ਕ੍ਰੀਏਟ ਕਰਕੇ, ਜਾਂ ਜਿਹੜਾ ਉਹਨਾਂ ਦੇ ਡਿਫਰੈਂਟ ਰੈਸ਼ਨੈਲਿਟੀਜ਼ ਨੂੰ ਵਿੱਚ ਪਾ ਕੇ, ਜਿਹੜੀਆਂ ਸੋ ਕਾਲਡ ਰੈਸ਼ਨੈਲਿਟੀਜ਼ ਹੁੰਦੀਆਂ, ਉਹਨਾਂ ਨੂੰ ਵਿੱਚ ਪਾ ਕੇ ਔਰ ਉਹਨਾਂ ਨੂੰ ਸਿੱਖਾਂ ਦੇ ਵਿੱਚੋਂ ਜਿਹੜਾ ਇੱਕ ਯੂਨਿਟੀ ਆ ਉਹਨੂੰ ਤੋੜਿਆ ਜਾ ਸਕੇ। ਔਰ ਇਹ ਉਹਨਾਂ ਨੇ ਕੀਤਾ। ਜਿਹੜੇ ਬਿਲਕੁਲ ਆਪਣੇ ਹੀ ਵਰਗੇ ਲੋਕ ਤਿਆਰ ਕੀਤੇ, ਫਿਰ ਉਹਨਾਂ ਨੂੰ ਬਕਾਇਦਾ ਬਾਣੀ ਦੇ ਧਾਰਨੀ ਬਣਾਇਆ। ਧਾਰਨੀ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਧਾਰਨੀ ਹੋਣ ਦਾ ਮਤਲਬ ਹੋ ਜਾਂਦਾ ਕਿ ਤੁਹਾਡੇ ਅੰਦਰ ਬਾਣੀ ਵਸ ਗਈ, ਪਰ ਬਾਣੀ ਨੂੰ ਦਾ ਰੱਟਾ ਮਰਵਾਇਆ, ਇਹ ਕਹਿ ਲਿਆ ਜਾਵੇ। ਤਾਂ ਬਾਣੀ ਦਾ ਰੱਟਾ ਮਰਵਾਉਣ ਤੋਂ ਬਾਅਦ ਬਕਾਇਦਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਸਿੱਖਾਂ ਦੀ ਜਿਹੜੀ ਕਮਜ਼ੋਰੀ ਹੈ ਉਹ ਹੈ ਕੀ। ਜਿਹੜਾ ਬੰਦਾ ਜ਼ਿਆਦਾ ਗੁਰਦੁਆਰੇ ਜਾਂਦਾ, ਪਾਠ ਪੂਜਾ ਕਰਦਾ ਔਰ ਬਕਾਇਦਾ ਆਪਣੇ ਗੁਰਦੁਆਰੇ, ਆਪਣੇ ਗੁਰੂ ਘਰਾਂ ਵਾਸਤੇ ਸਮਰਪਿਤ ਹੈ, ਉਹਨੂੰ ਹੀ ਗੁਰੂ ਘਰਾਂ ਦਾ ਜਿਹੜਾ ਮੋਹਰੀ ਲਾਇਆ ਜਾਂਦਾ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਪਿੱਛੋਂ ਉਹਨਾਂ ਨੂੰ ਫਾਈਨੈਂਸਿਸ ਵੀ ਦਿੱਤੇ ਔਰ ਉਹਨਾਂ ਨੂੰ ਗੁਰੂ ਘਰਾਂ ਦੇ ਉੱਤੇ ਕਾਬਜ਼ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਹ ਲੋਕ ਜੋ ਸਾਡੇ ਵਰਗੇ ਦਿਖਦੇ ਤਾਂ ਸੀ, ਜਿਨ੍ਹਾਂ ਨੇ ਪੱਗਾਂ ਵੀ ਬੰਨੀਆਂ ਸੀ, ਜਿਹੜੇ ਅੰਮ੍ਰਿਤਧਾਰੀ ਵੀ ਸੀ ਔਰ ਬਾਣੀ ਵੀ ਬਹੁਤ ਸੋਹਣੀ ਪੜ੍ਹਦੇ ਸੀ, ਉਹਨਾਂ ਨੂੰ ਸਾਡੇ ਵਿੱਚ ਉਹਨਾਂ ਨੇ ਰਲਾਉਣਾ ਸ਼ੁਰੂ ਕੀਤਾ। ਔਰ ਪਿੱਛੋਂ ਇੱਕ ਬਕਾਇਦਾ ਪਲੈਨਡ ਤਰੀਕੇ ਦੇ ਨਾਲ ਉਹਨਾਂ ਨੇ ਸਾਡੇ ਵਿੱਚ ਜਿਹੜੇ ਸਿੱਖ ਧਰਮ ਦੇ ਵਿੱਚ ਕੌਨਫਲਿਕਟਸ ਪੈਦਾ ਕਰਨੇ ਸ਼ੁਰੂ ਕੀਤੇ। ਕੌਨਫਲਿਕਟ ਇਸ ਲੈਵਲ 'ਤੇ ਚਲੇ ਗਏ ਕਿ ਇਸੇ ਗੱਲ ਦਾ ਹੀ ਜਿਹੜੀ ਸਿੱਖ ਜਿਹੜੀ ਕੌਮ ਹੈ ਉਹ ਦੋ ਫਾੜ ਨਹੀਂ, ਉਹ ਕਈ ਹਿੱਸਿਆਂ ਦੇ ਵਿੱਚ ਵੰਡੀ ਗਈ ਔਰ ਹਰ ਇੱਕ ਚੀਜ਼ ਦੇ ਉੱਤੇ ਕਿੰਤੂ ਪਰੰਤੂ ਹੋ ਕੇ
ਉਹਨਾਂ ਨੇ ਇੰਨੇ ਕੁ ਜ਼ਿਆਦਾ ਉਹ ਵਿਚਾਰਧਾਰਾਵਾਂ ਬਣਾ ਦਿੱਤੀਆਂ ਕਿ ਅੱਜ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਅਸੀਂ ਕਿਸੇ ਨਾਲ ਵੀ ਗੱਲ ਕਰਦੇ ਹਾਂ ਤਾਂ ਹਰ ਇੱਕ ਚੀਜ਼ ਦੇ ਉੱਪਰ ਇੱਕ ਨਵਾਂ ਵਿਵਾਦ ਸਾਡੇ ਸਾਹਮਣੇ ਆ ਜਾਂਦਾ। ਹੁਣ ਇਹ ਜਿਹੜਾ ਓਵਰਨਾਈਟ ਨਹੀਂ ਹੋਇਆ, ਇਹ ਰਾਤੋਂ ਰਾਤ ਨਹੀਂ ਕੀਤਾ, ਇਹਦੇ ਪਿੱਛੇ ਉਹਨਾਂ ਦੀ ਇੱਕ ਬੜੀ ਪਲੈਨਡ ਸਾਜ਼ਿਸ਼ ਹੈ, ਕਨਸਪੀਰੇਸੀ ਹੈ ਔਰ ਅੱਗੇ ਵੀ ਉਹ ਚੱਲਦੇ ਜਾ ਰਹੇ ਆ। ਬਕਾਇਦਾ ਕੁਝ ਆਉਣ ਵਾਲੇ ਕੁਲਬੀਰ ਸਿੰਘ ਕੌੜਾ ਹੁਣੀ ਆਪਣੀ ਕਿਤਾਬ 'ਚ ਲਿਖਦੇ ਨੇ ਕਿ ਕੁਝ ਕੁ ਸਮਿਆਂ ਤੱਕ ਅਸੀਂ ਬਿਲਕੁਲ ਸਿੱਖ ਜਿਹੜੇ ਆ ਉਹ ਇੱਦਾਂ ਦੇ ਹੋ ਜਾਵਾਂਗੇ ਕਿ ਮੰਨਣ ਲੱਗ ਜਾਵਾਂਗੇ ਕਿ ਅਸੀਂ ਹਿੰਦੂ ਹੀ ਆ, ਕਿਉਂਕਿ ਅਸੀਂ ਹਰ ਇੱਕ ਚੀਜ਼ ਜਿਹੜੀ ਹਿੰਦੂ ਮਤ ਨੂੰ ਰਿਪਰੈਜ਼ੈਂਟ ਕਰਦੀ ਹੈ ਉਹਨੂੰ ਆਪਣੇ ਵਿੱਚ ਲਾ ਲਿਆ। ਹੁਣ ਇਹਦੇ ਵਿੱਚ ਸਮਝਣਾ ਪਊਗਾ ਕਿ ਰਾਸ਼ਟਰੀ ਸਿੱਖ ਸੰਗਤ ਕਰਦੀ ਕਿਵੇਂ ਆ। ਜਿੰਨਾ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਸਾਹਿਤ ਦਾ ਸਾਥ ਲਿਆ, ਜਿਹੜੀ ਇਹ ਗੱਲ ਤਾਂ ਮੈਂ ਕਰ ਚੁੱਕੀ ਕਿ ਉਹਨਾਂ ਨੇ ਸਾਡੇ ਗੁਰੂ ਘਰਾਂ ਦੇ ਵਿੱਚ ਜਾ ਕੇ ਉੱਥੇ ਪ੍ਰਬੰਧ ਸੰਭਾਲ ਲਏ ਔਰ ਗੁਰੂ ਘਰਾਂ ਦੀਆਂ ਮਰਿਆਦਾਵਾਂ ਨੂੰ ਹਿੰਦੂ ਮਰਿਆਦਾ ਦੇ ਹਿਸਾਬ ਨਾਲ ਢਾਲਣਾ ਸ਼ੁਰੂ ਕਰ ਦਿੱਤਾ। ਪਰ ਜਿਹੜਾ ਉਹਨਾਂ ਨੇ ਸਾਹਿਤ ਵੰਡਿਆ ਉਹਦੇ ਵਿੱਚ ਵੀ ਬਹੁਤਾਤ ਦੇ ਵਿੱਚ ਜਿਹੜਾ ਹਿੰਦੂ ਮਤ ਹੈ ਉਹਦੇ ਪ੍ਰਭਾਵ ਥੱਲੇ ਹੀ ਵੰਡਣਾ ਸ਼ੁਰੂ ਕੀਤਾ। ਇੱਕ ਐਗਜ਼ਾਮਪਲ ਜਿਹੜੀ ਕੁਲਬੀਰ ਸਿੰਘ ਕੌੜਾ ਦਿੰਦੇ ਨੇ ਉਹ ਇਹ ਹੈ ਕਿ ਉਹਨਾਂ ਨੇ ਸਾਹਿਤ ਦੇ ਵਿੱਚ ਜੋ ਸਾਹਿਤ ਵੰਡਣਾ ਸ਼ੁਰੂ ਕੀਤਾ ਉਹਦੇ ਵਿੱਚ ਗਊ ਤੇ ਵੱਛੇ ਦੀ ਫੋਟੋ ਬਣਾ ਕੇ ਤੇ ਉੱਪਰ ਲਿਖਿਆ ਆ ਪੂਤਾ ਮਾਤਾ ਕੀ ਆਸੀਸ। ਹੁਣ ਪੂਤਾ ਮਾਤਾ ਕੀ ਆਸੀਸ ਗੁਰਬਾਣੀ ਦੀ ਤੁਕ ਹੈ ਔਰ ਇਹਨੂੰ ਤੁਸੀਂ ਇਹਦੀ ਬਹੁਤ ਡੂੰਘੇ ਅਰਥ ਹੈ, ਪਰ ਥੱਲੇ ਜਦੋਂ ਤੁਸੀਂ ਗਊ ਔਰ ਬੱਚੇ ਦੀ ਫੋਟੋ ਦੇਖੋਗੇ ਤਾਂ ਉਹ ਇੱਕ ਪਾਰਟਿਕੂਲਰ ਵਿਚਾਰਧਾਰਾ ਦੇ ਨਾਲ ਜਾ ਕੇ ਰਲਗੱਡ ਹੋ ਜਾਂਦੀ ਆ, ਉਹ ਇਕੱਠੀ ਹੋ ਜਾਂਦੀ ਆ। ਇਸੇ ਤਰੀਕੇ ਨਾਲ ਹੀ ਉਹਨਾਂ ਦੀ ਜਿਹੜੀ ਹੋਰ ਵੀ ਜਿਹੜੀ ਉਹਨਾਂ ਨੇ ਜੋ ਸਾਹਿਤ ਵੰਡਿਆ ਉਹਦੇ ਵਿੱਚ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਲਿਖਿਆ ਕਿ ਇਹ ਸਭ ਨੂੰ ਪਤਾ ਹੈ ਕਿ ਜਿਹੜਾ ਸਿੱਖ ਧਰਮ ਆ ਉਹ ਹਿੰਦੂ ਧਰਮ ਦੀ ਰੱਖਿਆ ਲਈ ਹੀ ਬਣਿਆ ਸੀ। ਇਹ ਉਹਨਾਂ ਨੇ ਬਾਰ-ਬਾਰ ਇਸ ਚੀਜ਼ ਦੇ ਉੱਪਰ ਉਹਨਾਂ ਦੀ ਸਾਹਿਤ ਦੇ ਵਿੱਚ ਰੈਪੀਟੇਟਿਵਲੀ ਆਉਂਦਾ ਗਿਆ। ਇੱਕ ਜਗ੍ਹਾ ਦੇ ਉੱਤੇ ਹੋਰ ਉਹ ਦੱਸਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਲਿਖਦੇ ਹੋਏ ਉਹਨਾਂ ਦੀ ਫੋਟੋ ਬਣਾ ਕੇ ਜੋ ਰਾਸ਼ਟਰੀ ਸਿੱਖ ਸੰਗਤ ਨੇ ਸਾਹਿਤ ਵੰਡਿਆ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਬਣਾ ਕੇ ਥੱਲੇ ਲਿਖਿਆ ਗਊ ਰੱਖਿਅਕ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ। ਹੁਣ ਗੁਰੂ ਮਹਾਰਾਜ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਮੈਨੂੰ ਯਾਦ ਨਹੀਂ ਕਿ ਉਹਨਾਂ ਨੇ ਕੋਈ ਇੱਕ ਜੰਗ ਵੀ ਜਿਹੜੀ ਆ ਉਹ ਗਊ ਦੀ ਰੱਖਿਆ ਦੇ ਲਈ ਲੜੀ ਹੋਵੇ। ਐਨੀਮਲ ਰਾਈਟਸ ਇਸ ਟਾਈਮ ਦੇ ਉੱਤੇ ਜ਼ਰੂਰੀ ਆ ਔਰ ਹਰ ਇੱਕ ਐਨੀਮਲ ਦੇ ਸਿੱਖਾਂ ਦੇ ਲਈ ਉਨੇ ਹੀ ਰਾਈਟ ਹੈ ਜਿੰਨੇ ਗਊ ਦੇ ਰਾਈਟ ਹੈ। ਸੋ ਸਾਡੇ ਵਾਸਤੇ ਗਊ ਇੱਕ ਐਨੀਮਲ ਤਾਂ ਹੈ ਪਰ ਉਹ ਕਿਸੇ ਵੀ ਤਰੀਕੇ ਨਾਲ ਪੂਜਨੀਏ ਨਹੀਂ ਹੈ। ਪਰ ਜਦੋਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਦੇ ਥੱਲੇ ਇਹ ਲਿਖ ਦਿੱਤਾ ਜਾਊਗਾ ਗਊ ਰੱਖਿਅਕ, ਤਾਂ ਫਿਰ ਸਾਨੂੰ ਸੋਚਣਾ ਪਊਗਾ ਜਾਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਸੋਚਣਗੀਆਂ ਕਿ ਸਿਰਫ ਗਊ ਦੀ ਹੀ ਰੱਖਿਆ ਕਿਉਂ, ਸਿਰਫ ਗੁਰੂ ਗੋਬਿੰਦ ਸਿੰਘ ਗਊ ਰੱਖਿਅਕ ਹੀ ਕਿਉਂ ਲਿਖੇ ਗਏ। ਤਾਂ ਉਹ ਇੱਕ ਤਰ੍ਹਾਂ ਨਾਲ ਇੱਕ ਕਨਫਿਊਜ਼ਨ ਕ੍ਰੀਏਟ ਕਰਨ ਵਾਸਤੇ ਅੱਜ ਸਾਨੂੰ ਪਤਾ ਹੈ, ਪਰ ਜਦੋਂ ਅੱਜ ਤੋਂ 100 ਸਾਲ 200 ਸਾਲ ਬਾਅਦ ਜੇ ਅਸੀਂ ਅੱਜ ਕੋਈ ਸਟੈਪ ਨਹੀਂ ਲੈਂਦੇ ਤਾਂ ਜਦੋਂ ਸਾਡੇ ਬੱਚੇ ਉਹ ਚੀਜ਼ਾਂ ਦੇਖਣਗੇ ਤਾਂ ਉਹਨਾਂ ਦੇ ਦਿਮਾਗ 'ਚ ਆਊਗਾ ਗਊ ਰੱਖਿਅਕ ਹੀ ਕਿਉਂ, ਤਾਂ ਫਿਰ ਉਹ ਇਸ ਚੀਜ਼ ਨੂੰ ਆਈਡੀਓਲੋਜੀ ਦੇ ਨਾਲ ਲਾਉਣਗੇ ਕਿਉਂਕਿ ਹਿੰਦੂ ਮਤ ਦੇ ਵਿੱਚ ਗਊ ਪਵਿੱਤਰ ਹੈ, ਤਾਂ ਆਪਣੇ ਆਪ ਹੀ ਸਿੱਖ ਜਿਹੜੇ ਉਹ ਹਿੰਦੂ ਮਤ ਦਾ ਹਿੱਸਾ ਬਣਦੇ ਜਾਣਗੇ। ਹੋਰ ਕਈ ਜਗ੍ਹਾ ਦੇ ਉੱਤੇ ਜਿਹੜਾ ਉਹਨਾਂ ਦਾ ਸਾਹਿਤ ਹੈ ਉਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ ਕਿ ਕਈ ਥਾਵਾਂ ਦੇ ਉੱਤੇ ਭਾਰਤ ਮਾਤਾ ਦੀ ਫੋਟੋ ਬਣਾ ਕੇ ਥੱਲੇ ਉਹਨਾਂ ਭਾਰਤ ਮਾਤਾ ਦੇ ਪੈਰਾਂ ਦੇ ਵਿੱਚ ਇੱਕ ਓਂਕਾਰ ਲਿਖਿਆ। ਸੋ ਔਰ ਇਸੇ ਚੀਜ਼ ਨੂੰ ਜਦੋਂ ਤੁਸੀਂ ਇੱਕ ਹੋਰ ਲਾਈਟ ਦੇ ਵਿੱਚ ਪੜੋਗੇ ਕਿ ਬਕਾਇਦਾ ਇਹ ਕਿਹਾ ਜਾਂਦਾ ਔਰ ਰਾਸ਼ਟਰੀ ਸਿੱਖ ਸੰਗਤ ਬੋਲਦੀ ਵੀ ਹੈ, ਲਿਖਦੀ ਵੀ ਹੈ, ਆਪਣੇ ਸਾਹਿਤ ਵਿੱਚ ਵੀ ਲਿਖ ਕੇ ਵੀ ਛਾਪਿਆ ਔਰ ਇਹ ਬੋਲਦੇ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹ ਰਾਸ਼ਟਰੀ ਗ੍ਰੰਥ ਹੈ। ਤਾਂ ਭਾਰਤ ਮਾਤਾ ਦੇ ਪੈਰਾਂ ਦੇ ਵਿੱਚ ਇੱਕ ਓਂਕਾਰ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਉਹ ਰਾਸ਼ਟਰੀ ਗ੍ਰੰਥ ਨੇ। ਤਾਂ ਇਹਦਾ ਮਤਲਬ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਹੋਂਦ ਹੈ ਉਹਨੂੰ ਸਿਰਫ ਇੱਕ ਬਾਉਂਡਰੀ, ਇੱਕ ਜੀਓਗ੍ਰਾਫੀਕਲ ਬਾਉਂਡਰੀ ਦੇ ਵਿੱਚ ਬੰਨ੍ਹ ਦੇਣਾ ਕਿ ਉਹ ਧਰਮ ਨਹੀਂ, ਉਹ ਸਿਰਫ ਇੱਕ ਪਾਰਟਿਕੂਲਰ ਖਿੱਤੇ ਦਾ ਗ੍ਰੰਥ ਹੈ। ਔਰ ਉਹ ਬੜੀ ਛੋਟੀ ਜੀ ਚੀਜ਼ ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਸ਼ਾਇਦ ਇੰਗਲੈਂਡ ਵਾਸਤੇ ਚੌਸਰ ਦੀ ਕੈਂਟਰਬਰੀ ਟੇਲਸ ਹੋਣਗੀਆਂ, ਬਿਲਕੁਲ ਇਸੇ ਲੈਵਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਆ ਕੇ ਖੜਾ ਕਰਨ ਦੀ ਇੱਕ ਖੋਜੀ ਚਾਲ ਹੈ ਉਹਨਾਂ ਦੀ। ਇੱਕ ਜਿਹੜੀ ਹੋਰ ਚੀਜ਼ ਇਹਦੇ ਵਿੱਚ ਜ਼ਿਕਰਯੋਗ ਹੈ ਔਰ ਜਿਹੜੀ ਕਿ ਮੈਂ ਬਕਾਇਦਾ ਕਿਤਾਬ ਦੇ ਵਿੱਚੋਂ ਕੁਲਬੀਰ ਸਿੰਘ ਕੌੜਾ ਹੋਣਾ ਦੀ ਕਿਤਾਬ ਦੇ ਵਿੱਚੋਂ ਹੀ ਕੋਟ ਕਰੂੰਗੀ, ਉਹ ਇਸਦਾ ਹੈ, ਜਿਨ੍ਹਾਂ 5 ਮੁਸਲਿਮ ਸੂਫੀ ਸੰਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਲਾਈ ਗਈ ਹੈ ਉਹਨਾਂ ਦੀ ਬਾਣੀ ਦਾ ਆਧਾਰ ਅਧਿਆਤਮਿਕ ਹੈ। ਹੁਣ ਜਦੋਂ ਰਾਸ਼ਟਰੀ ਸਿੱਖ ਸੰਗਤ ਇਹ ਗੱਲ ਨੂੰ ਲਿਖ ਕੇ ਆਪਣੇ ਸਾਹਿਤ ਦੇ ਵਿੱਚ ਅੱਗੇ ਪ੍ਰਚਾਰਦੀ ਹੈ ਤਾਂ ਉੱਥੇ ਗੱਲ ਸੋਚਣ ਵਾਲੀ ਇਹ ਆ ਜਾਂਦੀ ਹੈ ਕਿ ਸਿਰਫ ਮੁਸਲਮਾਨਾਂ ਦਾ ਹੀ ਨਾਮ ਕਿਉਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੰਨੀ ਵੀ ਬਾਣੀ ਦਰਜ ਹੈ, ਚਾਹੇ ਉਹ ਕਿਸੇ ਭਗਤ ਦੀ ਹੈ, ਚਾਹੇ ਉਹ ਹਿੰਦੂ ਸੰਤਾਂ ਦੀ ਹੈ, ਚਾਹੇ ਉਹ ਮੁਸਲਮਾਨ ਸੰਤਾਂ ਦੀ ਹੈ, ਉਹ ਸਾਰੀ ਹੀ ਅਧਿਆਤਮਿਕ ਬੇਸ ਦੇ ਉੱਤੇ ਹੈ। ਪਰ ਮੁਸਲਮਾਨਾਂ ਨੂੰ ਅਲੱਗ ਕੱਢ ਦੇਣਾ ਤੇ ਇਹਦਾ ਮਤਲਬ ਹੈ ਕਿ ਅਗਰ ਮੁਸਲਮਾਨ ਵੱਖਰੇ ਹੈ ਤਾਂ ਬਾਕੀ ਸਾਰੀ ਬਾਣੀ ਜਿਹੜੀ ਉਹ ਹਿੰਦੂਆਂ ਦੀ ਹੈ,
ਕਿਉਂਕਿ ਉਹ ਤਾਂ ਸਿੱਖਾਂ ਨੂੰ ਸਿੱਖ ਮੰਨਦੇ ਨਹੀਂ। ਤਾਂ ਇਹ ਜਿਹੜਾ ਇੱਕ ਬੜੇ ਸੂਖਸ਼ਮ ਤਰੀਕੇ ਦੇ ਨਾਲ ਇੱਕ ਬੜਾ ਅੰਡਰਪਿਨਿੰਗ ਜਿਹੜਾ ਹੈ ਉਹ ਅਟੈਕ ਹੈ, ਔਰ ਇਹਨੂੰ ਸਮਝਣਾ, ਇਹਦਾ ਜਵਾਬ ਦੇਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਆਪਾਂ ਨੂੰ ਹੋਰ ਸਾਰੇ ਜਿਹੜੇ ਅਟੈਕਸ ਉਹਨਾਂ ਦਾ ਜਵਾਬ ਦੇਣਾ। ਇਸੇ ਹੀ ਕਿਤਾਬ ਦੇ ਵਿੱਚ ਜਿੱਥੇ ਉਹਨਾਂ ਨੇ ਪੁਆਇੰਟ ਬਾਏ ਪੁਆਇੰਟ ਦੱਸਿਆ ਕਿ ਰਾਸ਼ਟਰੀ ਸਿੱਖ ਸੰਗਤ ਜਿਹੜੀ ਆ ਉਹ ਆਪਰੇਟ ਕਿਵੇਂ ਕਰਦੀ ਹੈ, ਔਰ ਉਹ ਕਿਹੜੇ ਪੁਆਇੰਟਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਇੱਕ ਵਿਚਰਦੀ ਆ, ਆਪਾਂ ਨੂੰ ਇਸ ਤਰ੍ਹਾਂ ਕਵਾਂਗੇ। ਤਾਂ ਉਹ ਪੁਆਇੰਟਸ ਦੱਸਦੇ ਨੇ। ਪਹਿਲੀ ਗੱਲ ਜੋ ਰਾਸ਼ਟਰੀ ਸਿੱਖ ਸੰਗਤ ਪ੍ਰਚਾਰਦੀ ਹੈ ਔਰ ਇਹਦੇ ਬੇਸ ਦੇ ਉੱਪਰ ਕੰਮ ਵੀ ਕਰਦੀ ਹੈ, ਉਹ ਹੈ ਸਿੱਖ ਹਿੰਦੂਆਂ ਦਾ ਹੀ ਅੰਗ ਹਨ, ਕੇਸਾਧਾਰੀ ਅਤੇ ਸਹਿਜਧਾਰੀ ਸਿੱਖ ਇੱਕ ਹੀ ਹਨ। ਦੂਸਰਾ, ਸਿੱਖ ਹਿੰਦੂਆਂ ਨੂੰ ਬਚਾਉਣ ਵਾਸਤੇ ਇੱਕ ਫੌਜੀ ਦਸਤਾ ਤਿਆਰ ਕੀਤਾ ਗਿਆ ਸੀ। ਤੀਸਰਾ, ਸਿੱਖ ਗੁਰੂ ਸਾਹਿਬਾਨ ਹਿੰਦੁਸਤਾਨ ਦੇ ਰਾਸ਼ਟਰੀ ਆਗੂ ਹਨ। ਚੌਥਾ, ਦਸਮ ਗ੍ਰੰਥ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਨਹੀਂ ਮੰਨੀ ਗਈ। ਪੰਜਵਾਂ, ਜਿਹੜੇ ਸਿੱਖ ਸਿੱਖਾਂ ਨੂੰ ਵੱਖਰੀ ਕੌਮ ਦੱਸਦੇ ਹਨ ਉਹ ਵੱਖਵਾਦੀ ਹਨ। ਛੇਵਾਂ, ਗੁਰਬਾਣੀ ਐਸੀ ਗਿਆਨ ਗੰਗਾ ਹੈ ਜੋ ਵੇਦਾਂ ਦੀ ਗੰਗੋਤਰੀ ਵਿੱਚੋਂ ਫੁੱਟਦੀ ਹੈ। ਸੱਤਵਾਂ, ਜਪਜੀ ਗੀਤਾ ਦਾ ਛੋਟਾ ਰੂਪ ਹੈ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਅਗਰ ਆਪਾਂ ਇੱਕ ਪਾਰਟਿਕੂਲਰ ਲੈਵਲ ਤੇ ਜਾ ਕੇ ਪੜਾਂਗੇ, ਸਟਰਕਚਰਲ ਲੈਵਲ ਦੇ ਉੱਪਰ ਦੇਖਾਂਗੇ, ਤਾਂ ਸਾਨੂੰ ਇਹ ਸਮਝ ਆਊਗਾ ਕਿ ਇੱਕ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਸਿੱਖ ਆ ਉਹ ਇੱਕ ਫੌਜੀ ਦਸਤਾ ਆ। ਤਾਂ ਜਿਹੜੇ ਫੌਜ ਵਾਲੇ ਹੁੰਦੇ ਆ ਨਾ, ਉਹਨਾਂ ਨੂੰ ਉਹਨਾਂ ਦੀ ਇੱਕ ਤਨਖਾਹ ਤਾਂ ਮੁਕਰਰ ਹੁੰਦੀ ਆ, ਪਰ ਬਾਕੀ ਜਿਹੜੀਆਂ ਉਹਨਾਂ ਦੀਆਂ ਸਹੂਲਤਾਂ ਆ ਉਹ ਆਮ ਨਾਗਰਿਕਾਂ ਵਰਗੀਆਂ ਹੀ ਹੁੰਦੀਆਂ। ਪਰ ਕਿਉਂਕਿ ਸਿੱਖ ਮਾਈਨੋਰਿਟੀ ਵਿੱਚ ਆ ਗਏ, ਉਹਦੇ ਵਿੱਚ ਵੀ ਉਹਨਾਂ ਨੇ ਇੱਕ ਹੋਰ ਸਟਰਕਚਰ ਪੈਦਾ ਕਰਤਾ ਕਿ ਜਿਹੜਾ ਸਿੱਖ ਇਹ ਮੰਨੂਗਾ ਕਿ ਅਸੀਂ ਵੱਖਰੇ ਹਾਂ ਉਹ ਵੱਖਵਾਦੀ ਹੈ, ਯਾਨੀ ਕਿ ਉਹ ਮਾਈਨੋਰਿਟੀ ਦਾ ਵੀ ਮਾਈਨੋਰਿਟੀ ਹੋ ਗਿਆ। ਉਹ ਫੌਜੀ ਕਹਿ ਲਓ ਕਿ ਜਿਹੜੇ ਬਾਗੀ ਹੋ ਗਏ। ਹੁਣ ਜਿਹੜੇ ਬਾਗੀ ਹੋ ਗਏ ਫੌਜੀ ਹੋਣ, ਉਹਨਾਂ ਨੂੰ ਜਿਹੜਾ ਦੇਸ਼ ਆ ਉਹ ਵੀ ਆਪਣਾ ਕੇ ਨਹੀਂ ਰੱਖਦਾ ਹੁੰਦਾ। ਸੋ ਜਾਂ ਤਾਂ ਤੁਸੀਂ ਸਿੱਖ ਹੋ ਕੇ ਮੰਨੋਗੇ ਕਿ ਅਸੀਂ ਹਿੰਦੂਆਂ ਦੀ ਰੱਖਿਆ ਦੇ ਲਈ ਹੀ ਬਣੇ ਆ, ਤਾਂ ਤੁਹਾਨੂੰ ਉਹਨਾਂ ਦੇ ਬਰਾਬਰ ਅਧਿਕਾਰ ਹੋਣਗੇ, ਜਾਂ ਅਗਰ ਤੁਸੀਂ ਇਹ ਕਹੋਗੇ ਕਿ ਸਾਡੀ ਕੋਈ ਹੋਂਦ ਵੱਖਰੀ ਹੈ, ਤਾਂ ਫਿਰ ਉੱਥੇ ਤੁਹਾਨੂੰ ਜਿਹੜਾ ਉਹ ਬਾਗੀ ਦਾ ਖਿਤਾਬ ਦੇ ਕੇ ਪਾਸੇ ਕਰਦਾ ਜਾਊਗਾ। ਬਾਗੀ ਵੀ ਨਹੀਂ, ਵੱਖਵਾਦੀ। ਤਾਂ ਇਸ ਤਰੀਕੇ ਦਾ ਜਿਹੜਾ ਇੱਕ ਪ੍ਰਚਾਰ ਹੈ ਉਹ ਰਾਸ਼ਟਰੀ ਸਿੱਖ ਸੰਗਤ ਦੇ ਹਿੱਸੇ ਆਇਆ। ਸਮੇਂ-ਸਮੇਂ ਤੇ RSS ਦੀ ਸਿੱਖਾਂ ਪ੍ਰਤੀ ਨੀਤੀ ਵਿੱਚ ਭਾਰੀ ਬਦਲਾਅ ਆਇਆ ਹੈ। ਇਹਨਾਂ ਵੱਲੋਂ ਸਿੱਖਾਂ ਦੇ ਨਾਲ ਵੱਖਰੀ ਨੀਤੀ ਵਰਤੀ ਜਾਂਦੀ ਹੈ, ਜੋ ਕਿ ਬਾਕੀ ਦੀਆਂ ਘੱਟ ਗਿਣਤੀਆਂ ਨਾਲੋਂ ਕਿਤੇ ਵੱਖਰੀ ਹੈ। ਜਿੱਥੇ ਬਾਕੀ ਦੀਆਂ ਘੱਟ ਗਿਣਤੀਆਂ ਦੇ ਨਾਲ RSS ਦੀ ਨੀਤੀ ਸਿੱਧੀ ਹੈ, ਉੱਥੇ ਸਿੱਖਾਂ ਖਿਲਾਫ ਜਜ਼ਬ ਕਰਨ ਦੀ ਦੋਹਰੀ ਨੀਤੀ ਵਰਤੀ ਜਾ ਰਹੀ ਹੈ। ਜਿਹੜੇ ਸਿੱਖ ਆਪਣੇ ਆਪ ਨੂੰ ਵੱਖਰੀ ਕੌਮ ਮੰਨਦੇ ਹਨ ਉਹ ਪ੍ਰਵਾਨ ਨਹੀਂ, ਪਰ ਜੋ ਆਪਣੇ ਆਪ ਨੂੰ ਹਿੰਦੂ ਧਰਮ ਦਾ ਅੰਗ ਮੰਨਦੇ ਹਨ ਉਹ ਵੱਡੀਆਂ ਪੋਸਟਾਂ ਤੇ ਵੀ ਸਵਾਗਤਯੋਗ ਹਨ ਤੇ ਉਹਨਾਂ ਦੀ ਸਰਕਾਰੇ ਦਰਬਾਰੇ ਵੀ ਚੱਲਦੀ ਹੈ। ਇਹ ਹੁਣ ਸਿੱਖਾਂ ਨੇ ਸੋਚਣਾ ਹੈ ਕਿ ਉਹਨਾਂ ਨੇ ਗੁਰੂ ਦੇ ਸਿਧਾਂਤ ਨਾਲ ਖੜਨਾ ਹੈ ਜਾਂ ਫਿਰ ਇਸ ਦੇ ਉਲਟ ਚੱਲਣਾ ਹੈ। ਸਾਡੇ ਬਹੁਤ ਸਾਰੇ ਵੀਰਾਂ ਨੂੰ ਅਜੇ ਲੱਗ ਰਿਹਾ ਹੋਵੇਗਾ ਕਿ ਇਸ ਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ, ਤਾਂ ਅਸੀਂ ਉਹਨਾਂ ਦੇ ਲਈ ਇੱਕ ਵਾਰਤਾਲਾਪ ਸਾਂਝੀ ਕਰਦੇ ਹਾਂ। ਦਿੱਲੀ ਦੇ ਵਿੱਚ ਸਾਡੇ ਇੱਕ ਪੱਤਰਕਾਰ ਦੀ ਜੈਨ ਧਰਮ ਦੇ ਇੱਕ ਵੀਰ ਦੇ ਨਾਲ ਸਧਾਰਨ ਵਿਚਾਰ ਚਰਚਾ ਹੋ ਰਹੀ ਸੀ, ਜਿਸ ਵਿੱਚ ਉਸ ਵੀਰ ਨੇ ਕਿਹਾ ਕਿ ਉਸ ਦਾ ਧਰਮ ਹੈ ਜੈਨ ਹਿੰਦੂ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੈਨ ਇੱਕ ਵੱਖਰਾ ਧਰਮ ਸੀ ਜੋ ਕਿ ਹਿੰਦੂ ਧਰਮ ਦੇ ਵਿੱਚ ਜਜ਼ਬ ਹੋ ਗਿਆ। ਸਿੱਖ ਚਿੰਤਕਾਂ ਦਾ ਇਹ ਕਹਿਣਾ ਹੈ ਕਿ ਸਿੱਖਾਂ ਨੂੰ ਆਪਣੀ ਵੱਖਰੀ ਤੇ ਅੱਡਰੀ ਪਛਾਣ ਕਾਇਮ ਰੱਖਣ ਲਈ ਆਪਣੇ ਉੱਪਰ ਹੋ ਰਹੀ ਇਸ ਘੇਰਾਬੰਦੀ ਨੂੰ ਤੋੜਨਾ ਪਵੇਗਾ ਤੇ ਗੁਰੂ ਸਾਹਿਬ ਦੇ ਦਿੱਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਚੱਲਣਾ ਪਵੇਗਾ। ਜਿਹੜਾ RSS ਦਾ ਨਾ, ਪਹਿਲਾਂ ਉਹ ਏਡੀ ਉਹਨਾਂ ਨੇ ਕੋਈ ਬਹੁਤੀ ਮਹੱਤਤਾ ਨਹੀਂ ਸੀ ਦਿੱਤੀ ਪਹਿਲੇ ਪੀਰੀਅਡ ਦੇ ਵਿੱਚ। ਉਦੋਂ ਉਹਨਾਂ ਦਾ ਜਿਹੜਾ ਸਾਰਾ ਫੋਕਸ ਸੀਗਾ, ਜੇ ਤੁਸੀਂ ਉਹਨਾਂ ਦੇ ਡਾਕੂਮੈਂਟ ਪੜ੍ਹੋ ਤਾਂ ਉਹਨਾਂ ਦੇ ਜਿਹੜੇ ਦੁਸ਼ਮਣ ਹੈ ਉਹ ਕਮਿਊਨਿਸਟ ਤੇ ਮੁਸਲਮਾਨ ਮੇਨ, ਕਿ ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਧਰਮ ਨੂੰ ਖਤਰਾ ਜਿਨ੍ਹਾਂ ਤੋਂ ਹੈ। ਸੋ ਸਿੱਖਾਂ ਦਾ ਤਾਂ ਜਦੋਂ ਜਾ ਕੇ ਸਿੱਖਾਂ ਨੇ ਪੋਲੀਟੀਕਲ ਅਸਰਸ਼ਨ ਸ਼ੁਰੂ ਕੀਤੀ ਹੈ, ਇਹ ਹੋਈ ਹੈ ਜਾ ਕੇ ਇਹ ਕਹਿ ਲਓ ਕਿ 30ਵਿਆਂ ਤੋਂ ਬਾਅਦ 1930-35 ਤੋਂ ਬਾਅਦ, ਜਦੋਂ ਆਪਦੀ ਆਵਾਜ਼ ਉਠਾਉਣੀ ਸ਼ੁਰੂ ਕੀਤੀ ਕਿ ਅਸੀਂ ਵੀ ਇੱਕ ਧਿਰ ਹਾਂ। ਸੋ ਉਦੋਂ ਬਾਅਦ ਫਿਰ ਉਹਨਾਂ ਨੇ ਇਹਨਾਂ ਬਾਰੇ ਸੋਚਣਾ ਸ਼ੁਰੂ ਕੀਤਾ। 1984 ਦੇ ਵਿੱਚ ਜਾਂ 82 ਤੋਂ ਲੈ ਕੇ ਇਹ ਕਿਵੇਂ ਸੁਭਾਵਾਂ ਕਰਕੇ ਆਪਦੀ ਜਿਹੜੀ ਉਹਨਾਂ ਦੀ ਉੱਪਰਲੀ ਹਾਈਐਸਟ ਬਾਡੀ ਸੀ ਉਹਦੇ ਵੱਲੋਂ ਰੈਜੂਲੇਸ਼ਨ ਪਾ ਕੇ ਤੇ ਸਰਕਾਰ ਨੂੰ ਸੁਝਾਅ ਦੇ ਰਹੇ ਸੀ ਕਿ ਆਹ ਸਟੈਪ ਚੁੱਕੋ। ਦਰਬਾਰ ਸਾਹਿਬ ਤੇ ਹਮਲੇ ਵਾਸਤੇ ਬਹੁਤ ਇਹਨਾਂ ਨੇ ਜ਼ੋਰ ਲਾਇਆ
ਗੌਰਮੈਂਟ ਨੂੰ ਇਸ ਵਾਸਤੇ ਪ੍ਰਪੇਅਰ ਕਰਨ ਵਾਸਤੇ ਜਾਂ ਪੁਸ਼ ਕਰਨ ਵਾਸਤੇ ਵੀ ਦਬਾਅ ਪਾਇਆ ਜਾਵੇ ਸਰਕਾਰ 'ਤੇ। ਸੋ ਇਹ ਤਾਂ ਇਹਨਾਂ ਦੇ ਮਤਲਬ ਲੰਮੀ ਸਕੀਮ ਦੇ ਵਿੱਚ ਸੀ, ਪਰ ਉਹ ਦੋਵੇਂ ਗੱਲਾਂ ਸੀ ਕਿ ਸਿੱਖਾਂ ਨੂੰ ਅਸਿਮੀਲੇਟ ਵੀ ਕਰਨਾ ਹੈ ਅਤੇ ਜਿਹੜੇ ਬੰਦੇ ਸਿੱਖ ਅਸਿਮੀਲੇਟ ਨਹੀਂ ਹੁੰਦੇ ਉਹਨਾਂ ਨੂੰ ਇਲੀਮੀਨੇਟ ਕਰੋ। ਇਹ ਫਰਕ ਹੈ ਮੁਸਲਮਾਨਾਂ ਅਤੇ ਸਿੱਖਾਂ ਦਾ। ਮੁਸਲਮਾਨਾਂ ਨੂੰ ਉਹ ਅਸਿਮੀਲੇਟ ਨਹੀਂ ਕਰਨਾ ਚਾਹੁੰਦੇ, ਮੁਸਲਮਾਨਾਂ ਨਾਲ ਤਾਂ ਉਹ ਕੰਡੇ ਕੱਢਣਾ ਚਾਹੁੰਦੇ ਆ, ਇਲੀਮੀਨੇਸ਼ਨ। ਸਿੱਖਾਂ ਨੂੰ ਉਹ ਅਸਿਮੀਲੇਟ ਕਰਨਾ ਚਾਹੁੰਦੇ ਆ। ਜਿਹੜਾ ਐਲੀਮੀਨੇਸ਼ਨ ਦੀ ਡੋਜ਼ ਆ ਉਹ ਡਰਾ ਕੇ ਵੀ ਤਾਂ ਕਿ ਅਸਿਮੀਲੇਸ਼ਨ ਦਾ ਪ੍ਰੋਸੈਸ ਫੈਸਿਲੀਟੇਟ ਹੋ ਸਕੇ। ਸੋ ਜਿਹੜੇ ਸਿੱਖ ਅੜਦੇ ਆ ਉਹਨਾਂ ਨੂੰ ਖਤਮ ਕਰੋ ਅਤੇ ਦੂਜਿਆਂ ਨੂੰ ਪਤਿਆ ਕੇ ਉਹਨਾਂ ਨੂੰ ਆਪਦੀ ਬੁੱਕਲ 'ਚ ਲੈ। ਸੋ ਤੁਸੀਂ ਮਾਰਨਾ ਕਿਸੇ ਨੂੰ ਵੀ ਅੰਬਰੇਸ ਕਰਕੇ ਮਾਰਨਾ ਹੈ ਜਾਂ ਦੂਸਰੀ ਤਰ੍ਹਾਂ ਮਾਰਨਾ ਹੈ, ਨਿਸ਼ਾਨਾ ਇੱਕੋ ਹੀ ਹੈ ਕਿ ਖਤਮ, ਇਹਨਾਂ ਦੀ ਆਪਦੀ ਹਸਤੀ ਖਤਮ ਕਰਨੀ। ਹੁਣ ਇਹ ਖਤਰਾ, ਹੁਣ ਅਸੀਂ ਬਹੁਤ ਇੱਕ ਕਸੂਤੇ ਮੋੜ ਦੇ ਇਤਿਹਾਸ 'ਤੇ ਪਹੁੰਚ ਗਏ ਹਾਂ। ਉਹ ਮੋੜ ਇਹ ਹੈ ਕਿ ਇੱਕ ਪਾਸੇ ਜਿਹੜਾ ਮਟੀਰੀਅਲਿਜ਼ਮ ਇੰਨਾ ਹਾਵੀ ਹੋ ਗਿਆ ਸੰਸਾਰ ਪੱਧਰ 'ਤੇ, ਸਾਰੀ ਦੁਨੀਆ ਦਾ ਹੀ ਦੇਖ ਲਓ ਤੁਸੀਂ, ਬੰਦੇ ਦਾ ਈਮਾਨ ਕੋਈ ਰਹਿ ਹੀ ਨਹੀਂ ਗਿਆ ਪੈਸੇ ਤੋਂ ਬਿਨਾਂ, ਹੈ ਨਾ। ਪਦਾਰਥਾਂ ਤੋਂ ਬਿਨਾਂ ਬੰਦੇ ਵਾਸਤੇ ਹੋਰ ਕੋਈ ਵੈਲਿਊ ਰਹਿ ਨਹੀਂ ਗਈ ਅਤੇ ਉਹਦਾ ਅਸਰ ਸਿੱਖਾਂ 'ਤੇ ਵੀ ਪਿਆ। ਸੋ ਸਿੱਖਾਂ ਦੇ ਵਿੱਚ ਵੀ ਇਹ ਜਿਹੜੀ ਬਿਮਾਰੀ ਹੈ, ਰੋਗ ਆ ਜਿਹੜਾ ਸੰਸਾਰ ਦਾ, ਪਦਾਰਥਵਾਦ ਦਾ, ਉਹ ਬਹੁਤ ਬੁਰੀ ਤਰ੍ਹਾਂ ਹਾਵੀ ਹੋ ਗਿਆ। ਸੋ ਇਸ ਕਰਕੇ ਹੁਣ ਤੱਕ ਤਾਂ ਸਿੱਖ ਰਜਿਸਟ ਕਰਦੇ ਆਏ, ਪਰ ਹੁਣ ਸਿੱਖਾਂ ਦੇ ਵਿੱਚੋਂ ਬਹੁਤ ਸੈਕਸ਼ਨ ਵੱਡਾ ਇਹਨਾਂ ਨੂੰ ਮਿਲ ਜਾਣਾ, ਜਿਹੜਾ ਇਹਨਾਂ ਦਾ ਹੱਥਾ ਬਣੂਗਾ, ਦਸਤਾ ਬਣੂ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ। ਇਹਦੇ ਸਾਈਨਸ ਵੀ ਆਉਣੇ ਸ਼ੁਰੂ ਹੋ ਗਏ। ਜਿਹੜੀ ਹੁਣ RSS ਦੀ ਸਟ੍ਰੈਟਜੀ ਹੈ ਸਿੱਖਾਂ ਬਾਰੇ, ਉਹ ਇਹ ਹੈ ਕਿ ਸਿੱਖਾਂ ਨੂੰ ਆਪਦੀ ਬੁੱਕਲ 'ਚ ਲਓ, ਕੁਛ ਇਹੋ ਜਿਹੇ ਕਦਮ ਚੁੱਕੋ ਜਿੱਥੇ ਉਹਨੂੰ ਲੱਗੇ ਕਿ ਬੜਾ ਪਰਉਪਕਾਰ ਕਰ ਰਹੇ ਨੇ ਸਾਡੇ 'ਤੇ, ਅਤੇ ਕਿਉਂਕਿ ਸਿੱਖ ਬਹੁਤ ਵੱਡੀ ਮਾਰ ਖਾ ਚੁੱਕੇ ਨੇ। ਸੋ ਮੱਲ ਮਿਲਾਉਣਾ ਵੀ ਇੱਕ ਰਾਜਨੀਤੀ ਬਣ ਜਾਂਦੀ ਹੈ ਕਈ ਵਾਰ। ਇਹਦਾ ਬੜਾ ਵੱਡਾ ਫਰਕ ਹੈ ਦੋ ਚੀਜ਼ਾਂ ਦਾ। ਇੱਕ ਇਹ ਹੈ ਕਿ ਕੀ ਤੁਸੀਂ ਮੱਲ ਮਿਲਾਉਣ ਦੀ ਗੱਲ ਤੁਹਾਡੀ ਕਿਸੇ ਇਨਸਾਨੀਅਤ 'ਚੋਂ ਨਿਕਲ ਰਹੀ ਹੈ, ਮੋਰੈਲਿਟੀ 'ਚੋਂ ਜਾਂ ਪੋਲੀਟਿਕਸ 'ਚੋਂ। ਇਹ ਡਿਫਰੈਂਸ਼ੀਏਟ ਕਰਨਾ ਬਹੁਤ ਜ਼ਰੂਰੀ। ਜੇ ਪੋਲੀਟਿਕਸ 'ਚੋਂ ਨਿਕਲ ਰਹੀ ਹੈ ਫਿਰ ਉਹ ਮਿੱਠੀ ਜ਼ਹਿਰ ਹੈ। ਉਸ ਮੌਕੇ ਸਾਨੂੰ ਚੰਗੀ ਲੱਗੂ, ਸਾਨੂੰ ਰਿਲੀਫ ਦਿੱਤਾ ਜਾ ਰਿਹਾ ਹੈ। ਹਾਂ, ਸੋ ਇਹ ਜਿਹੜੀ ਚੀਜ਼ ਹੈ ਨਾ, ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਆਪਾਂ ਗੱਲ ਕਰਦੇ ਹਾਂ ਨਾ, ਉਹ ਵੀ ਕਈ ਵਾਰ ਪੋਲੀਟਿਕਸ 'ਚੋਂ ਨਿਕਲਦੀ ਹੈਗਾ ਕਿ ਸਿੱਖਾਂ 'ਚ ਗੁੱਡਵਿਲ ਬਣਾਈ ਜਾ ਸਕਦੀ। ਆਹ ਮਸਲਾ ਚੁੱਕ ਕੇ ਇਹਨਾਂ ਦਾ ਇੱਕ ਬੰਦਾ ਛਡਾ ਦਿਓ ਫਾਂਸੀ ਤੋਂ ਅਤੇ ਇਹਨਾਂ 'ਚ ਗੁੱਡਵਿਲ ਬਣਾਈ ਜਾ ਸਕਦੀ। ਸੋ ਕਿਸੇ ਪੋਲੀਟਿਕਸ 'ਚੋਂ ਇਹੋ ਜਿਹੀ ਗੱਲ ਕਰਨੀ, ਉਹ ਗੱਲ ਵੱਖਰੀ ਹੁੰਦੀ ਹੈ। ਕਿਸੇ ਸਦਾਚਾਰ 'ਚੋਂ ਕਰਨੀ ਕਿ ਉਂਝੀ ਅਸੀਂ ਉਂਝੀ ਬੰਦੇ ਦੇ ਉੱਤੇ ਜ਼ੁਲਮ ਕਰਨ ਦੇ ਖਿਲਾਫ ਹਾਂ, ਉਹ ਹੈ ਨਹੀਂ ਇਹਨਾਂ ਦੀ। ਉਹ ਦੁਨੀਆ 'ਚ ਕਿਤੇ ਪੋਲੀਟਿਕਸ 'ਚੋਂ ਹੀ ਨਿਕਲ ਰਿਹਾ ਸਭ ਕੁਛ। ਸੋ ਸਾਡੀ ਜਿਹੜੀ ਹੋਊਗੀਆਂ ਨੀਤੀਆਂ, ਉਹ ਪੋਲੀਟਿਕਸ 'ਚੋਂ ਨਹੀਂ ਨਿਕਲੀਆਂ ਹੋਣਗੀਆਂ, ਸਾਡੀ ਗੁਰੂ ਸਿੱਖਿਆਵਾਂ 'ਤੇ ਬੇਸਡ ਹੋਣਗੀਆਂ। ਇਹ ਨਹੀਂ ਕਿ ਸਾਨੂੰ ਉਸ ਮੌਕੇ ਉਹਦਾ ਪੋਲੀਟੀਕਲ ਫਾਇਦਾ ਕੀ ਹੁੰਦਾ, ਉਹਨੂੰ ਮੁੱਖ ਰੱਖ ਕੇ ਅਸੀਂ ਕੋਈ ਵੀ ਨੀਤੀ ਨਹੀਂ ਘੜਾਂਗੇ। ਸੋ ਇਸੇ ਕਰਕੇ ਸਾਡੀ ਕਨਵਿਕਸ਼ਨ ਉਹਨਾਂ 'ਚ ਜ਼ਿਆਦਾ ਮਜ਼ਬੂਤ ਹੋਊ ਗੱਲਾਂ 'ਚ। ਸੋ ਇਹ ਇੱਕ ਸਾਨੂੰ ਫਰਕ ਦੇਖਣਾ ਚਾਹੀਦਾ ਇਹਨਾਂ। ਪੰਜਾਬੀ ਬੋਲੀ ਤੇ ਹਮਲੇ ਦੀ ਦਾਸਤਾਨ ਬਹੁਤ ਪੁਰਾਣੀ ਹੈ। ਇਹ ਇਕੱਲੀ ਭਾਰਤੀ ਸਟੇਟ ਨੇ ਹੀ ਨਹੀਂ ਕੀਤੇ, ਸਗੋਂ ਅੰਗਰੇਜ਼ਾਂ ਦੇ ਸਮੇਂ ਮਾਂ ਬੋਲੀ ਉੱਪਰ ਘਾਤਕ ਹਮਲੇ ਹੁੰਦੇ ਰਹੇ ਹਨ, ਜਿਨ੍ਹਾਂ ਦੇ ਸਬੂਤ ਸਾਨੂੰ ਇਤਿਹਾਸਿਕ ਘਟਨਾਵਾਂ ਤੋਂ ਮਿਲਦੇ ਹਨ। ਦੁਸ਼ਮਣਾਂ ਨੂੰ ਪਤਾ ਸੀ ਕਿ ਜੇ ਅਸੀਂ ਸਿੱਖਾਂ ਨੂੰ ਪੰਜਾਬੀ ਅਤੇ ਗੁਰਮੁਖੀ ਦੇ ਨਾਲੋਂ ਤੋੜ ਦਿੱਤਾ ਤਾਂ ਉਹ ਆਪਣੇ ਗੁਰੂ ਨਾਲੋਂ ਟੁੱਟ ਜਾਣਗੇ, ਅਤੇ ਜੇ ਗੁਰੂ ਨਾਲੋਂ ਟੁੱਟ ਗਏ ਤਾਂ ਗੁਲਾਮ ਬਣਾਉਣ ਦੇ ਵਿੱਚ ਕੋਈ ਬਹੁਤੀ ਮੁਸ਼ਕਲ ਨਹੀਂ ਆਵੇਗੀ। ਜੂਨ 1984 ਤੋਂ ਬਾਅਦ ਇਹਨਾਂ ਕਾਰਜਾਂ ਵਿੱਚ ਵੱਡੀ ਮੁਹਿੰਮ ਚਲਾਈ ਗਈ, ਜਿਸ ਦੇ ਨਤੀਜੇ ਅੱਜ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਪੰਜਾਬੀ ਬੋਲਣ ਅਤੇ ਲਿਖਣ ਤੋਂ ਗੁਰੇਜ਼ ਕਰਦੇ ਹਨ।
ਸਕੂਲਾਂ ਦੇ ਵਿੱਚ ਹਿੰਦੀ ਅਤੇ ਅੰਗਰੇਜ਼ੀ ਨੂੰ ਪਹਿਲ ਦਿੱਤੀ ਜਾਂਦੀ ਹੈ। ਪੰਜਾਬੀ ਨੂੰ ਪਿੱਛੇ ਛੱਡਣ ਦੀ ਇੱਕ ਘਟਨਾ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹਾਂ। ਸੋਸ਼ਲ ਮੀਡੀਆ ਤੇ ਟੀਵੀ ਤੋਂ ਪਹਿਲਾਂ ਅਖਬਾਰਾਂ ਵੱਡੇ ਪੱਧਰ ਤੇ ਪੜ੍ਹੀਆਂ ਜਾਂਦੀਆਂ ਸਨ। ਉਹਨਾਂ ਸਮਿਆਂ ਦੇ ਵਿੱਚ ਪੰਜਾਬ ਵਿੱਚ ਨਵੇਂ ਹਿੰਦੀ ਦੇ ਅਖਬਾਰ ਲਗਾਏ ਗਏ ਤੇ ਉਹਨਾਂ ਦੇ ਮੁੱਲ ਪੰਜਾਬੀ ਦੇ ਅਖਬਾਰਾਂ ਨਾਲੋਂ ਕਿਤੇ ਘੱਟ ਸਨ। ਜਦੋਂ ਅਸੀਂ ਪੰਜਾਬੀ ਅਖਬਾਰਾਂ ਦੇ ਮਾਹਰਾਂ ਨੂੰ ਪੁੱਛਿਆ ਕਿ ਪੰਜਾਬੀ ਦੇ ਅਖਬਾਰ ਇੰਨੇ ਮਹਿੰਗੇ ਕਿਉਂ ਹਨ, ਤਾਂ ਉਹਨਾਂ ਨੇ ਦੱਸਿਆ ਕਿ ਜੇ ਉਹ ਹਿੰਦੀ ਦੇ ਮੁੱਲ ਤੇ ਆਪਣੇ ਅਖਬਾਰ ਵੇਚਣਗੇ ਤਾਂ ਉਹਨਾਂ ਦੇ ਅਖਬਾਰ ਜਲਦ ਹੀ ਬੰਦ ਹੋ ਜਾਣਗੇ। ਅਸੀਂ ਆਪ ਇਸ ਗੱਲ ਦੀ ਗਵਾਹੀ ਭਰ ਸਕਦੇ ਹਾਂ ਕਿ ਪੰਜਾਬੀ ਪੜ੍ਹਨ ਵਾਲੇ ਲੋਕ ਪੈਸੇ ਬਚਾਉਣ ਖਾਤਰ ਹਿੰਦੀ ਦੇ ਅਖਬਾਰ ਖਰੀਦਦੇ ਸਨ ਤੇ ਹਿੰਦੀ ਦੇ ਅਖਬਾਰਾਂ ਨੇ ਹੌਲੀ-ਹੌਲੀ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਵੱਡੀ ਮਾਰਕੀਟ ਨੂੰ ਕਵਰ ਕੀਤਾ। ਸਿੱਖ ਚਿੰਤਕਾਂ ਦਾ ਮੰਨਣਾ ਹੈ ਕਿ ਇਹ ਸਾਰਾ ਕੁਝ ਅਚਾਨਕ ਨਹੀਂ ਹੋਇਆ। ਇਹ ਪੰਜਾਬੀ ਨੂੰ ਪਿੱਛੇ ਧੱਕਣ ਦੀ ਕੜੀ ਦਾ ਇੱਕ ਹਿੱਸਾ ਹੈ। ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਰਾਜ 'ਚ ਮਿਲਾਇਆ 1849 'ਚ, ਬਾਕੀ ਥਾਵਾਂ 'ਤੇ ਜਦੋਂ ਉਹਨਾਂ ਨੇ ਬੰਗਾਲ 'ਤੇ ਕਬਜ਼ਾ ਕੀਤਾ, ਮਹਾਰਾਸ਼ਟਰ 'ਤੇ ਕੀਤਾ ਜਾਂ ਹੋਰ ਉੜੀਸਾ, ਜਿੰਨੇ ਵੀ ਆਪਣਾ ਸਟੇਟਸ ਹੈ, ਉੱਥੇ ਉਹਨਾਂ ਦੀ ਇੱਕ ਪਾਲਿਸੀ ਰਹੀ ਕਿ ਹਰ ਜਗ੍ਹਾ ਦੇ ਉੱਤੇ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਹ ਉਹਨਾਂ ਦੀ ਮਦਰ ਟੰਗ 'ਚ ਹੀ ਦਿੱਤੀ ਜਾਵੇ। ਐਵਰੀਵੇਅਰ, ਸਾਰੇ ਹਿੰਦੁਸਤਾਨ 'ਚ ਉਹਨਾਂ ਨੇ ਪਾਲਿਸੀ ਅਡੋਪਟ ਕੀਤੀ ਤੇ ਇੱਕ ਸਰਟਨ ਏਜ ਤੋਂ ਬਾਅਦ, ਕਿਤੇ 6ਵੀਂ ਤੋਂ ਬਾਅਦ, ਕਦੇ 8ਵੀਂ ਤੋਂ ਬਾਅਦ ਫਿਰ ਹੀ ਉਹ ਅੰਗਰੇਜ਼ੀ ਇੰਟਰੋਡਿਊਸ ਕਰਦੇ ਸੀ। ਪਰ ਪੰਜਾਬ 'ਤੇ ਜਦੋਂ ਕਬਜ਼ਾ ਕੀਤਾ ਉੱਥੇ ਇਹਨਾਂ ਨੇ ਇਹ ਰੂਲ ਅਪਲਾਈ ਨਹੀਂ ਕੀਤਾ। ਇੱਥੇ ਉਹਨਾਂ ਨੇ ਕਿਹਾ ਵੀ ਪੰਜਾਬੀ ਬਿਲਕੁਲ ਖਤਮ ਹੋ। ਸੋ ਜਦੋਂ ਉਹਨਾਂ ਨੇ ਹਥਿਆਰ ਜ਼ਬਤ ਕੀਤੇ ਹਰਾਉਣ ਤੋਂ ਬਾਅਦ, ਕਿ ਲੋਕਾਂ ਦੇ ਘਰ ਘਰ ਦੀ ਤਲਾਸ਼ੀ ਲੈ ਕੇ ਜਿਹਦੇ ਕੋਲੇ ਕੋਈ ਟ੍ਰੈਡੀਸ਼ਨਲ ਵੈਪਨ ਪਏ ਨੇ, ਗੰਡਾਸਾ ਹੈ, ਬਰਛਾ ਹੈ, ਟਕੂ ਹੈ, ਕੁਛ ਵੀ ਹੈ, ਵੀ ਉਹ ਵੀ ਕਾਬੂ ਕਰ ਲਓ ਤਾਂ ਕਿ ਇਹਨਾਂ ਨੂੰ ਬਿਲਕੁਲ ਡਿਸਆਰਮ ਕਰੋ ਕੌਮ ਨੂੰ। ਤਾਂ ਉਸ ਵੇਲੇ ਜਿਹੜੇ ਪੰਜਾਬੀ ਦੇ ਕਾਇਦੇ, ਜਿਹਨੂੰ ਅਸੀਂ ਕਹਿੰਦੇ ਆ ਪ੍ਰਾਈਮਰ, ਉਹ ਵੀ ਉਹਨਾਂ ਨੇ ਕਬਜ਼ੇ 'ਚ ਲਏ ਤੇ ਜੁਰਮਾਨਾ ਹੁੰਦਾ ਸੀ ਵੀ ਜੇ ਹਥਿਆਰ ਕਿਸੇ ਦੇ ਘਰੋਂ ਫੜਿਆ ਗਿਆ ਤਾਂ ਉਹਨੂੰ 2 ਆਨੇ ਜੁਰਮਾਨਾ। ਉਸ ਮੌਕੇ ਆਨਿਆਂ 'ਚ ਹੀ ਹੁੰਦਾ ਸੀ, ਬੜੀ ਵੱਡੀ ਚੀਜ਼ ਸੀ। ਪਰ ਜੇ ਪੰਜਾਬੀ ਦਾ ਕਾਇਦਾ ਕਿਸ ਤੋਂ ਫੜਿਆ ਜਾਂਦਾ ਉਹਦਾ 3 ਟਾਈਮਸ ਵੱਧ ਫਾਈਨ ਸੀ, ਮੋਰ ਦੈਨ ਵੈਪਨ। ਹੁਣ ਇੱਥੋਂ ਸਾਨੂੰ ਫਿਰ ਗੱਲ ਸਮਝ ਆਊਗੀ ਕੁੰਡੀ ਵੀ ਪੰਜਾਬੀ ਤੋਂ ਕਿਉਂ ਖਤਰਾ ਉਹਨਾਂ ਨੂੰ ਭਲਾ। ਬੰਗਾਲੀ ਤੋਂ ਨਹੀਂ, ਉੜੀਸਾ ਤੋਂ ਨਹੀਂ, ਤਾਮਿਲ ਤੋਂ ਨਹੀਂ, ਕੰਨੜ ਤੋਂ ਨਹੀਂ, ਹੋਰ ਸਾਰੀਆਂ ਭਾਸ਼ਾਵਾਂ ਚੱਲ ਰਹੀਆਂ ਆਪਦੀਆਂ। ਸੋ ਇੱਥੇ ਉਹਨਾਂ ਨੇ ਇਹ ਕੀਤਾ ਵੀ ਸਾਰੇ ਕਾਇਦੇ ਸਾੜੋ ਇਹਨਾਂ ਦੇ ਤੇ ਤਬਾਹ ਕਰੋ ਇਹਨਾਂ ਦੀ ਜਿਹੜੀ ਸਾਰੀ ਫਾਊਂਡੇਸ਼ਨ ਹੈ, ਸਟਰਕਚਰ। ਉਸ ਤੋਂ ਬਾਅਦ ਜਿਹੜੀ ਐਜੂਕੇਸ਼ਨ ਹੋਊਗੀ ਉਹ ਪੰਜਾਬੀ 'ਚ ਨਾ ਹੋਵੇ, ਉਰਦੂ 'ਚ ਹੋਵੇ। ਆਪਦੀ ਮਦਰ ਟੰਗ 'ਚ ਇਹਨਾਂ ਨੂੰ ਦਿਓ ਹੀ ਨਾ ਐਜੂਕੇਸ਼ਨ। ਉਰਦੂ ਦਾ ਟੀਚਰ ਪੰਜਾਬ 'ਚ ਕੋਈ ਨਹੀਂ ਸੀ ਇੰਨੇ ਹੁੰਦੇ, ਉਹ ਫਿਰ ਉੱਥੋਂ ਲਿਆਂਦੇ ਇਲਾਹਾਬਾਦ ਤੇ ਲਖਨਊ ਤੋਂ। ਸੋ ਇਹ ਇੱਕ ਬਾਕੀ ਸਾਰੇ ਹਿੰਦੁਸਤਾਨ ਨੂੰ ਹਟ ਕੇ ਪਾਲਿਸੀ ਅਡੋਪਟ ਕੀਤੀ। ਜੇ ਸਾਨੂੰ ਇਹਦੀ ਸਮਝ ਆ ਗਈ ਫਿਰ ਸਾਨੂੰ ਉਸ ਤੋਂ ਬਾਅਦ ਸਾਰੀ ਇੰਡੀਅਨ ਸਟੇਟ ਦੀ ਵੀ ਸਮਝ ਆ ਜਾਊਗੀ। ਪੰਜਾਬੀ ਸਿਰਫ ਇੱਕ ਭਾਸ਼ਾ ਨਹੀਂ ਸਿੱਖਾਂ ਵਾਸਤੇ। ਸੋ ਪੰਜਾਬੀ ਤਕੜੀ ਹੋਣ ਦਾ ਮਤਲਬ ਸਿੱਖਾਂ ਦਾ ਤਕੜੇ ਹੋਣਾ ਹੈ, ਪੋਲੀਟੀਕਲ ਅਸਰਸ਼ਨ। ਸੋ ਜੇ ਸਿੱਖਾਂ ਨੂੰ ਕਾਬੂ ਕਰਨਾ ਹੈ ਨਾ, ਉਹਨਾਂ ਨੂੰ ਆਪਦੀ ਮਾਂ ਬੋਲੀ ਨਾਲੋਂ ਤੋੜਨਾ ਬਹੁਤ ਜ਼ਰੂਰੀ ਹੈ। ਬੰਗਾਲੀ ਵਾਸਤੇ ਜ਼ਰੂਰੀ ਨਹੀਂ, ਉਹਦੇ ਵਾਸਤੇ ਜਸਟ ਇੱਕ ਭਾਸ਼ਾ ਮੀਨਸ ਹੈ। ਸਾਡਾ ਇਹਦੇ 'ਚ ਜੋ ਗਿਆਨ ਰਚਿਆ ਪਿਆ ਹੈ, ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਸਾਰੀ, ਸਾਨੂੰ ਤਾਂ ਉੱਥੋਂ ਤਾਕਤ ਮਿਲਦੀ ਹੈ। ਹੁਣ ਜੇ ਉਹ ਤੋਂ ਤੋੜਨਾ ਹੈ ਤੁਸੀਂ, ਤਾਂ ਉਹ 'ਚੋਂ ਇਹ ਸਨੈਪ ਕਰਨੀ ਪੁੱਟਾਈ ਇੱਕ ਪੰਜਾਬੀ ਵਾਲੀ ਵੀ ਇਹ ਤੋੜਨੀ ਉਹਨਾਂ ਨੂੰ ਬਹੁਤ ਜ਼ਰੂਰੀ ਸੀ। ਜਿਵੇਂ ਸਿੱਖਾਂ ਨੂੰ ਤੁਸੀਂ ਹਰਾ ਤਾਂ ਲਿਆ, ਜਾਂ ਇਹਨਾਂ ਨੂੰ ਪਰਮਾਨੈਂਟਲੀ ਜੇ ਸਬਜੂਗੇਟ ਕਰਨਾ ਹੈ ਤਾਂ ਇਹਨਾਂ ਦਾ ਆਹ ਕੰਮ ਕਰਨਾ ਪੈਣਾ ਵੀ ਇਹਨਾਂ ਨੂੰ ਆਪਦੀ ਮਦਰ ਟੰਗ ਨਾਲੋਂ, ਪੰਜਾਬੀ ਨਾਲੋਂ ਤੇ ਗੁਰਮੁਖੀ ਨਾਲੋਂ ਉਹਦੇ ਨਾਲ ਤੋੜ ਦਿਓ। ਇੱਕ ਤਾਂ ਜਿਹੜਾ ਯੂਨੀਵਰਸਿਟੀਆਂ ਵਿੱਚ ਪੰਜਾਬੀ ਭਾਸ਼ਾ ਬਾਰੇ ਜਿਹੜੇ ਖੋਜ ਕਾਰਜ ਸੀ ਉਹ ਸੀਮਿਤ ਕਰ ਦਿੱਤੇ ਗਏ। ਇਹ ਲਗਾਤਾਰ ਇੱਕ ਉੱਪਰੋਂ ਆਈ ਹਦਾਇਤ ਵਜੋਂ ਹੌਲੀ ਯੂਨੀਵਰਸਿਟੀਆਂ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਿਆ, ਕਿਉਂਕਿ ਉਹ ਬਹੁਤ ਥੋੜ੍ਹੇ ਬੰਦਿਆਂ ਨੂੰ ਪਤਾ ਸੀ ਜਿਹੜੇ ਸਾਰੇ ਸਿਸਟਮ ਨੂੰ ਚਲਾ ਰਹੇ ਸੀ। ਉਹਦੇ 'ਚੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ, ਉਹਨੂੰ ਹੋਰ ਰਿਫਾਈਨ ਕਰਨ ਦੇ,
ਉਹਦੇ ਵੱਖ-ਵੱਖ ਬ੍ਰਾਂਚਿਸ ਵਿੱਚ ਖੋਜ ਕਰਨ ਦੇ ਜਿਹੜੇ ਬਹੁਤ ਵੱਡੇ ਕਾਰਜ ਹੋਣੇ ਸੀ, ਜਿਹੜੇ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਵਿੱਚ ਪਟਿਆਲਾ ਵਿੱਚ ਹੋਣੇ ਸੀ, ਉਹਨਾਂ ਦੀ ਫੰਡਿੰਗ ਵਗੈਰਾ ਬੰਦ ਕਰਕੇ ਜਾਂ ਇਸ ਤਰ੍ਹਾਂ ਕਰਕੇ ਉਹ ਬਿਲਕੁਲ ਖਤਮ ਕਰ ਦਿੱਤੇ ਗਏ। ਉਹਦੇ ਨਾਲ ਪੰਜਾਬੀ ਭਾਸ਼ਾ ਦੀ ਜਿਹੜੀ ਹੋਰ ਪ੍ਰਫੁੱਲਤਾ, ਨਵੇਂ ਸ਼ਬਦ ਆਉਣੇ ਸੀਗੇ, ਹੈ ਨਾ, ਨਵੇਂ ਵਾਕ ਬਣਤਰ ਆਉਣੀ ਸੀ, ਨਵੇਂ ਸ਼ਬਦਾਂ ਦੀਆਂ ਡਿਕਸ਼ਨਰੀਜ਼ ਆਉਣੀਆਂ ਸੀਗੀਆਂ। ਫਿਰ ਜਿਹੜੇ ਪੰਜਾਬੀ ਦੇ ਵੱਖਰੇ ਵੱਖਰੇ ਡਾਇਲੈਕਟਸ ਨੇ ਉਹ ਸਾਂਭੇ ਜਾਣੇ ਸੀ। ਜਿੰਨੇ ਪੰਜਾਬੀ ਵਿੱਚ ਖੋਜ ਕਾਰਜ ਲਿਖੇ ਗਏ ਨੇ ਉਹਨਾਂ ਦੀ ਸਾਂਭ ਸੰਭਾਲ ਦਾ, ਜਾਂ ਜਿਹੜੇ ਪੁਰਾਤਨ ਪੰਜਾਬੀ ਦੇ ਅਖਬਾਰ ਜਾਂ ਮੈਗਜ਼ੀਨ ਸੀ ਉਹਨਾਂ ਨੂੰ ਡਿਜੀਟਲਾਈਜ਼ ਕਰਨ ਦਾ ਜਿਹੜੇ ਕਾਰਜ ਸੀਗੇ, ਉਹ ਸਾਰਿਆਂ ਦੀ ਸਾਰੀ ਫੰਡਿੰਗ ਵਗੈਰਾ ਖਤਮ ਕਰ ਦਿੱਤੀ ਗਈ। ਦੂਜਾ, ਮੀਡੀਆ ਰਾਹੀਂ ਇਸ ਤਰ੍ਹਾਂ ਦੇ ਯਤਨ ਕੀਤੇ ਗਏ ਕਿ ਪੰਜਾਬੀ ਦੇ ਜਿਹੜੇ ਅਸਲੀ ਸ਼ਬਦ ਨੇ, ਜਿਹੜੇ ਪਿਓਰ ਬਹੁਤ ਠੇਠ ਤੇ ਮੁਹਾਵਰੇਦਾਰ ਪੰਜਾਬੀ ਸੀ, ਬੋਲੀ ਵਿੱਚ ਬੋਲੀ ਬਣਾ ਦਿੱਤੇ ਗਏ। ਉਹ ਠੇਠ ਮੁਹਾਵਰੇਦਾਰ ਪਿਓਰ ਤੇ ਇੱਕ ਤਰ੍ਹਾਂ ਨਾਲ ਜਿਹੜੀ ਸ਼ੁੱਧ ਪੰਜਾਬੀ ਸੀ ਉਹਨੂੰ ਰਲਗੱਟ ਕਰ ਦਿੱਤਾ ਗਿਆ। ਉਹਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ, ਸੰਸਕ੍ਰਿਤ ਦੇ, ਹਿੰਦੀ ਦੇ, ਅੰਗਰੇਜ਼ੀ ਦੇ, ਜਾਂ ਈਵਨ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾ ਉਹ ਜਿਹੜੇ ਸ਼ਬਦ ਸੀ ਉਹ ਮਿਲਾ ਦਿੱਤੇ ਗਏ। ਤਾਂ ਇਹ ਲੰਬਾ ਪ੍ਰੋਜੈਕਟ ਹੈਗਾ ਵੀ ਸ਼ਬਦ ਮਿਲਾਉਂਦੇ ਚੱਲੋ 100 ਸਾਲਾਂ ਬਾਅਦ ਜਿਹੜੇ ਬੱਚੇ ਨੇ ਉਹ ਉਸ ਸਥਿਤੀ ਵਿੱਚ ਆ ਜਾਣਗੇ ਜਿਹੜੀ ਮੈਂ ਤੁਰਕੀ ਦੇ ਵਿਦਵਾਨ ਦੇ ਬੰਦੇ ਦੀ ਗੱਲ ਕੀਤੀ ਹੈ ਵੀ ਉਹ ਆਪਣੀ ਭਾਸ਼ਾ ਨੂੰ ਸ਼ੁੱਧ ਤੌਰ ਤੇ ਬੋਲਣ ਵਾਲਾ ਇਕੱਲਾ ਹੀ ਵਿਅਕਤੀ ਰਹਿ ਗਿਆ ਸੀ। ਉਹਦੇ ਬੱਚੇ ਵੀ ਉਹਦੇ ਸ਼ਬਦਾਂ ਨੂੰ ਸਮਝਣ ਤੋਂ ਅਸਮਰੱਥ ਹੋ ਗਏ ਸੀ। ਸੋ ਇਹ ਲੰਬੇ ਪ੍ਰੋਜੈਕਟਾਂ 'ਚੋਂ ਹੁੰਦਾ। ਸੋ ਇਸ ਤਰ੍ਹਾਂ ਉਹਨਾਂ ਨੇ ਯਤਨ ਕਰਿਆ ਵੀ ਬੋਲੀ ਨੂੰ ਹਰ ਤਰ੍ਹਾਂ ਨਾਲ ਉਹਦੇ ਵਿੱਚ ਚੰਗਾ ਸਾਹਿਤ ਨਾ ਰਚਿਆ ਜਾਵੇ। ਹੁਣ ਪੰਜਾਬੀ ਵਿੱਚ ਤੁਸੀਂ ਦੇਖੋ ਵੀ ਜਿਹੜੀ ਕਵਿਤਾ ਆ ਰਹੀ ਆ, ਕਵਿਤਾ ਦਾ ਕੋਈ ਮਿਆਰ ਹੀ ਨਹੀਂ ਹੈਗਾ ਪੰਜਾਬੀ ਵਿੱਚ। ਜਿਹੜੇ ਨਾਵਲ ਛਪ ਰਹੇ ਨੇ ਬਹੁਤ ਥੋੜ੍ਹੇ ਨਾਵਲ ਨੇ, 5 ਜਾਂ 7% ਨੇ ਜਿਨ੍ਹਾਂ ਵਿੱਚ ਕੋਈ ਗੱਲ ਹੈਗੀ ਆ, ਜਿਨ੍ਹਾਂ ਤੇ ਮਾਣ ਕੀਤਾ ਜਾ ਸਕਦਾ। ਬਾਕੀ ਸਾਰਾ ਵੀ 500 1000 ਕਿਤਾਬ ਛਪਦੀ ਆ, ਉਹ ਬੰਦਾ ਆਪ ਹੀ ਜਿੱਦਾਂ ਵੰਡ ਕੇ ਲੋਕਾਂ ਨੂੰ, ਤੇ ਕੋਈ ਇਸ ਤਰ੍ਹਾਂ ਦੀ ਮੰਡੀ ਨਹੀਂ ਬਣੀ ਪੰਜਾਬੀ ਸਾਹਿਤ ਦੀ, ਨਾ ਬਣਨ ਦਿੱਤੀ ਗਈ ਹੈ ਵੀ ਉਸ ਤਰ੍ਹਾਂ ਦੀਆਂ ਐਨਰਿਚ ਕਿਤਾਬਾਂ ਆਉਣ ਹੀ ਨਾ, ਲੋਕ ਖਰੀਦਣ ਹੀ ਨਾ, ਉਹਨਾਂ ਦੀ ਜਿਹੜੀ ਸੋਚਣਾ, ਉਹਨਾਂ ਦੀ ਚੇਤਨਾ ਦਾ ਪੱਧਰ ਵਿਸ਼ਾਲ ਹੋਵੇ ਹੀ ਨਾ। ਸੋ ਇਹ ਬਹੁਤ ਵੱਡੇ ਪ੍ਰੋਜੈਕਟ ਨੇ। ਤੇ ਬਾਕੀ ਹਿੰਦੀ ਦੇ ਸ਼ਬਦ ਵਿੱਚ ਬਾੜਨ ਦਾ, ਖੋਜ ਕਾਰਜ ਖਤਮ ਕਰਨ ਦਾ, ਵਿਦਵਾਨਾਂ ਦੀਆਂ ਜਿਹੜੀਆਂ ਅਹੁਦੇ ਤੇ ਜਿਹੜੀਆਂ ਉਹ ਸੀਗੀਆਂ ਵੀ ਸੀਟਾਂ ਸੀਗੀਆਂ ਉਹ ਖਤਮ ਕਰਨ ਦਾ। ਸੋ ਇਸ ਤਰ੍ਹਾਂ ਲਗਾਤਾਰ ਉਹਨਾਂ ਨੂੰ ਡਿਸਕਰੇਜ ਕੀਤਾ ਗਿਆ, ਉਹਨਾਂ ਤੇ ਰਾਹ ਵਿੱਚ ਅੜਿੱਕੇ ਪਾਏ ਗਏ ਤਾਂ ਕਿ ਹੌਲੀ ਬੋਲੀ ਦਾ ਜਿਹੜਾ ਗਲਾ ਉਹ ਘੁੱਟਿਆ ਜਾ ਸਕੇ। ਜਿੱਥੇ ਪੂਰੇ ਭਾਰਤ ਦੇ ਵਿੱਚ ਬੋਲੀ ਦੇ ਆਧਾਰ ਤੇ ਸੂਬੇ ਬਣਾਏ ਗਏ, ਉੱਥੇ ਪੰਜਾਬ ਨੂੰ ਸੂਬਾ ਬਣਾਉਣ ਦੇ ਲਈ ਭਾਰਤੀ ਹੁਕਮਰਾਨ ਬਿਲਕੁਲ ਤਿਆਰ ਨਹੀਂ ਸਨ। ਸਿੱਖਾਂ ਨੂੰ ਪੰਜਾਬੀ ਸੂਬੇ ਦੇ ਲਈ ਵੀ ਮੋਰਚੇ ਲਗਾਉਣੇ ਪਏ, ਜੇਲ੍ਹਾਂ ਭਰਨੀਆਂ ਪਈਆਂ, ਸ਼ਹਾਦਤਾਂ ਦੇਣੀਆਂ ਪਈਆਂ। ਇੰਨਾ ਕੁਝ ਕਰਨ ਤੇ ਬਾਅਦ ਪੰਜਾਬੀ ਸੂਬਾ ਤੇ ਬਣ ਗਿਆ, ਪਰ ਜਾਣ ਬੁੱਝ ਕੇ ਕੁਝ ਪੰਜਾਬੀ ਬੋਲਦੇ ਇਲਾਕੇ ਇੱਥੋਂ ਬਾਹਰ ਰੱਖੇ ਗਏ, ਪੰਜਾਬ ਦੇ ਟੋਟੇ ਕਰ ਦਿੱਤੇ ਗਏ। ਹਰਿਆਣਾ ਅਤੇ ਹਿਮਾਚਲ, ਜਿਸ ਦੀ ਕੋਈ ਮੰਗ ਵੀ ਨਹੀਂ ਸੀ, ਉਹਨਾਂ ਨੂੰ ਵੀ ਵੱਖ-ਵੱਖ ਸੂਬੇ ਬਣਾ ਦਿੱਤਾ ਗਿਆ। ਕਦੇ ਸ਼ੇਰੇ ਪੰਜਾਬ ਦੇ ਸਮੇਂ ਜਿਹੜੇ ਪੰਜਾਬ ਰਾਜ ਦੀਆਂ ਹੱਦਾਂ ਚੀਨ ਅਤੇ ਤਿੱਬਤ ਤੱਕ ਲੱਗਦੀਆਂ ਸੀ, ਅੱਜ ਇੱਕ ਛੋਟੇ ਜਿਹੇ ਹਿੱਸੇ ਵਿੱਚ ਸੀਮਿਤ ਹੋ ਕੇ ਰਹਿ ਗਿਆ। ਬਿਲਕੁਲ। ਹੁਣ ਤੁਸੀਂ ਦੇਖੋ ਵੀ ਜੋ ਬਾਕੀ ਸਾਰੀਆਂ ਸਟੇਟਸ ਬਣ ਰਹੀਆਂ, 1 ਸਿਟੀਜ਼ ਐਗਰੀਡ ਨਾ, ਜਦੋਂ ਇਹ ਪਾਸ ਹੋ ਗਿਆ, ਡਿਸਾਈਡ ਹੋ ਗਿਆ ਕਿ ਜਿਹੜੀਆਂ ਹੁਣ ਸਟੇਟਸ ਰੀਆਰਗਨਾਈਜ਼ ਹੋਣ ਔਨ ਦੀ ਬੇਸਿਸ ਆਫ ਲੈਂਗੁਏਜ, ਬਾਕੀ ਹੋ ਗਈਆਂ। ਚਲੋ ਕੁਛ ਆਂਧਰਾ ਚੜੇ, ਇਹ ਕੁਛ ਹੱਦ ਤੱਕ ਉਹ ਪਤਾ ਨਹੀਂ ਉਹਦੀ ਕੀ ਪੋਲੀਟਿਕਸ ਸੀਗੀ, ਪਰ ਆਂਧਰਾ 'ਚ ਵੀ ਮੰਨ ਲਿਆ ਸੀ। 1959 'ਚ ਸ਼ਾਇਦ ਬਣ ਗਿਆ ਸੀ ਆਂਧਰਾ। ਤੇ ਇੱਥੇ ਮਤਲਬ ਪੰਜਾਬੀ 'ਚ ਨਹੀਂ ਮੰਨ ਰਹੇ ਸੀ। ਕਿੰਨੇ ਲੰਮਾ ਚਿਰ ਤੱਕ, ਕਿੱਥੇ 66 ਜਾ ਕੇ, ਉਹ ਵੀ ਇੱਕ ਬਿਲਕੁਲ ਹੀ ਸਪੈਸ਼ਲ ਸਰਕਮਸਟਾਂਸ ਦੇ ਹੇਠ ਵੀ 65 'ਚ ਪਾਕਿਸਤਾਨ ਨਾਲ ਜੰਗ ਲੱਗਦੀ ਹੈ। ਉਦੋਂ ਫਿਰ ਸਿੱਖਾਂ ਨੂੰ ਕੁਛ ਕੰਸੈਸ਼ਨ ਦੇਣੇ ਪੈਂਦੇ ਨੇ। ਉਹ ਜੰਗ 'ਚ ਜਿਵੇਂ ਸਿੱਖਾਂ ਨੇ ਰੋਲ ਨਿਭਾਇਆ, ਇਕੱਲੇ ਆਰਮਡ ਫੋਰਸਿਸ ਨੇ ਨਹੀਂ, ਆਮ ਜਨਤਾ ਨੇ, ਬਹੁਤ ਵੱਡਾ ਸੰਕਟ ਸੀ ਉਹ 65 ਵਾਲੀ ਜੰਗ ਇਹਨਾਂ ਵਾਸਤੇ। ਬਹੁਤ ਕੁਛ ਇਹਨਾਂ ਤਬਾਹ ਹੋ ਜਾਣਾ ਸੀ ਉਦੋਂ। ਸੋ ਉਹ ਇੱਕ ਮਾਹੌਲ ਬਣਿਆ, ਸਾਈਕੋਲੋਜੀਕਲ ਕਹਿ ਲਓ। ਤੇ ਇੱਕ ਇਹ ਹੈ ਕਿ ਲਾਲ ਬਹਾਦਰ ਸ਼ਾਸਤਰੀ ਆਇਆ, ਜਿਹੜਾ ਇਹ ਕਹਿ ਲਓ ਕਿ ਜਿਹਦੇ ਵਿੱਚ ਕੁਛ ਵਿਅਕਤੀਗਤ ਗੁਣ ਸੀ, ਕਹਿ ਲਈਏ ਵਿਅਕਤੀਗਤ ਗੁਣ, ਇੱਕ ਸ਼ਾਇਦ ਉਹਨੇ ਤਕੜੇ ਤਸੱਵ ਨਾ ਹੋਣ, ਇੱਕ ਸੈਂਸ ਆਫ ਜਸਟਿਸ ਕਿਤੇ ਉਹ ਵੀ ਪ੍ਰਭਾਵ 'ਚ ਆ ਗਿਆ ਹੋਵੇ ਵੀ ਸਿੱਖਾਂ ਨੇ ਬੜਾ ਕੁਛ ਕੀਤਾ ਤੇ ਚਲੋ ਬਣਾ ਦਿਓ ਕੀ। ਚਲੋ ਉਹ ਮਰ ਗਿਆ।
ਉਸ ਤੋਂ ਬਾਅਦ ਇੰਦਰਾ ਗਾਂਧੀ ਆ ਗਈ। ਇੰਦਰਾ ਗਾਂਧੀ ਨੇ ਅਜੇ ਆਪਦੇ ਆਪ ਨੂੰ ਪਰਪੈਚੁਏਟ ਨਹੀਂ ਸੀ ਕੀਤਾ, ਅਜੇ ਇਹਦੀ ਡਾਵਾਂਡੋਲ ਸੀ ਸਥਿਤੀ। ਬੜੀ ਚੈਲੰਜ ਹੋਈ ਇਹ ਸਿੰਡੀਕੇਟ ਜਿਹਨੂੰ ਕਹਿੰਦੇ ਸੀ ਨਾ ਪੁਰਾਣੇ ਕਾਂਗਰਸੀ, ਮਰਾਰਜੀ ਦੇਸਾਈ ਤੇ ਹੋਰ ਬੜੇ ਸਟਾਲਵਾਰਟਸ, ਉਹ ਇਹਨੂੰ ਐਕਸੈਪਟ ਨਹੀਂ ਸੀ ਕਰ ਰਹੇ। ਸੋ ਇੱਕ ਸ਼ੇਕੀ ਜਿਹਾ ਪੀਰੀਅਡ ਹੈ ਉਹ ਅਜੇ, ਕਿ ਪੁਰਾਣੀ ਲੀਡਰਸ਼ਿਪ ਚਲੀ ਗਈ ਕਾਂਗਰਸ ਦੀ, ਨਵੀਂ ਅਜੇ ਐਸਟੈਬਲਿਸ਼ ਨਹੀਂ ਹੋਈ, ਉਹ ਡਾਮਾਡੋਲ ਜਿਹੀ ਸਥਿਤੀ ਹੈ। ਉਹਦੇ 'ਚ ਹੋਏ ਫੈਸਲਾ ਕਰਤਾ ਉਹਨਾਂ ਨੇ ਵੀ ਚਲੋ ਕਮੇਟੀ ਬਣਾ ਦਿਓ, ਪਾਰਲੀਮੈਂਟ ਦੀ ਕਮੇਟੀ ਬਣਾ ਦਿਓ, ਉਹ ਜਿਵੇਂ ਫੈਸਲਾ ਕਰੂ ਠੀਕ ਹੈ। ਉਹਦੇ 'ਚ ਕੁਦਰਤੀ ਫਾਰਚੂਨੇਟਲੀ ਕਹਿ ਲਓ ਕਿ ਜਿਹੜਾ ਹੁਕਮ ਸਿੰਘ ਸਪੀਕਰ ਹੈ ਉਹਨੂੰ ਚੇਅਰਮੈਨ ਬਣਾਤਾ। ਚਲ ਉਹਨਾਂ ਨੇ ਉਹ ਫੈਸਲਾ ਕਰਤਾ ਹੀ ਪੰਜਾਬੀ ਸੂਬਾ ਬਣਨਾ ਚਾਹੀਦਾ। ਜਦੋਂ ਉਹ ਫੈਸਲਾ ਕੀਤਾ ਹੁਕਮ ਸਿੰਘ ਨੇ, ਉਹ ਫੈਸਲੇ ਨੂੰ ਰੋਕਣ ਵਾਸਤੇ ਪਹਿਲਾਂ ਵੀ ਇਹ ਫੈਸਲਾ ਨਾ ਹੋਵੇ, ਉਹ ਤਾਂ ਹੁਣ ਡਿਟੇਲ ਪਈ ਹੈ, ਬਹੁਤ ਐਫਰਟਸ ਕੀਤੀਆਂ। ਫਿਰ ਇੰਦਰਾ ਗਾਂਧੀ ਨੇ ਬਿਲਕੁਲ ਸਿੱਧਾ ਕਿਹਾ ਵੀ ਜੇ ਮੈਨੂੰ ਪਤਾ ਹੁੰਦਾ ਵੀ ਹੁਕਮ ਸਿੰਘ ਇਸ ਤਰ੍ਹਾਂ ਕਰੂ, ਬਿਸਤਾ ਇਹਨੂੰ ਆਪਦਾ ਬਹੁਤ ਹੀ ਵਫਾਦਾਰ ਸਮਝਦੇ ਸੀ, ਫੇਥਫੁਲ, ਵੀ ਜਿਵੇਂ ਅਸੀਂ ਕਹਾਂਗੇ ਉਵੇਂ ਕਰੂ। ਪਰ ਜਿਹੜਾ ਕੰਮ ਕਦੇ ਹੋਣਾ, ਵਾਹਿਗੁਰੂ ਦੀ ਇੱਕ ਕਲਾ ਹੀ ਹੁੰਦੀ ਹੈ ਜੀ, ਜਿਹੜਾ ਕੰਮ ਹੋਣਾ ਹੋਵੇ ਉਹ ਕਿਸੇ ਟਾਊਟ ਤੋਂ ਵੀ ਕਰਵਾ ਸਕਦਾ ਹੈ ਕਿਸੇ ਖਾਸ ਸਿਚੁਏਸ਼ਨ 'ਚ। ਸੋ ਉਹ ਹੁਕਮ ਸਿੰਘ ਦਾ ਉਹਨੇ ਫੈਸਲਾ ਕਰਤਾ। ਸੋ ਇਹ ਬਾਈ ਡਿਫਾਲਟ ਬਣ ਗਿਆ, ਪੰਜਾਬੀ ਸੂਬਾ ਚਾਹੁੰਦੇ ਨਹੀਂ ਸੀ। ਫਿਰ ਉਹ ਉਹਨਾਂ ਨੇ ਸਭ ਕੁਝ ਕੀਤਾ ਜੋ ਉਹਦੇ ਵਿੱਚ ਵਿਘਨ ਪਾਇਆ ਜਾ ਸਕਦਾ ਸੀ। ਸਿੱਖ ਵਿਦਵਾਨਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਹਿੰਦੂ ਵਰਗ ਨੇ ਪੰਜਾਬ ਦੀ ਮਿੱਟੀ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ। 1961 ਵਿੱਚ ਹੋਈ ਮਰਦਮਸ਼ੁਮਾਰੀ ਵਿੱਚ ਹਿੰਦੂ ਵੀਰ ਜੋ ਕਿ ਵੱਡੇ ਪੱਧਰ ਤੇ ਪੰਜਾਬੀ ਬੋਲਦੇ ਸਨ, ਉਹਨਾਂ ਵੱਲੋਂ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ ਗਈ, ਜਿਸ ਦਾ ਖੁਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ। ਜਿਹੜਾ ਪੰਜਾਬ ਦਾ ਹਿੰਦੂ ਵਰਗ ਆ, ਉਦੋਂ ਆਰੀਆ ਸਮਾਜੀ ਲੌਬੀ ਪੰਜਾਬ ਦੇ ਵਿੱਚ ਬਹੁਤ ਤਾਕਤਵਰ ਸੀ। ਜਿਹੜਾ ਮਹਾਸ਼ਾਹ ਜੀ ਨੂੰ ਕਹਿੰਦੇ ਪ੍ਰੈਸ, ਸੋ ਉਹਨਾਂ ਦੇ ਪੇਪਰ ਬਹੁਤ ਪਾਵਰਫੁਲ ਸੀਗੇ। ਅਤੇ ਉਹਨਾਂ ਨੇ ਆ ਜਿਹੜਾ ਬਾਅਦ 'ਚ ਪੰਜਾਬ ਕੇਸਰੀ ਤਾਂ ਹੁਣ ਨਿਕਲਿਆ, ਹਿੰਦ ਸਮਾਚਾਰ ਹੁੰਦਾ ਸੀ ਐਕਚੁਅਲੀ ਉਰਦੂ ਦੇ ਵਿੱਚ, ਇੱਕ ਮਿਲਾਪ ਹੁੰਦਾ ਸੀ ਅਤੇ ਉਹ ਜਸ਼ ਕੱਢਦਾ ਸੀ ਉਹਨੂੰ, ਅਤੇ ਇਹਨੂੰ ਇਹ ਕੱਢਦਾ ਸੀਗਾ ਲਾਲਾ ਜਗਤ ਨਾਰਾਇਣ। ਹਾਂਜੀ, ਅਤੇ ਇੱਕ ਮਹਾਸ਼ਾ ਕ੍ਰਿਸ਼ਨ ਹੁੰਦਾ। ਮੈਂ ਇਹ ਬੜੇ ਇਹ ਜਿਹੜੇ ਜਿਹਨੂੰ ਜਰਨਲਿਸਟ ਕਹਿ ਲਈਏ ਨਾ, ਇਹਨਾਂ ਨੇ ਇੱਕ ਕੰਪੇਨ ਚਲਾਈ ਬਹੁਤ ਲੰਬਾ ਚਿਰ, ਅਤੇ ਉਹਦੇ ਵਿੱਚ ਇਹ ਸੀ ਕਿ ਆਪਦੀ ਜਿਹੜੀ ਮਦਰ ਟੰਗ ਹੈ, ਮਾਂ ਬੋਲੀ, ਮਰਦਮਸ਼ੁਮਾਰੀ ਦੇ ਵਿੱਚ ਪੰਜਾਬੀ ਨਹੀਂ ਲਿਖਾਉਣੀ, ਹਿੰਦੀ ਲਿਖਾਉਣੀ ਹੈ। ਮੈਨੂੰ ਆਪ ਪਤਾ ਹੈ ਜੀ, ਮੈਂ 1961 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ, ਮੈਂ ਸਕੂਲ 'ਚ ਪੜ੍ਹਦਾ ਸੀ, 7ਵੀਂ ਸੀਗਾ, ਅਤੇ ਸਾਡੇ ਟੀਚਰਾਂ ਦੀ ਡਿਊਟੀ ਲੱਗੀ ਸੀ ਨਾ ਵੀ ਜਾ ਕੇ ਘਰ ਘਰ ਜਾ ਕੇ ਉਹ ਸਾਨੂੰ ਨਾਲ ਲੈ ਲੈਂਦੇ ਸੀਗੇ। ਅਤੇ ਅਸੀਂ ਇਸ ਤਰ੍ਹਾਂ ਘਰ ਘਰ ਜਾ ਕੇ ਉਹ ਕਰ ਰਹੇ ਹਾਂ। ਅਤੇ ਇੱਕ ਦੁਕਾਨ ਸੀ ਸਾਡੇ ਪਿੰਡ ਦੇ ਵਿੱਚ, ਉਹ ਦੁਕਾਨ 'ਤੇ ਗਏ, ਸੋਮਨਾਥ ਉਹਦਾ ਨਾਂ ਸੀਗਾ ਦੁਕਾਨਦਾਰ ਦਾ, ਅਤੇ ਉਹਨੂੰ ਕਹਿੰਦੇ ਵੀ ਮਾਂ ਬੋਲੀ, ਕਹਿੰਦਾ ਹਿੰਦੀ। ਅਤੇ ਸਾਡੇ ਇੱਕ ਟੀਚਰ ਸੀਗੀ ਨਾਲ, ਸਾਡੇ ਪਿੰਡ ਦੀ ਸੀਗੀ, ਉਹ ਭੂਆ ਜੀ ਕਹਿੰਦੇ ਸੀ। ਉਹ ਕਹਿੰਦੀ ਸੋਮਿਆ ਕੋਈ ਸ਼ਰਮ ਕਰ ਵੀ ਤੂੰ ਪੰਜਾਬੀ ਬੋਲਦਾ ਹੈ। ਉਹ ਕਹਿੰਦਾ ਤੈਨੂੰ ਮੇਰੇ ਕੰਮ 'ਚ ਦਾਖਲ ਦੇਣ ਦੀ ਕੋਈ ਲੋੜ ਨਹੀਂ। ਮਤਲਬ ਉੱਪਰੋਂ ਹਦਾਇਤਾਂ ਸੀ। ਸੋ ਜਿਹੜੇ ਬੰਦੇ ਆਰੀਆ ਸਮਾਜ ਦੇ ਇਨਫਲੂਐਂਸੇਟ ਸੀ, ਉਹਨਾਂ ਸਾਰਿਆਂ ਨੇ ਹਿੰਦੀ ਲਿਖਾਈ ਸੀ। ਸੋ ਦੇ ਟਰਾਈਡ ਦੇਅਰ ਬੈਸਟ। ਪਰ ਉਸੇ ਸਮੇਂ RSS ਨੇ, ਜਿਹੜਾ ਉਹਨਾਂ ਦਾ ਚੀਫ ਉਸ ਮੌਕੇ ਸੀ ਗੋਲਵਾਲਕਰ, ਉਹ ਪੰਜਾਬ ਭੇਜਿਆ ਵੀ ਇਸ ਗੱਲ ਤੋਂ ਰੋਕੋ ਹਿੰਦੂਆਂ ਨੂੰ, ਵੀ ਉਹ ਪੰਜਾਬੀ ਨੂੰ ਡਿਸਓਨ ਨਾ ਕਰਨ, ਤਾਂ ਇਹਦੇ ਸਿੱਟੇ ਚੰਗੇ ਨਹੀਂ ਨਿਕਲਣਗੇ। ਉਹਨਾਂ ਦੀ ਲੰਬੀ ਸੋਚ ਸੀ, ਉਹਨੂੰ ਇਹ ਸੀ ਰੱਖ ਲੈਣ ਦਿਓ, ਕੋਈ ਗੱਲ ਨਹੀਂ, ਪੰਜਾਬੀ ਦਾ ਕੀ ਹੈ ਐਡਾ, ਹੌਲੀ ਹੌਲੀ ਮਾਰਾਂਗੇ। ਕਿਉਂਕਿ ਉਦੋਂ ਮੋਮੈਂਟਮ ਬਣਿਆ ਪੰਜਾਬੀ ਸੂਬੇ ਦੇ ਮੂਵਮੈਂਟ ਦਾ ਇੱਕ, ਵੀ ਕਿਹੜਾ ਇਹ ਮੋਮੈਂਟਮ ਤੋੜ ਦਿਓ, ਕਿਹੜਾ ਟਿਕਾਓ ਇਹਨਾਂ ਨੂੰ, ਫਿਰ ਦੇਖਾਂਗੇ, ਹੌਲੀ ਹੌਲੀ ਹੈਂਡਲ ਕਰ ਲਾਂਗੇ। ਸੋ ਇਹ ਤਾਂ ਇੱਕ ਹੁੰਦਾ ਨਾ ਸਟ੍ਰੈਟਜੀ। ਸਿੱਖਾਂ ਦਾ ਆਪਣੇ ਨਿਆਰੇ ਸਰੂਪ ਦੇ ਨਾਲ ਲਗਾਵ ਮੁੱਢ ਤੋਂ ਹੀ ਹੈ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਵੋ, ਸਿੱਖਾਂ ਨੇ ਆਪਣੇ ਨਿਆਰੇ ਸਰੂਪ ਨੂੰ ਨਹੀਂ ਛੱਡਿਆ, ਭਾਵੇਂ ਉਹਨਾਂ ਨੂੰ ਲੱਖ ਮੁਸੀਬਤਾਂ ਦਾ ਸਾਹਮਣਾ ਹੀ ਕਿਉਂ ਨਾ ਕਰਨਾ ਪਿਆ ਹੋਵੇ। ਸਿੱਖ ਹਮੇਸ਼ਾ ਹੀ ਆਪਣੀ ਵੱਖਰੀ ਪਛਾਣ ਦੀ ਗੱਲ ਕਰਦੇ ਆਏ ਹਨ। ਜੂਨ 1984 ਤੋਂ ਬਾਅਦ ਸਿੱਖ ਵਿਰੋਧੀ ਤਾਕਤਾਂ ਵੱਲੋਂ ਸਿੱਖ ਕਕਾਰਾਂ ਦੇ ਪ੍ਰਤੀ ਨਫ਼ਰਤ ਆਮ ਦੇਖਣ ਨੂੰ ਮਿਲੀ। ਉਹਨਾਂ ਵੱਲੋਂ ਬਾਰ-ਬਾਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਕਾਰਾਂ ਦੇ ਬਿਨਾਂ ਵੀ ਸਿੱਖ ਪੂਰਾ ਹੀ ਹੈ।
ਇਸ ਦੇ ਸਬੂਤ ਸਾਨੂੰ ਉਹਨਾਂ ਦੀਆਂ ਲਿਖਤਾਂ ਤੋਂ ਮਿਲ ਜਾਂਦੇ ਹਨ। ਨਾਮਵਰ ਬੰਗਾਲੀ ਵਿਦਵਾਨ ਸੁਮਾਤਾ ਬੈਨਰਜੀ ਨੇ ਕਮਿਊਨਿਸਟਾਂ ਨੂੰ ਝਾੜ ਪਾਉਂਦਿਆਂ ਹੋਇਆਂ ਕਿਹਾ ਕਿ ਇਹਨਾਂ ਨੇ ਸਿੱਖਾਂ ਅੰਦਰ ਸੁਧਾਰ ਲਿਆਉਣ ਲਈ ਕੋਈ ਯਤਨ ਨਹੀਂ ਕੀਤਾ। ਬਾਹਰੀ ਧਾਰਮਿਕ ਚਿੰਨ੍ਹ ਜਿਨ੍ਹਾਂ ਦੀ ਹੁਣ ਕੋਈ ਉਪਯੋਗਤਾ ਨਹੀਂ ਹੈ ਨੂੰ ਲੋੜ ਨਾਲੋਂ ਵੱਧ ਬੇਹਿਸਾਬੀ ਪਵਿੱਤਰਤਾ ਅਖਤਿਆਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਜੰਗ ਦੌਰਾਨ ਜਦੋਂ ਸਿੱਖ ਧਰਮ ਇੱਕ ਜੁਝਾਰੂ ਤਾਕਤ ਬਣਿਆ, ਉਦੋਂ ਤਾਂ ਇਹਨਾਂ ਚਿੰਨ੍ਹਾਂ ਦੇ ਸੰਸਕਾਰਾਂ ਦੀ ਅਹਿਮੀਅਤ ਸਮਝ ਆਉਂਦੀ ਹੈ, ਪਰ ਇਹਨਾਂ ਨੂੰ ਜਾਰੀ ਰੱਖਣ ਦੀ ਕੀ ਤੁਕ ਬਣਦੀ ਹੈ। ਇੱਥੇ ਹੀ ਬਸ ਨਹੀਂ, ਸ਼ਹੀਦ ਭਗਤ ਸਿੰਘ ਨੂੰ ਵੀ ਇਸ ਲਈ ਵਰਤਿਆ ਗਿਆ ਤੇ ਕਿਹਾ ਗਿਆ ਕਿ ਇਸ ਪ੍ਰਸੰਗ ਅੰਦਰ ਸ਼ਹੀਦ ਭਗਤ ਸਿੰਘ ਦਾ ਵਿਦਵਤਾ ਭਰਪੂਰ ਲੇਖ ਮੈਂ ਨਾਸਤਿਕ ਕਿਉਂ ਹਾਂ ਉਸ ਸਮੇਂ ਨਾਲੋਂ ਅੱਜ ਦੇ ਸਮੇਂ ਜ਼ਿਆਦਾ ਟੁਕਦਾ ਹੈ। ਕੇਵਲ ਵਰਮਾ ਨਾਮ ਦੇ ਲਿਖਾਰੀ ਨੇ ਵੀ ਭਗਤ ਸਿੰਘ ਦਾ ਨਾਮ ਲੈ ਕੇ ਸਿੱਖਾਂ ਨੂੰ ਪਤਿਤ ਪੁਣੇ ਲਈ ਉਕਸਾਇਆ ਤੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਦਾੜੀ ਸਫਾ ਚੱਟ ਕਰ ਦਿੱਤੀ ਸੀ, ਪਰ ਫਿਰ ਵੀ ਉਹ ਹਿੰਦੂਆਂ ਅਤੇ ਸਿੱਖਾਂ ਦੇ ਬਰਾਬਰ ਦੇ ਸ਼ਹੀਦ ਆਜ਼ਮ ਹਨ। ਹੁਣ ਤੁਸੀਂ ਆਪ ਹੀ ਦੇਖੋ ਕਿ ਕਿਵੇਂ ਇਹ ਲੋਕ ਆਪਣਾ ਮਕਸਦ ਹੱਲ ਕਰਨ ਲਈ ਸ਼ਹੀਦਾਂ ਨੂੰ ਵੀ ਨਹੀਂ ਛੱਡਦੇ। ਸਾਨੂੰ ਪਤਾ ਹੈ ਕਿ ਆਪਣੇ ਆਖਰੀ ਸਮਿਆਂ ਵਿੱਚ ਭਗਤ ਸਿੰਘ ਸਿੱਖੀ ਸਰੂਪ ਦੇ ਵਿੱਚ ਆ ਗਏ ਸਨ ਔਰ ਭਾਈ ਰਣਧੀਰ ਸਿੰਘ ਹੁਣਾਂ ਦੇ ਨਾਲ ਹੋਈਆਂ ਮੁਲਾਕਾਤਾਂ ਦਾ ਉਹਨਾਂ ਉੱਪਰ ਇੰਨਾ ਪ੍ਰਭਾਵ ਪਿਆ ਸੀ ਕਿ ਉਹਨਾਂ ਨੇ ਅੰਮ੍ਰਿਤ ਛਕਣ ਦੀ ਇੱਛਾ ਵੀ ਜ਼ਾਹਰ ਕੀਤੀ ਸੀ, ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦੀ ਸ਼ਹਾਦਤ ਹੋ ਗਈ। ਉਹਨਾਂ ਨੂੰ ਇਹ ਲੱਗਦਾ ਸੀ ਵੀ ਜਿਹੜੀ ਅਸਿਮੀਲੇਸ਼ਨ ਹੈ ਨਾ, ਜਿਹੜਾ ਅਸੀਂ ਇਹਨੂੰ ਜਜ਼ਬ ਕਰਨਾ ਚਾਹੁੰਦੇ ਆ, ਉਸ ਮੌਕੇ ਉਹਦੇ ਵਿੱਚ ਜਿਹੜਾ ਅੜਿੱਕਾ ਬਣ ਰਿਹਾ ਸੀ ਉਹ ਸੈਕਸ਼ਨ ਸੀ ਜਿਹੜਾ ਸਿੱਖੀ ਸਰੂਪ ਵਾਲਾ ਸੀ। ਅੱਜ ਵਾਲੀ ਸਿਚੁਏਸ਼ਨ ਨਹੀਂ, ਅੱਜ ਤਾਂ ਸਰੂਪ ਵਾਲੇ ਤੇ ਦੂਜੇ ਦਾ ਕੋਈ ਫਰਕ ਨਹੀਂ। ਉਦੋਂ ਇਹ ਗੱਲ ਨਹੀਂ ਸੀ। ਜਿਹੜੇ ਸਿੱਖੀ ਸਰੂਪ ਵਾਲੇ ਬੰਦੇ ਸੀ ਨਾ, ਉਹ ਐਵੇਂ ਸਰੂਪ ਨਹੀਂ ਸੀ, ਅੰਦਰੋਂ ਜਜ਼ਬਾ ਸੀ ਕੋਈ। ਸੋ ਇਸ ਕਰਕੇ ਉਹ ਸਰੂਪ ਉਹਨਾਂ ਨੂੰ ਬਹੁਤ ਔਖਾ ਲੱਗਦਾ ਸੀਗਾ ਵੀ ਇਹ ਸੈਕਸ਼ਨ ਹੈ ਜਿਹਨੂੰ ਕੱਟੜ ਕਹਿੰਦੇ ਸੀ, ਤੇ ਇਸ ਕਰਕੇ ਉਹਨਾਂ ਦੀ ਉਹ ਕਕਾਰਾਂ ਪ੍ਰਤੀ ਵੀ ਨਫ਼ਰਤ ਮਨਾਂ ਦੇ ਵਿੱਚ ਉਹ ਬਣ ਗਈ, ਕਿਉਂਕਿ ਵੀ ਇਹ ਕਕਾਰ ਜਿਹੜੇ ਨੇ ਅੜਿੱਕਾ ਬਣ ਰਹੇ ਨੇ ਅਸਿਮੀਲੇਸ਼ਨ ਦੇ ਰਾਹ 'ਚ। ਹੁਣ ਤਾਂ ਖੈਰ ਉਹਨਾਂ ਨੇ ਇਹ ਜਿਹੜੀ ਪ੍ਰੋਬਲਮ ਹੈ ਹੱਲ ਕਰ ਲਈ ਹੈ ਕਿ ਕਕਾਰ ਵੀ ਕੋਈ ਅੜਿੱਕਾ ਨਹੀਂ ਬਣਦੇ। ਜਦੋਂ ਬੰਦਾ ਅੰਦਰੋਂ ਤੋੜ ਲਿਆ ਤੁਸੀਂ ਨਾ, ਕਰਪਟ ਹੋ ਗਿਆ, ਉਦੋਂ ਨਹੀਂ ਸੀ। ਅੱਜ ਸਾਨੂੰ ਇਹ ਸ਼ਾਇਦ ਗੱਲ ਪੂਰੀ ਸਮਝ ਨਾ ਆਵੇ, ਉਦੋਂ ਇਸ ਤਰ੍ਹਾਂ ਨਹੀਂ ਸੀ। ਉਦੋਂ ਬੰਦਿਆਂ ਦਾ ਆਪਦੀ ਕਕਾਰਾਂ ਨਾਲ ਕੋਈ ਐਵੇਂ ਰਸਮੀ ਸੰਬੰਧ ਨਹੀਂ ਸੀ। ਉਹ ਇੱਕ ਜਜ਼ਬੇ ਦੀ ਰੂਪਮਾਨੀ ਤਰਜਮਾਨੀ ਕਰਦੇ ਸੀਗੇ ਕਕਾਰ। ਸੋ ਐਕਚੁਅਲੀ ਤਾਂ ਉਹਨੂੰ ਗੱਲ ਸਿੱਖ ਅਸਰਸ਼ਨ 'ਤੇ ਸੀ। ਸੋ ਮੁੱਢ ਤੋਂ ਜਿਹੜੀ ਇਹਨਾਂ ਦੀ ਫਿਰ ਇਹ ਸੀਗੀ ਇੱਕ ਪਾਲਿਸੀ ਅਸਿਮੀਲੇਸ਼ਨ ਦੀ। ਜਿਹੜੀ ਗੱਲ ਉਹਦੇ ਰਾਹ 'ਚ ਉਹਨਾਂ ਨੂੰ ਲੱਗਾ ਕਿ ਆਹ ਅੜਿੱਕਾ ਬਣਦੀ ਹੈ, ਉਹੀ ਇਹਨਾਂ ਦੀ ਨਫ਼ਰਤ ਦਾ ਨਿਸ਼ਾਨਾ ਬਣ ਜਾਂਦੀ ਸੀ। ਹਾਂਜੀ, ਫਿਰ ਜਦੋਂ ਸਿਧਾਂਤਕ ਘੇਰਾਬੰਦੀ ਵਿੱਚ ਜਿਹੜੀ ਸਾਈਕੋਲੋਜੀਕਲ ਵਾਰਫੇਅਰ ਹੈ ਨਾ, ਇੱਕ ਮਾਨਸਿਕ ਜੰਗ ਹੈਗੀ ਆ, ਉਹਦੇ ਵਿੱਚੋਂ ਫਿਰ ਉਹ ਹਰ ਹਰਬਾ ਵਰਤਦੇ ਆ। ਉਹਨਾਂ ਲਈ ਕੋਈ ਧਰਮ, ਕੋਈ ਭਾਸ਼ਾ, ਕੁਝ ਵੀ ਆ ਜਾਵੇ ਜਿਹੜਾ ਆਪਣੇ ਵਿਰੋਧੀ ਨੂੰ ਖਤਮ ਕਰਨ ਲਈ ਜਿਹੜੀ ਵੀ ਚਾਲ ਚੱਲੀ ਜਾ ਸਕਦੀ ਆ, ਉਹਦੇ 'ਚੋਂ ਫਿਰ ਉਹਨਾਂ ਨੇ ਸਿੱਖੀ ਦੇ ਸਰੂਪ ਨੂੰ, ਤੁਸੀਂ ਕਿਹਾ ਵੀ ਸਿੱਖ ਸਰੂਪ ਵਾਲੀਆਂ ਫੋਟੋਆਂ ਨੂੰ ਅੱਗੇ ਨਾ ਪ੍ਰਮੋਟ ਕੀਤਾ ਜਾਵੇ, ਜਾਂ ਸਿੱਖ ਕਕਾਰਾਂ ਨੂੰ ਨਾ ਪ੍ਰਮੋਟ ਕੀਤਾ ਜਾਵੇ, ਸਿੱਖ ਦਸਤਾਰ ਨੂੰ ਨਾ ਪ੍ਰਮੋਟ ਕੀਤਾ ਜਾਵੇ, ਗੁਰਬਾਣੀ ਨੂੰ ਨਾ ਪ੍ਰਮੋਟ ਕੀਤਾ ਜਾਵੇ। ਸੋ ਭਗਤ ਸਿੰਘ ਨੂੰ ਵੀ ਉਹਨਾਂ ਨੇ ਉਸ ਚੱਕਰ 'ਚ ਉਹਨਾਂ ਨੇ ਵਰਤਿਆ। ਉਹਦੀ ਜਿਹੜੀ ਟੋਪੀ ਵਾਲੀ ਫੋਟੋ ਸੀ ਉਹ ਪ੍ਰਮੋਟ ਕਰਕੇ ਜਿਹੜੀ ਦਸਤਾਰ ਵਾਲੀ ਫੋਟੋ ਆ ਉਹ ਪਿੱਛੇ ਹਟਾਈ। ਅਸੀਂ ਆਮ ਹੀ ਸੁਣ ਕੇ ਆਏ ਹਾਂ ਕਿ ਸਿੱਖਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ 90% ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਪਰ ਜਦ ਸਿੱਖਾਂ ਨੂੰ ਸਿਧਾਂਤਕ ਤੌਰ ਤੇ ਨੀਵਾਂ ਦਿਖਾਉਣਾ ਹੁੰਦਾ ਹੈ ਤਾਂ ਉਹਨਾਂ ਨੂੰ 1857 ਈਸਵੀ ਦੇ ਗਦਰ ਤੇ ਗੱਦਾਰ ਕਹਿ ਕੇ ਵੀ ਪ੍ਰਚਾਰਿਆ ਜਾਂਦਾ ਹੈ। ਉੱਗੇ ਆਰਿਆ ਸਮਾਜੀ ਤੇ ਰਾਜਸੀ ਆਗੂ ਚੌਧਰੀ ਚਰਨ ਸਿੰਘ ਨੇ 1857 ਈਸਵੀ ਦੇ ਗਦਰ ਤੇ ਵਿੱਚ ਸਿੱਖਾਂ ਦੇ ਰੋਲ ਨੂੰ ਲੈ ਕੇ ਲੋਕ ਸਭਾ ਅੰਦਰ ਸਿੱਖ ਕੌਮ ਦੇ ਖਿਲਾਫ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਤੇ ਚਿੱਕੜ ਉਛਾਲਿਆ। ਸਿੱਖ ਵਿਦਵਾਨਾਂ ਨੇ ਇਸ ਘਟਨਾ ਦਾ ਸਖਤ ਨੋਟਿਸ ਲੈਂਦੇ ਹੋਏ ਬਾਦਲੀਲ ਇਸ ਦਾ ਠੋਕਵਾਂ ਜਵਾਬ ਵੀ ਦਿੱਤਾ। ਇੰਡੀਅਨ ਨੈਸ਼ਨਲਿਜ਼ਮ ਦੇ ਨੁਕਤਾ ਨਜ਼ਰ ਤੋਂ ਜਦੋਂ ਹਿਸਟਰੀ ਦੇਖਣੀ ਹੈ ਨਾ, ਇਹ ਗੱਲਾਂ ਉਦੋਂ ਆਈਆਂ। 1857 ਵੇਲੇ ਤਾਂ ਇਹ ਗੱਲ ਬੜੀ ਸਾਫ਼ ਸੀ ਕਿ 9 ਸਾਲ ਪਹਿਲਾਂ ਤੁਸੀਂ ਅੰਗਰੇਜ਼ਾਂ ਨਾਲ ਰਲ ਕੇ ਪੰਜਾਬ ਸਿੱਖਾਂ ਦੇ ਹੱਥੋਂ ਖੋਹ ਰਹੇ ਹੋ। ਜਿਹੜੇ ਪੂਰਬੀਏ ਮੈਂ ਕਿਹਾ ਫੌਜਾਂ ਸੀ ਜਿਹੜੀਆਂ ਹਿੰਦੁਸਤਾਨੀ ਆਰਮੀ ਦੀਆਂ, ਉਹ ਅੰਗਰੇਜ਼ਾਂ ਦੇ ਨਾਲ ਸੀ ਉਦੋਂ, ਤੇ ਸਿੱਖ ਕਿਵੇਂ ਭੁੱਲ ਜਾਂਦੇ ਉਹਨਾਂ ਨੂੰ ਇੱਕਦਮ। ਸੋ ਸਿੱਖਾਂ ਦਾ
उस गदर 'ਚ हिस्सा ਲੈਣਾ ਜਿਹੜਾ ਸਾਨੂੰ ਅੱਜ ਲੱਗਦਾ ਵੀ ਜ਼ਰੂਰੀ ਸੀ, ਉਦੋਂ ਨਹੀਂ ਸੀ ਸਿੱਖਾਂ ਨੂੰ ਇਹ ਲੱਗਦਾ, ਜਾਂ ਕਿਸੇ ਨੂੰ ਵੀ, ਵਿਰੋਧੀ ਨੂੰ। ਦੂਜੀ ਗੱਲ, ਉਹਦਾ ਨਿਸ਼ਾਨਾ ਕੀ ਸੀ ਭਲਾ ਉਹ ਗਦਰ ਦਾ, ਕਿ ਮੁਗਲ ਬਾਦਸ਼ਾਹ ਨੂੰ ਮੁੜ ਕੇ ਗੱਦੀ ਬਿਠਾਉਣਾ ਹੈ, ਬਹਾਦਰ ਸ਼ਾਹ ਨੂੰ। ਇਹੀ ਸੀ, ਹੋਰ ਤਾਂ ਉਦੋਂ ਕੁਛ ਨਹੀਂ ਸੀਗਾ। ਕਿ ਉਹ ਤਾਂ ਹੀ ਉਹਦੇ ਸਿਰ ਵੱਡੇ ਉਹਦੇ ਜਵਾਕਾਂ ਦੇ ਮੁਸਲਮਾਨ, ਉਹਨਾਂ ਨੇ, ਅੰਗਰੇਜ਼ਾਂ ਨੇ। ਸੋ ਹੁਣ ਸਿੱਖ ਜਿਹੜੇ ਇੰਨਾ ਲੰਮਾ ਸਮਾਂ ਜ਼ੁਲਮ ਭੋਗ ਚੁੱਕੇ ਹੋਣ ਮੁਗਲ ਰਾਜ ਹੇਠ, ਉਹਨਾਂ ਦੀ ਕੀ ਇਸ ਜੋ ਓਬਲੀਗੇਸ਼ਨ ਬਣਦਾ ਭਲਾ ਵੀ ਉਹ ਹਿੰਦੂ ਟੁਕੜੀਆਂ ਦਾ ਸਾਥ ਦੇਣ ਉਹਦੇ ਵਿੱਚ। ਸੋ ਉਦੋਂ ਇਹ ਗੱਲ ਏਡੀ ਓਪਰੀ ਨਹੀਂ ਸੀ ਵੀ ਸਿੱਖਾਂ ਨੇ ਇਹ ਕਿਉਂ ਕੀਤਾ। ਪਰ ਜਦੋਂ ਇਹਨਾਂ ਨੇ ਇਤਿਹਾਸ ਫਿਰ ਨੈਸ਼ਨਲਿਜ਼ਮ ਦੇ ਪਰਸਪੈਕਟਿਵ ਤੋਂ ਲਿਖਣਾ ਸ਼ੁਰੂ ਕੀਤਾ, ਫਿਰ ਉਹ ਗਦਾਰੀ ਬਣ ਗਈ। ਉਦੋਂ ਸਿੱਖਾਂ ਦੀ ਚੋਇਸ ਸੀ, ਮੁੜ ਕੇ ਉਹ ਸਿੱਖਾਂ ਦੀ ਚੋਇਸ ਨਹੀਂ, ਉਹ ਗਦਾਰੀ ਹੈ। ਸੋ ਸਿੱਖ ਅਪੋਲੋਜੈਟਿਕ ਹੋ ਗਏ, ਕਿਉਂਕਿ ਦਬਾਅ ਹੇਠ ਆਉਂਦਾ ਬੰਦਾ, ਨੈਸ਼ਨਲਿਜ਼ਮ ਦੀ ਪਾਵਰ ਇੰਨੀ ਹੁੰਦੀ ਹੈ, ਉਹ ਬੰਦੇ ਦਬਾਅ ਹੇਠ ਆ ਗਏ। ਸੋ ਸਿੱਖਾਂ ਇਹ ਮਤਲਬ ਕਈ ਸਿੱਖ ਵਿਦਵਾਨ ਹੀ ਫਿਰ ਅਪੋਲੋਜੈਟਿਕ ਹੋ ਗਏ ਵੀ ਨਹੀਂ, ਇਹ ਗੱਲ ਗਲਤ ਹੈ, ਅਸੀਂ ਉੱਥੇ ਐਂ ਕੀਤਾ, ਉੱਥੇ ਐਂ ਕੀਤਾ, ਜਿਵੇਂ ਸਫਾਈਆਂ ਦੇਣ 'ਤੇ ਆ ਗਏ। ਸੋ ਇਹ ਇਸ ਤਰ੍ਹਾਂ ਮਤਲਬ 1857 ਦੇ ਗਦਰ ਨੂੰ ਉਹਨਾਂ ਨੇ ਉਸ ਤਰ੍ਹਾਂ ਕੀਤਾ। ਤੁਹਾਡਾ ਇੱਕ ਆਪਦਾ ਇੰਡੀਪੈਂਡੈਂਟ ਨਜ਼ਰੀਆ ਚਾਹੀਦਾ ਇਤਿਹਾਸ ਬਾਰੇ, ਵੀ ਜਿੰਨਾ ਐਨਕਾਂ ਰਾਹੀਂ ਤੁਸੀਂ ਦੇਖ ਰਹੇ ਹੋ ਇਤਿਹਾਸ ਨੂੰ, ਸਾਡੀ ਦ੍ਰਿਸ਼ਟੀ ਹੋਰ ਹੈ, ਤੁਹਾਡੀ ਹੋਰ ਹੈ। ਸਾਡੀ ਦ੍ਰਿਸ਼ਟੀ ਤੋਂ ਦੇਖਿਆ ਤੁਸੀਂ ਬਹੁਤ ਵੱਡੇ ਗੁਨਾਹਗਾਰ ਹੋ ਜਿਨ੍ਹਾਂ ਨੇ ਸਾਡਾ ਰਾਜ ਖਤਮ ਕੀਤਾ, ਤੇ ਅਸੀਂ ਤੁਹਾਡੇ ਨਾਲ ਉਦੋਂ ਰਲਦੇ, ਇਹਦਾ ਕੋਈ ਦੁੱਖ ਬਣਦੀ ਸੀ। ਸੋ ਇਸ ਕਰਕੇ ਇਹ ਹੁਣ, ਕਿਉਂਕਿ ਹਿਸਟਰੀ ਉਹਨਾਂ ਨੇ ਲਿਖੀ, ਤਾਕਤ ਉਹਨਾਂ ਦੇ ਹੱਥ 'ਚ ਆ ਗਈ ਪੋਲੀਟੀਕਲ, ਇਸ ਕਰਕੇ ਸਿੱਖਾਂ ਨੂੰ ਉਹਨਾਂ ਨੇ ਇਸ ਗੱਲ 'ਚ ਦਬਾਅ ਹੇਠ ਲੈ ਲਿਆ। ਇਹ ਜਿਹੜਾ 1857 ਦਾ ਗਦਰ ਜਿਹਦੀ ਇਹ ਗੱਲ ਕਰਦੇ ਆ, ਇਹਦੇ ਨਾਲ ਭਾਰਤ ਦੀ ਆਜ਼ਾਦੀ ਦਾ ਕੋਈ ਲੈਣ ਦੇਣ ਹੀ ਹੈ ਨਹੀਂ। ਮੈਂ ਸਭ ਤੋਂ ਪਹਿਲਾਂ ਇੱਕ ਨਹਿਰੂ ਦੀ ਕਿਤਾਬ ਦਾ ਹਵਾਲਾ ਦਊਂਗਾ। ਪਹਿਲਾਂ ਤਾਂ ਗੱਲ ਇਹ, ਸਿੱਖਾਂ ਦੇ ਬਾਅਦ ਆਉਣੇ ਵੀ ਸਿੱਖਾਂ ਦੇ ਗੁੱਸਾ ਕਰਦੇ ਆ। 1857 ਦਾ ਗਦਰ ਭਾਰਤ ਦੀ ਆਜ਼ਾਦੀ ਨਾਲ ਉਹਦਾ ਕੋਈ ਲੈਣ ਦੇਣ ਹੀ ਹੈ ਨਹੀਂ। ਔਰ ਇਹਨੂੰ ਪੰਡਿਤ ਜਵਾਹਰ ਲਾਲ ਨਹਿਰੂ, ਜਿਹੜਾ ਆਪਣੀ ਪੁਸਤਕ ਡਿਸਕਵਰੀ ਆਫ ਇੰਡੀਆ 'ਚ ਲਿਖਦਾ, ਜਵਾਹਰ ਲਾਲ ਨਹਿਰੂ, ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ, ਉਹ ਕਹਿੰਦਾ 1857 ਉਹਨਾਂ ਰਾਜਿਆਂ ਦਾ ਗਦਰ ਸੀ ਜਿਨ੍ਹਾਂ ਦੇ ਇਲਾਕੇ ਜਾਂ ਹੋਰ ਸਹੂਲਤਾਂ ਅੰਗਰੇਜ਼ਾਂ ਨੇ ਖੋਲ੍ਹੀਆਂ ਸੀ। ਉਹਨਾਂ ਨੇ ਗਦਰ ਜਿਹੜਾ ਕੀਤਾ, ਗਦਰ ਨੂੰ ਭਾਰਤ ਦੀ ਪਹਿਲੇ ਜੰਗੇ ਆਜ਼ਾਦੀ ਕਹਿਣ ਪਿੱਛੇ ਕਿਸੇ ਦਾ ਕੋਈ ਮਨੋਰਥ ਹੋ ਸਕਦਾ, ਪਰ ਇਹ ਜੰਗੇ ਆਜ਼ਾਦੀ ਨਹੀਂ ਸੀ। ਹੁਣ ਆਪਾਂ ਚੱਲਦੇ ਹਾਂ ਵੀ ਜਿਹੜੇ ਸਿੱਖਾਂ ਦੀ ਗੱਲ ਕਰਦੇ ਆ, ਵੀ ਸਿੱਖਾਂ ਨੇ ਇਹਨਾਂ ਦੀ ਮਦਦ ਕਿਉਂ ਨਹੀਂ ਕੀਤੀ। ਇਹ ਕੀ ਹੁੰਦਾ? ਪਹਿਲੀ ਤਾਂ ਗੱਲ ਦੂਜੇ ਬੰਨੇ ਲਓ ਵੀ ਇਹਨੂੰ, ਇਹ ਗਦਰ ਨੂੰ ਆਜ਼ਾਦੀ ਕਿੱਦਾਂ ਕਹਿਣਗੇ। ਹੁਣ ਇਹ ਜਿਹੜੇ ਪੂਰਬੀ ਲੋਕ ਜਿਨ੍ਹਾਂ ਨੇ ਗਦਰ ਕੀਤਾ, ਆਪਾਂ ਉੱਥੇ ਮਗਰੋਂ ਆਉਣੇ ਆ, ਉਹ ਆਏ ਤਾਂ ਉਹਨਾਂ ਦੀ ਪਲੈਨਿੰਗ ਸੀ ਵੀ ਅਸੀਂ ਦਿੱਲੀ ਦੇ ਤਖਤ 'ਤੇ ਆਪਣੇ ਆਲਮ ਸ਼ਾਹ ਨੂੰ ਭਾਲਣਾ। ਤੁਹਾਡੀ ਗੱਲ ਪਕੜ 'ਚ ਆਉਂਦੀ ਹੈ ਨਾ। ਆਜ਼ਾਦੀ ਤਾਂ ਹੁੰਦੀ ਵੀ ਜੇ ਆਲਮ ਸ਼ਾਹ ਨੂੰ ਵੀ ਪਾਸੇ ਕਰਨਾ ਤਾਂ ਗੋਰਿਆਂ ਨੂੰ ਵੀ ਪਾਸੇ ਕਰਨਾ, ਫਿਰ ਤਾਂ ਮੰਨਦੇ ਭਾਰਤ ਦੀ ਆਜ਼ਾਦੀ ਹੈ। ਅਤੇ ਜੇ ਉਹਨਾਂ ਦੀ ਪਲੈਨਿੰਗ ਇਹ ਹੈ ਵੀ ਅਸੀਂ ਆਲਮ ਸ਼ਾਹ ਨੂੰ ਗੱਦੀ 'ਤੇ ਪਾਉਣਾ, ਜਿਹੜਾ ਕਿ ਗੋਰਿਆਂ ਦੀ ਨਿਗਰਾਨੀ 'ਚ ਸੀ, ਉਹਨੂੰ ਪਾਉਣਾ, ਤਾਂ ਫਿਰ ਭਾਰਤ ਦੀ ਆਜ਼ਾਦੀ ਕਿੱਦਾਂ ਹੋਊਗੀ? ਮੈਨੂੰ ਕੋਈ ਸਮਝਾ ਲਵੇ। ਜਿਹੜੇ ਗਦਰੀ, ਜਿਹੜੇ ਕਹਿੰਦੇ ਆ ਗਦਰੀ ਜਾਂ ਆਪਣੇ ਇਹਨਾਂ ਨੇ ਗਦਰ ਕੀਤਾ, ਇਹ ਤਾਂ ਗੱਲ ਇੱਥੋਂ ਸ਼ੁਰੂ ਹੋਈ ਸੀ ਵੀ ਉਹਨਾਂ ਨੇ ਕਿਹਾ ਜੀ ਆ ਜਿਹੜੇ ਤੁਹਾਡੇ ਕਾਰਤੂਸ ਹੈ, ਇਹਨਾਂ ਨੂੰ ਤੁਸੀਂ ਗਊਆਂ ਦੀ ਚਰਬੀ ਲਾਉਂਦੇ ਆ ਅਤੇ ਸਾਨੂੰ ਮੂੰਹ ਨਾ ਖੁੱਲ੍ਹਣੇ ਪੈਂਦੇ ਆ। ਥੋੜ੍ਹੇ ਜਿਹੇ ਬੰਦਿਆਂ ਨੇ ਬਗਾਵਤ ਕੀਤੀ। ਦੂਜਾ, ਇਹਨਾਂ ਦੇ ਨਾਲ ਰਲੇ ਉਹ ਲੋਕ, ਕਿਉਂਕਿ ਗੋਰਿਆਂ ਦਾ ਇਹ ਸਿਸਟਮ ਸੀ ਕਿ ਜਿਸ ਬੰਦੇ ਦੀ ਕੋਈ ਔਲਾਦ ਨਾ ਹੋਵੇ ਅਤੇ ਉਹਦੀ ਸਾਰੀ ਜਾਇਦਾਦ ਜਿਹੜੀ ਉਹ ਸਰਕਾਰ ਦੀ ਹੋਊਗੀ। ਉਹਦੇ ਦੋ ਕੁ ਬੰਦੇ ਰਲੇ, ਇੱਕ ਝਾਂਸੀ ਦੀ ਰਾਣੀ ਹੈ, ਉਹਦੀ ਆਪਣੀ ਔਲਾਦ ਹੈ ਨਹੀਂ ਸੀ, ਅਤੇ ਉਹ ਵੀ ਇਹਨਾਂ ਦੇ ਨਾਲ ਰਲ ਗਈ ਇਸ ਕਰਕੇ ਵੀ ਜਿਹੜੀ ਆਪਣਾ ਇਹ ਜਿਹੜੀ ਜਾਇਦਾਦ ਹੈ ਮੇਰੀ ਹੋਣੀ ਚਾਹੀਦੀ ਹੈ। ਉਹਦਾ ਬਹੁਤ ਥੋੜ੍ਹਾ ਜਿਹਾ ਵੀ ਉਹ ਬਾਅਦ 'ਚ ਇਹਨਾਂ ਦੇ ਗੋਰਿਆਂ ਦੀ ਉਹ ਇੱਕ ਝੜਪ ਵੀ ਨਹੀਂ ਚੱਲ ਸਕੀ, ਅਤੇ ਉੱਥੇ ਮਾਰ ਵੱਡੀ ਸਾਰੀ, ਕੋਈ ਜੰਗ ਜੁੰਗ ਨਹੀਂ ਹੋਈ। ਉਹ ਮਾਰੀ ਜ਼ਰੂਰ ਗਈ ਗੋਰਿਆਂ ਦੇ ਹੱਥੋਂ, ਕਿਉਂਕਿ ਉਹ ਕਹਿੰਦੀ ਸੀ ਮੈਂ ਵਿਦਰੋਹੀਆਂ ਦਾ ਸਾਥ ਦੇਣਾ। ਉਹ ਲਫ਼ਜ਼ ਜਿਹੜੇ ਉੱਥੇ ਵਿਦਰੋਹੀ ਵਰਤੇ ਜਾਂਦੇ ਆ। ਇਹ ਗੱਲ ਸਿੱਧ ਹੋ ਗਈ ਵੀ ਜੇ ਉਹ ਵਿਦਰੋਹੀਆਂ ਦਾ ਮਨਸ਼ਾ
ਉੱਥੇ ਦਿੱਲੀ ਦੇ ਤਖਤ ਤੇ ਆਲਮ ਸ਼ਾਹ ਨੂੰ ਪਾਉਣਾ ਸੀ, ਤੇ ਫਿਰ ਭਾਰਤ ਦੀ ਆਜ਼ਾਦੀ ਕਿੱਦਾਂ ਹੋ ਗਈ। ਦੂਜੀ ਹੁਣ ਰਹਿ ਗਈ ਵੀ ਸਿੱਖਾਂ ਨੇ ਇਹ ਪੂਰਬੀਆਂ ਦੀ ਮਦਦ ਕਿਉਂ ਨਹੀਂ ਕੀਤੀ, ਸਿੱਖਾਂ ਨੇ ਇਹਨਾਂ ਦੀ ਮਦਦ ਕਿਉਂ ਨਹੀਂ ਕੀਤੀ। ਪਹਿਲੀ ਤਾਂ ਗੱਲ ਇਹ, ਭਾਰਤ ਦੀ ਆਜ਼ਾਦੀ ਦੀ ਲੜਾਈ ਹੈ ਨਹੀਂ। ਗੋਰਿਆਂ ਨੇ ਸਿੱਖਾਂ ਨੂੰ ਹਰਾਉਣ ਲਈ ਸਾਰੀਆਂ ਫੌਜਾਂ ਜਦੋਂ ਲਿਆਂਦੀਆਂ, ਇਹਨਾਂ 'ਚ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਸਿੱਖਾਂ ਦਾ, ਚਲੋ ਲੜਾਈ ਜਿੱਤ ਹਾਰ ਤਾਂ ਵੱਖਰੀ ਗੱਲ ਆ, ਇਹ ਜਿੰਨੇ ਪੂਰਬੀ ਸੀਗੇ ਇਹਨਾਂ ਨੇ ਬਕਾਇਦਾ ਸਿੱਖਾਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ, ਔਰ ਜੋ ਇਹਨਾਂ ਕੋ ਹੋਇਆ ਸਿੱਖਾਂ ਦੇ ਖਿਲਾਫ ਪੂਰਬੀਆਂ ਨੇ ਕੀਤਾ, ਜਦ ਕਿ ਸਿੱਖ ਸੈਨਾ ਨੇ ਹਿੰਦੂਆਂ ਵਿਰੁੱਧ ਲੜਨ ਤੋਂ ਇਨਕਾਰ ਕਰਦਾ ਸੀ। ਹੁਣ ਉਹਨਾਂ ਪੂਰਬੀਆਂ ਦੀ ਮਦਦ, ਜਿਨ੍ਹਾਂ ਦੀ ਮਦਦ ਦੇ ਨਾਲ ਸਿੱਖ ਰਾਜ ਗਿਆ ਹੋਵੇ, ਜਿਨ੍ਹਾਂ ਨੇ ਪੰਜਾਬ 'ਚ ਜਾ ਕੇ ਪੂਰਬੀਆਂ ਨੇ ਗੋਰਿਆਂ ਦੀ ਮਦਦ ਦੇ ਨਾਲ ਉੱਥੇ ਪੰਜਾਬ 'ਚ ਇੰਨਾ ਕੁਛ ਕੀਤਾ ਹੋਵੇ, ਉਹ ਸਿੱਖ ਇਹਨਾਂ ਪੂਰਬੀਆਂ ਦੀ ਮਦਦ ਕਿਉਂ ਕਰਦੇ? ਇਹਦੀ ਕੋਈ ਵਜ੍ਹਾ ਸਾਨੂੰ ਦੱਸ ਲਓ। ਸਿੱਖਾਂ ਨੇ ਇਸ ਕਰਕੇ ਇਹਨਾਂ ਦੀ ਵਜ੍ਹਾ ਨਹੀਂ ਕੀਤੀ। ਦੂਜਾ, ਇਹਨਾਂ ਦਾ ਨਿਸ਼ਾਨਾ ਦੇਸ਼ ਦੀ ਆਜ਼ਾਦੀ ਨਹੀਂ ਸੀ। ਤੀਸਰਾ, ਜੇ ਸਿੱਖ ਇੰਨੇ ਗਦਾਰ ਇਹ ਗਿਣਦੇ ਆ ਤੇ 1900 ਜਿਹੜਾ ਸਹੀ ਦੇਸ਼ ਦੀ ਆਜ਼ਾਦੀ ਹੈ, ਇਹਦੇ ਲਈ 93% ਫਿਰ ਸਿੱਖਾਂ ਨੂੰ ਕੁਰਬਾਨੀਆਂ ਦੇਣ ਦੀ ਕੀ ਲੋੜ ਸੀ? ਜੇ ਸਿੱਖਾਂ ਨੇ ਮੁਲਕ ਨਾਲ ਗਦਾਰੀ ਕਰਨੀ ਸੀ, ਇਹੀ ਕਹਿੰਦੇ ਨਾ ਕਿ 1857 ਜੇ ਸਿੱਖਾਂ ਨੇ ਮੁਲਕ ਨਾਲ ਗਦਾਰੀ ਕੀਤੀ, ਤੇ ਜੇ ਸਿੱਖਾਂ ਨੇ ਮੁਲਕ ਨਾਲ ਗਦਾਰੀ ਕਰਨੀ ਸੀ ਤੇ ਫਿਰ ਇਹਨਾਂ ਨੂੰ 93% ਕੁਰਬਾਨੀਆਂ ਦੇ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਕੀ ਲੋੜ ਪਈ ਸੀ? ਇਹ ਸਾਰਾ ਜਿਹੜਾ ਇਹ ਵੀ ਇਤਿਹਾਸ ਬਦਲਿਆ ਜਾ ਰਿਹਾ ਵੀ ਸਿੱਖਾਂ ਤੇ ਗਦਾਰੀ ਦਾ ਲੇਬਲ ਲਾ ਦਿਓ, ਹਰ ਢੰਗ ਦੇ ਨਾਲ ਸਿੱਖਾਂ ਨੂੰ ਨੀਵੇਂ ਦਿਖਾਉਣ ਦੀ ਕੋਸ਼ਿਸ਼ ਕਰੋ। ਹੁਣ ਇਹ ਕੋਈ ਜਿਹੜਾ ਸਾਡੇ ਸਾਹਮਣੇ ਆ, ਇੱਥੇ ਵੀ ਇੱਕ ਨਾਸਤਿਕ ਕਿਸਮ ਦਾ ਲਿਖਾਰੀ ਹੈਗਾ, ਉਹਨੇ ਵੀ ਇੱਕ ਵਾਰੀ ਆਰਟੀਕਲ ਲਿਖਿਆ ਸੀ ਬੜਾ ਘੁਮਾ ਘਮੂ ਕੇ, ਬਈ ਇਹਨਾਂ ਲੋਕਾਂ ਦਾ ਕਰਕੇ ਅਸੀਂ ਇੰਨਾ ਚਿਰ ਗੁਲਾਮ ਰਹੇ ਨੇ, ਤੇ ਅਸੀਂ 1857 ਜੀ ਯਾਦ ਹੋਣਾ ਸੀ। ਉਹਨੂੰ ਮੈਂ ਜਵਾਬ ਵੀ ਦਿੱਤਾ ਸੀ। ਹੁਣ ਜਿਹੜੇ ਨਾਸਤਿਕ ਬੰਦੇ ਆ, ਹੁਣ ਨਾਸਤਿਕ ਬੰਦੇ ਨੂੰ ਗੁਰਬਾਣੀ ਨੇ ਮੂਰਖ ਮੰਨਿਆ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਹੋ। ਹੁਣ ਇਹ ਜਿਹੜੇ ਮੂਰਖ ਵਿਦਵਾਨ ਆ, ਇਹ ਸਿੱਖਾਂ ਦੇ ਵਿਰੋਧ ਕਿਤਾਬਾਂ ਲਿਖਦੇ। ਗੁਰਬਾਣੀ ਨੇ ਨਾਸਤਿਕ ਨੂੰ ਮੂਰਖ ਮੰਨਿਆ, ਮੈਂ ਆਪਣੇ ਕੋਲੋਂ ਨਹੀਂ ਕਹਿੰਦਾ। ਇਹਨਾਂ ਦਾ ਹੁਣ ਸਾਰਾ ਹੀ ਜ਼ੋਰ ਜਿਹੜਾ ਲੱਗਾ ਹੋਇਆ ਸਿੱਖੀ ਨੂੰ। ਇੱਥੇ ਗੱਲ ਸਿੱਖ ਤੇ ਹਿੰਦੂ ਦੀ ਨਹੀਂ ਹੈ, ਸਿੱਖ ਤੇ ਹਿੰਦੂ ਦੀ ਗੱਲ ਨਹੀਂ ਹੈ। ਹਿੰਦੂ ਤਾਂ ਬਹੁਤ ਸਾਰੇ ਸਿੱਖਾਂ ਨਾਲ ਪਿਆਰ ਕਰਦੇ, ਸਿੱਖ ਹਿੰਦੂਆਂ ਨਾਲ ਪਿਆਰ ਕਰਦੇ ਆ। ਗੱਲ ਸਿੱਖ ਧਰਮ ਤੇ ਹਿੰਦੂ ਧਰਮ ਦੀ ਹੈ। ਗੱਲ ਤੁਹਾਡੀ ਪਕੜ 'ਚ ਆਉਂਦੀ ਹੈ ਨਾ? ਗੱਲ ਧਰਮ ਦੀ ਹੈ, ਨਾ ਕਿ ਇੰਡੀਵਿਜੂਅਲ ਵਿਅਕਤੀਆਂ ਦੀ ਹੈ। ਸਾਡੇ ਧਰਮ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਪਸ਼ਟ ਕਰਤਾ ਸੀ। ਜਦੋਂ ਬਹਾਦਰ ਸ਼ਾਹ ਦੇ ਕਾਜੀ ਨੂੰ ਪੁੱਛਿਆ ਸੀ ਵੀ ਤੁਹਾਡਾ ਧਰਮ ਚੰਗਾ ਸਾਡਾ ਚੰਗਾ, ਉਹ ਕਹਿੰਦੇ ਤੁਹਾਡਾ ਤੁਹਾਨੂੰ ਖੂਬ, ਸਾਡਾ ਸਾਨੂੰ ਖੂਬ। ਗੱਲ ਜਗਜੀਤ ਸਿੰਘ ਜੀ ਇਹ ਆ ਕਿ ਇਸ ਵੇਲੇ 1857 ਦੇ ਗਦਰ ਦੀ ਗੱਲ ਹੋਵੇ, ਹੋਣ ਵਾਲੀ ਗੱਲ ਹੋਵੇ, ਗੱਲ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੀ ਤੇ ਉਹਨਾਂ ਦੀ ਜਿਹੜੀ ਹੋਂਦ ਖਤਮ ਕਰਨ ਦੀ ਆ। ਨਿਸ਼ਾਨਾ ਸਾਰਿਆਂ ਦਾ ਇੱਕੋ ਹੀ ਹੈ, ਚਾਹੇ 1857 ਦੇ ਗਦਰ ਦੀ ਗੱਲ ਹੋਵੇ ਤੇ ਚਾਹੇ ਕੋਈ ਹੋਰ। ਜੂਨ 1984 ਦੇ ਸੰਘਰਸ਼ ਦਾ ਮੁੱਢ 1978 ਦੀ ਵਿਸਾਖੀ ਦੇ ਨਾਲ ਵੱਜਦਾ ਹੈ, ਜਦੋਂ ਨਿਰੰਕਾਰੀਆਂ ਵੱਲੋਂ 13 ਸਿੱਖਾਂ ਨੂੰ ਅੰਮ੍ਰਿਤਸਰ ਵਿੱਚ ਸ਼ਹੀਦ ਕਰ ਦਿੱਤਾ ਗਿਆ। ਅੰਮ੍ਰਿਤਸਰ ਵਾਲੀ ਘਟਨਾ ਤੋਂ ਪਹਿਲਾਂ ਮਹਿਤਾ ਚੌਕ, ਘੁਮਾਣ, ਕਈ ਥਾਵਾਂ ਤੇ ਗੱਲਾਂ ਝੜਪਾਂ ਜੋਟੀਆਂ ਹੋ ਚੁੱਕੀਆਂ ਸੀ, ਜਦੋਂ ਉਹਨਾਂ ਨੂੰ ਜਾ ਕੇ ਕਿਹਾ ਗਿਆ ਵੀ ਤੁਸੀਂ ਇਹ ਕੰਮ ਨਾ ਕਰੋ। ਸਿੱਖਾਂ ਨੂੰ ਗੁਰੂ ਦੇ ਸਿਧਾਂਤ ਨਾਲੋਂ ਤੋੜਨ ਦੇ ਲਈ ਯੋਜਨਾਬੰਦ ਤਰੀਕੇ ਨਾਲ ਕੰਮ ਸ਼ੁਰੂ ਕੀਤੇ ਗਏ। ਸਿੱਖਾਂ ਦਾ ਕੋਈ ਸੈਕਸ਼ਨ ਜਿਹੜਾ ਸੈਕੂਲਰਿਸਟ ਤੇ ਲੈਫਟਿਸਟ ਹੈ, ਉਹਨਾਂ ਨੇ ਇਹ ਪੈਂਤਰਾ ਲਿਆਂਦਾ ਕਿ ਜਿਹੜੀ ਸਿੱਖ ਕੌਮ ਹੈ ਇਹਦਾ ਕੋਈ ਆਧਾਰ ਨਹੀਂ। ਪੰਜਾਬੀ ਕੌਮ ਦਾ ਕੋਈ ਸੰਕਲਪ ਹੀ ਨਹੀਂ ਹੈਗਾ, ਇਹ ਦਕਿਆਨੂਸੀ ਤੇ ਫੇਲਡ ਸੰਕਲਪ ਹੈਗਾ। ਔਰ ਬਹੁਤ ਵੱਡਾ ਸਿੱਖ ਕੌਮ ਨਾਲ ਧੋਖਾ, ਔਰ ਇਹਦੇ 'ਚ ਸਾਡੇ ਜਿਹੜੇ ਆਪਣੇ ਆ ਉਹਨਾਂ ਦਾ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਵੀ ਪੰਜਾਬੀ, ਪੰਜਾਬ, ਪੰਜਾਬੀ, ਪੰਜਾਬੀਅਤ। ਜਦੋਂ ਇਹ ਸਿਧਾਂਤਕ ਹਮਲੇ ਹੋ ਰਹੇ ਸਨ, ਸਿੱਖਾਂ ਦਾ ਮੋਰਚਾ ਪੂਰਾ ਖਾਲੀ ਨਹੀਂ ਸੀ। ਕੁਝ ਕੁ ਸਿੱਖ ਵਿਦਵਾਨਾਂ ਨੇ ਆਪਣੀ ਪੂਰੀ ਵਾਹ ਲਗਾਈ